ਸੰਤ ਜੀ ਇਹ ਨਾਰਾ ਆਮ ਸੰਗਤਾਂ ਵਿੱਚ ਲਾਉਂਦੇ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਜਥਾ ਮਹਿਤੇ ਪੁੱਜਾ। ਕਥਾ ਕੀਰਤਨ ਦਾ ਪ੍ਰਵਾਹ ਸੀ। 4 ਜਨਵਰੀ ਨੂੰ ਸੰਤਾਂ ਨੇ 8:45 ਤੇ ਕਥਾ ਦਾ ਭੋਗ ਪਾਇਆ। ਇੱਕ ਕੀਮਤੀ ਬਚਨ ਕੀਤਾ ਕਿ ਪੈਂਦੇ ਖਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਵਿਕਾਰ ਬਹੁਤ ਸਤਾਉਂਦੇ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਕੋਈ ਨਹੀਂ, ਕਿੰਨਾ ਕੁ ਸਤਾਉਣਗੇ, 7 ਦਿਨਾਂ ਵਿੱਚ ਤੇਰੀ ਮੌਤ ਹੋ ਜਾਣੀ ਹੈ। ਇਹ ਸੁਣਦਿਆਂ ਹੀ ਪੈਂਦੇ ਖਾਂ ਕੰਬ ਗਿਆ ਤੇ ਮੁਰਝਾਇਆ ਚਿਹਰਾ ਲੈ ਕੇ ਘਰ ਪਹੁੰਚਿਆ। ਪਰਿਵਾਰ ਰੋਟੀ ਪਾਣੀ ਪੁੱਛਣ ਲੱਗਾ ਤਾਂ ਪੈਂਦੇ ਨੇ ਕਿਹਾ ਕਿ ਮੈਨੂੰ ਮੌਤ ਦੀ ਪਈ ਹੈ, ਤੁਹਾਨੂੰ ਰੋਟੀ ਪਾਣੀ ਦਾ ਫਿਕਰ ਹੈ, ਤੁਸੀਂ ਮੇਰੇ ਕੁਝ ਨਹੀਂ ਲੱਗਦੇ, ਮੈਨੂੰ ਬਾਕੀ ਦੇ ਦਿਨ ਭਜਨ ਬੰਦਗੀ ਕਰ ਲੈਣ ਦਿਓ। 9 ਦਿਨਾਂ ਦੇ ਬਾਅਦ ਪੈਂਦੇ ਖਾਂ ਗੁਰੂ ਸਾਹਿਬ ਦੇ ਦਰਬਾਰ ਆਇਆ ਤੇ ਕਹਿਣ ਲੱਗਾ, ਹਜੂਰ, ਕਹਿਣ ਨੂੰ ਜੀ ਤਾਂ ਨਹੀਂ ਕਰਦਾ, ਪਰ ਹਜੂਰ ਆਪ ਨੇ ਕਿਹਾ ਸੀ ਕਿ ਪੈਂਦੇ ਖਾਂ ਤੂੰ 7 ਦਿਨਾਂ ਦੇ ਅੰਦਰ ਮਰ ਜਾਣਾ ਹੈ, ਪਰ ਹਜੂਰ ਅੱਜ 9 ਦਿਨ ਹੋ ਗਏ ਹਨ। ਗੁਰੂ ਸਾਹਿਬ ਕਹਿਣ ਲੱਗੇ, ਪੈਂਦੇ ਖਾਂ ਤੂੰ ਆਪਣੇ ਵਿਕਾਰਾਂ ਦਾ ਹਾਲ ਦੱਸ ਕਿ ਉਹਨਾਂ ਤੈਨੂੰ ਕਿੰਨਾ ਕੁ ਤੰਗ ਕੀਤਾ ਹੈ। ਮਹਾਰਾਜ, ਵਿਕਾਰ ਤਾਂ ਮੇਰੇ ਲਾਗੇ ਵੀ ਨਹੀਂ ਆਏ, ਮੈਨੂੰ ਸਾਹਮਣੇ ਮੌਤ ਦਿਸਦੀ ਸੀ। ਤਾਂ ਗੁਰੂ ਜੀ ਕਹਿਣ ਲੱਗੇ, ਪੈਂਦੇ ਖਾਂ ਸਾਰੇ ਸੰਸਾਰ ਨੇ ਹੀ 7 ਦਿਨਾਂ ਦੇ ਅੰਦਰ ਮਰਨਾ ਹੈ, ਕਿਉਂਕਿ ਕਿਸੇ ਨੇ ਮੰਗਲਵਾਰ ਮਰਨਾ ਹੈ, ਕਿਸੇ ਨੇ ਸ਼ੁੱਕਰਵਾਰ। 5 ਜਨਵਰੀ ਨੂੰ ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵੱਡ ਭਾਗਾ, ਇਸ ਸ਼ਬਦ ਦੀ ਕਥਾ ਕੀਤੀ। 4 ਪ੍ਰਕਾਰ ਦੇ ਮੋਤੀਆਂ ਦਾ ਜ਼ਿਕਰ ਕੀਤਾ ਜੋ ਸੰਤਾਂ ਨੇ ਜਪਜੀ ਸਾਹਿਬ ਦੇ ਟੀਕੇ ਵਿੱਚ ਦੱਸੇ ਹਨ। 16 ਪ੍ਰਕਾਰ ਦੀ ਪੂਜਾ ਦਾ ਜ਼ਿਕਰ ਕੀਤਾ। ਇੱਕ ਸਾਖੀ ਸੁਣਾਈ ਕਿ ਇੱਕ ਰਾਜਾ ਬਾਗ ਵਿੱਚ ਸੈਰ ਕਰਨ ਜਾਂਦਾ ਸੀ। ਉਸ ਦੀ ਮਾਲਣ ਰਾਜੇ ਦੇ ਗਲ ਵਿੱਚ ਰੋਜ਼ ਫੁੱਲਾਂ ਦਾ ਸਿਹਰਾ ਪਾਇਆ ਕਰਦੀ ਸੀ। ਇੱਕ ਦਿਨ ਕੁਦਰਤੀ ਤੌਰ ਤੇ ਰਾਜਾ ਲੇਟ ਹੋ ਗਿਆ ਤਾਂ ਮਾਲਣ ਨੇ ਸੋਚਿਆ ਕਿ ਸ਼ਾਇਦ ਰਾਜਾ ਨਾ ਆਵੇ। ਉਹ ਬੇਪਰਵਾਹ ਹੋ ਕੇ ਰਾਜੇ ਦੀ ਸੇਜ ਤੇ ਸੌਂ ਗਈ ਤਾਂ ਮਖਮਲੀ ਸੇਜ ਹੋਣ ਕਰਕੇ ਨੀਂਦ ਆ ਗਈ। ਰਾਜਾ ਆਇਆ ਤੇ ਮਾਲਣ ਨੂੰ ਸੁੱਤੀ ਵੇਖ ਕੇ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਮਾਲਣ ਕੁੱਟ ਪੈਣ ਕਰਕੇ ਰੋਣ ਦੀ ਬਜਾਏ ਹੱਸਣ ਲੱਗੀ ਤਾਂ ਰਾਜੇ ਨੇ ਹੱਸਣ ਦਾ ਕਾਰਨ ਪੁੱਛਿਆ। ਮਾਲਣ ਨੇ ਕਿਹਾ ਕਿ ਰਾਜਾ, ਮੈਂ ਤਾਂ ਹੱਸਦੀ ਹਾਂ ਕਿ ਮੈਂ ਇੱਕ ਦਿਨ ਸੇਜ ਤੇ ਸੁੱਤੀ ਤੇ ਮੈਨੂੰ ਇੰਨੀ ਮਾਰ ਪਈ, ਤੁਸੀਂ ਇਸ ਸੇਜ ਤੇ ਰੋਜ਼ ਸੌਂਦੇ ਹੋ, ਤੁਹਾਡਾ ਕੀ ਹਾਲ ਹੋਵੇਗਾ। ਮਾਲਣ ਦੀ ਆਵਾਜ਼ ਰਾਜੇ ਨੂੰ ਝੰਜੋੜ ਗਈ। ਸਤ ਸੰਗਿਓ, ਆਪਾਂ ਗਾਫਲਤਾਈ ਦੀ ਨੀਂਦ ਵਿੱਚ ਸੁੱਤੇ ਰਹੇ ਹਾਂ, ਸਾਡਾ ਕੀ ਹਾਲ ਹੋਵੇਗਾ। ਜਥਾ ਸ੍ਰੀ ਪਟਨਾ ਸਾਹਿਬ ਤਖਤ ਤੇ ਪੁੱਜਾ। ਕਥਾ ਵੇਲੇ ਅਰਦਾਸੀਆ ਜੋ ਸਿੰਘ ਪੋਥੀਆਂ ਪ੍ਰਕਾਸ਼ ਕਰਦੇ ਸਨ, ਉਹਨਾਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਦਿੰਦਾ ਸੀ ਤੇ ਸੰਤਾਂ ਦੇ ਗਲ ਵਿੱਚ ਸਿਹਰੇ ਪਾ ਦਿੰਦਾ ਸੀ। ਇਹ ਸਭ ਕੁਝ ਗੁਰਬਾਣੀ ਕਰਕੇ ਹੀ ਸੀ। 662 ਅੰਗ ਤੇ ਕੋਹੜ ਪ੍ਰਥਾਏ ਮਹਾਰਾਜ ਨੇ ਸ਼ਬਦ ਦਾ ਉਚਾਰਨ ਕੀਤਾ। ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਇੱਕ ਮਨੁੱਖ ਨੂੰ ਬਚਨ ਕੀਤਾ, ਉਹਦਾ ਕੋਹੜ ਦੂਰ ਹੋਇਆ। ਭੂਮੀ ਚੋਰ ਦੀ ਸਾਖੀ ਸੁਣਾਈ। 17 ਜਨਵਰੀ ਨੂੰ 662 ਅੰਗ ਤੋਂ ਜੋਗੀ ਪਾਂਡਾ ਤੇ ਕਾਜੀ, ਇਹਨਾਂ ਤਿੰਨਾਂ ਦੇ ਪ੍ਰਥਾਏ ਪਹਿਲੇ ਪਾਤਸ਼ਾਹ ਜੀ ਦਾ ਸ਼ਬਦ ਉਚਾਰਿਆ। ਪਹਿਲਾਂ ਅੰਤਰਜਾਮਤਾ ਨਾਲ ਇਹਨਾਂ ਤਿੰਨਾਂ ਦੀ ਅੰਤਰੀਵ ਅਵਸਥਾ ਦੱਸੀ ਜੋ ਅਖੰਡ ਪਾਠਾਂ ਦੇ ਮੱਧ ਦੀ ਅਰਦਾਸ ਹੋਈ। 20 ਜਨਵਰੀ ਨੂੰ ਕਲਗੀਧਰ ਜੀ ਦਾ ਅਵਤਾਰ ਦਿਹਾੜਾ ਸੀ। ਗਿਆਨੀ ਜੈਲ ਸਿੰਘ ਮੁੱਖ ਮੰਤਰੀ ਪੰਜਾਬ, ਬਿਹਾਰ ਦਾ ਮੁੱਖ ਮੰਤਰੀ ਤੇ ਡਾਕਟਰ ਹਰਨਾਮ ਸਿੰਘ ਸ਼ਾਨ ਤੇ ਹੋਰ ਕਈ ਮੰਤਰੀ ਤਖਤ ਸਾਹਿਬ ਤੇ ਮੱਥਾ ਟੇਕਣ ਲਈ ਆਏ। ਪ੍ਰਬੰਧਕ ਤੇ ਕਈ ਹੋਰ ਸੱਜਣ ਉਹਨਾਂ ਨੂੰ ਲੈਣ ਲਈ ਅੱਗੇ ਗਏ ਤਾਂ ਸੰਤਾਂ ਨੇ ਵੀਰ ਰਸ ਵਿੱਚ ਆ ਕੇ ਕਿਹਾ ਕਿ ਪ੍ਰੇਮੀਓ, ਮੰਗਤਿਆਂ ਨੂੰ ਲੈਣ ਲਈ ਨਾ ਜਾਓ, ਗੁਰੂ ਘਰ ਘਰੋਂ ਮੰਗਣ ਆਏ ਹਨ। ਅਸੀਂ ਸਤਿਗੁਰੂ ਸਾਹਿਬ ਨੂੰ ਛੱਡ ਕੇ ਮੰਗਤਿਆਂ ਨੂੰ ਅੱਗੋਂ ਲੈਣ ਗਏ ਹਾਂ। ਇਸ ਤਰ੍ਹਾਂ ਗੁਰੂ ਦਾ ਅਨਾਦਰ ਹੈ। ਪੁਲਿਸ ਗੁਰਦੁਆਰੇ ਵਿੱਚ ਹਰਲ ਹਰਲ ਕਰਦੀ ਸੀ। 21 ਜਨਵਰੀ ਨੂੰ ਦੁਪਹਿਰ ਦਾ ਲੰਗਰ ਸਰਦਾਰ ਨੱਥਾ ਸਿੰਘ ਜੀ ਦੇ ਘਰ ਜਾ ਕੇ ਛਕਿਆ। ਸਰਦਾਰ ਨੱਥਾ ਸਿੰਘ ਰੋਹਬਦਾਰ ਗੁਰਮੁਖ ਅੰਮ੍ਰਿਤ ਧਾਰੀ ਸੀ ਤੇ ਸਿਰ ਤੇ ਉੱਚੇ ਫਰਲੇ ਵਾਲੀ ਚਿੱਟੀ ਪੱਗ ਬੰਨ੍ਹਦੇ ਸਨ।
ਉਹ ਪ੍ਰਸ਼ਾਦਾ ਛਕਾਉਣ ਵੇਲੇ ਇਹ ਲਫ਼ਜ਼ ਵਾਰ-ਵਾਰ ਕਹਿੰਦੇ ਸਨ ਕਿ ਮੇਰੇ ਪਿਆਰੇ ਦੇ ਪਿਆਰਿਓ ਇੱਕ ਗੱਫਾ। 22 ਜਨਵਰੀ ਨੂੰ ਸੰਤ ਨਿਸ਼ਚਲ ਸਿੰਘ ਜੀ ਜਗਾਦਰੀ ਵਾਲਿਆਂ ਕਥਾ ਕੀਤੀ। ਉਪਰੰਤ ਵਰਪਾਲ ਪਿੰਡ ਦੇ ਬਖਸ਼ੀਸ਼ ਸਿੰਘ ਢਿੱਲੋਂ ਦੇ ਘਰ ਗਏ, ਅੰਮ੍ਰਿਤ ਛਕਣ ਦੀ ਪ੍ਰੇਰਣਾ ਕੀਤੀ। 23 ਜਨਵਰੀ ਨੂੰ ਰਾਤ ਦੇ 2:15 ਵਜੇ ਸਰਦਾਰ ਲਾਭ ਸਿੰਘ ਜੀ ਖੱਟੜੇ ਵਾਲੇ ਮਿੰਨੀ ਬੱਸ ਭੇਟ ਕਰਨ ਲਈ ਕਲਕੱਤੇ ਤੋਂ ਪਹੁੰਚੇ। ਸਮੁੱਚੀ ਸੰਗਤ ਨੇ ਇੱਕ ਟਰੱਕ ਵੀ ਭੇਟ ਕੀਤਾ। ਇਹ ਮਿੰਨੀ ਬੱਸ ਲਾਭ ਸਿੰਘ ਹੋਰਾਂ ਨੇ ਇਕੱਲਿਆਂ ਹੀ ਭੇਟ ਕੀਤੀ। ਮਹਾਂਪੁਰਖਾਂ ਨੇ ਇਸ ਬੱਸ 'ਚ ਬੈਠ ਕੇ 37 ਵੱਡੇ ਜਲੂਸ ਕੱਢੇ। ਸਰਕਾਰ ਨੂੰ ਇਹ ਬੱਸ ਪਸੰਦ ਨਹੀਂ ਸੀ, ਕਿਉਂਕਿ ਇਸ ਵਿੱਚੋਂ ਆਵਾਜ਼ ਆਉਂਦੀ ਸੀ, ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਇਹ ਮਿੰਨੀ ਬੱਸ ਹਰਿਆਣਾ ਚੰਦੂ ਕਲਾਂ ਵਿਖੇ ਸਰਕਾਰ ਨੇ ਸਾੜ ਦਿੱਤੀ, ਕਿਉਂਕਿ ਇਸ ਵਿੱਚੋਂ ਸਿੱਖੀ ਦੀ ਖੁਸ਼ਬੂ ਆਉਂਦੀ ਸੀ। ਇੱਕ ਸਮੇਂ ਸੰਤ ਕਰਤਾਰ ਸਿੰਘ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹੋਰਾਂ ਨੂੰ ਪੁੱਛਿਆ ਕਿ ਰਿੱਧੀਆਂ ਸਿੱਧੀਆਂ ਕੀ ਹਨ। ਮਹਾਂਪੁਰਖ ਕਹਿਣ ਲੱਗੇ ਕਿ ਔਰਤ ਨਾਲ ਸੰਬੰਧ ਕਰਨ ਤੇ ਮਹਿਸੂਸ ਹੁੰਦਾ ਤੇ ਮਨੁੱਖ ਖੁਸ਼ੀ ਮਹਿਸੂਸ ਕਰਦਾ ਹੈ, ਪਰ ਵਾਸਤਵ ਵਿੱਚ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਇਹਨਾਂ ਦੀ ਪ੍ਰਾਪਤੀ ਨੂੰ ਮਨੁੱਖ ਆਪਣੇ ਆਪ ਵਿੱਚ ਕੁਝ ਸ਼ਕਤੀ ਵੇਖ ਕੇ ਖੁਸ਼ ਹੁੰਦਾ ਹੈ, ਪਰ ਅਸਲ ਵਿੱਚ ਇਹ ਪਰਛਾਵਾਂ ਜਿਹਾ ਹੀ ਹੈ। ਜਥਾ ਪਟਨੇ ਤੋਂ ਕਲਕੱਤੇ ਆਇਆ। ਗੁਰਦੁਆਰਿਆਂ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚੱਲੇ, ਅੰਮ੍ਰਿਤ ਸੰਚਾਰ ਹੋਏ, ਸਿੱਖੀ ਪ੍ਰਚਾਰ ਹੋਏ। ਸਿੱਖੀ ਪ੍ਰਚਾਰ ਕਰਕੇ ਜਥਾ ਬੰਬਈ ਪੁੱਜਾ। ਸੰਗਤਾਂ ਨੇ ਰੱਜ ਕੇ ਸੰਤਾਂ ਦਾ ਸਤਿਕਾਰ ਕੀਤਾ। ਸੰਤਾਂ ਨੇ ਸਵੇਰੇ ਕਥਾ ਕੀਤੀ। ਗੁਰਦੁਆਰਾ ਖਾਲਸਾ ਸਭਾ ਮਟੂੰਗਾ ਵਿਖੇ ਹੋਈ। ਰਾਤ ਦੀ ਕਥਾ ਸੁਖਦਾਇਕ ਕਾਲੋਨੀ ਵਿਖੇ ਹੋਈ। ਇੱਕ ਅਲੌਕਿਕ ਘਟਨਾ। ਇੱਕ ਪ੍ਰੇਮੀ ਸੰਤਾਂ ਪਾਸ ਆਇਆ ਤੇ ਕਹਿਣ ਲੱਗਾ, ਬਾਬਾ ਜੀ ਮੁਆਫੀ ਦੇਣੀ। ਸੰਤ ਜੀ ਕਹਿਣ ਲੱਗੇ, ਭਾਈ ਕਾਹਦੀ ਮੁਆਫੀ ਮੰਗਦਾ ਹੈ? ਕਹਿਣ ਲੱਗਾ, ਸੰਤ ਜੀ ਭਾਰਤ ਤੇ ਪਾਕਿਸਤਾਨ ਦਾ ਹਾਕੀ ਦਾ ਮੈਚ ਹੋ ਰਿਹਾ ਹੈ। ਇਵੇਂ ਹੀ ਮਨ ਵਿੱਚ ਫੁਰਨਾ ਆ ਗਿਆ ਕਿ ਬੰਬਈ ਦੀਆਂ ਸੰਗਤਾਂ ਸੰਤ ਕਰਤਾਰ ਸਿੰਘ ਜੀ ਖਾਲਸਾ ਹੋਰਾਂ ਨੂੰ ਬਹੁਤ ਮੰਨਦੀਆਂ ਹਨ। ਮੈਂ ਸੰਤਾਂ ਨੂੰ ਸੰਤ ਤਾਂ ਮੰਨਾਂ ਜੇ ਭਾਰਤ ਜਿੱਤ ਜਾਵੇ। ਬਾਬਾ ਜੀ ਭਾਰਤ ਮੈਚ ਜਿੱਤ ਗਿਆ ਹੈ, ਮੈਂ ਧੰਨਵਾਦ ਕਰਨ ਆਇਆ ਹਾਂ। ਸੰਤ ਜੀ ਨੇ ਕਿਹਾ, ਅਰਦਾਸ ਗੁਰੂ ਅੱਗੇ ਕਰੀਦੀ ਹੈ। ਤੈਨੂੰ ਕਿਸਨੇ ਕਿਹਾ ਸੀ ਕਿ ਮੈਂ ਸੰਤ ਹਾਂ? ਮੈਂ ਤਾਂ ਅਜੇ ਪੂਰਨ ਗੁਰਸਿੱਖ ਵੀ ਨਹੀਂ। ਚੰਗਾ, ਤੂੰ ਗੁਰੂ ਅੱਗੇ ਅਰਦਾਸ ਕਰ ਕਿ ਮੈਂ ਸੰਤ ਬਣ ਜਾਵਾਂ। ਸਵੇਰ ਦੀ ਕਥਾ ਗੁਰਦੁਆਰਾ ਸਾਹਿਬ ਹੋਈ। ਰਾਤ ਦੀ ਕਥਾ ਗੁਰੂ ਨਾਨਕ ਹਾਈ ਸਕੂਲ ਵਿਖੇ ਹੋਈ। ਸੰਤਾਂ ਨੇ ਫੈਸ਼ਨ ਦਾ ਖੰਡਨ ਕੀਤਾ ਤੇ ਕਿਹਾ ਕਿ ਬੀਬੀ ਤੂੰ ਕਹਿੰਦੀ ਹੈ ਕਿ ਮੈਨੂੰ ਵੇਖੋ ਨਾ। ਬੀਬੀ ਤੂੰ ਵੇਖਣ ਵਾਲੀ ਨਾ ਬਣ ਕੇ ਆ। ਯੂਪੀ ਵਿੱਚ ਅੱਜ ਵੀ ਰਿਵਾਜ ਹੈ ਕਿ ਕਿਸੇ ਦਾ ਪਤੀ ਮਰ ਜਾਵੇ ਤਾਂ ਉਸ ਦਾ ਸਿਰ ਗੰਜਾ ਕਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਇਹ ਸਿਰੋਂ ਨੰਗੀ ਹੋ ਗਈ ਹੈ। ਪਰ ਜਿਹੜੀਆਂ ਆਪ ਸਿਰ ਮੁਨਾਈ ਫਿਰਦੀਆਂ ਹਨ ਤੇ ਨੰਗੇ ਸਿਰ ਫਿਰਦੀਆਂ ਹਨ, ਉਹਨਾਂ ਨੂੰ ਕੀ ਕਹੋਗੇ? ਕੁੱਲ 360 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। 19 ਮਾਰਚ ਨੂੰ ਬਾਬਾ ਠਾਕੁਰ ਸਿੰਘ ਜੀ ਤੇ ਸੰਤ ਕਰਤਾਰ ਸਿੰਘ ਜੀ ਹੋਰੀ ਜਹਾਜ਼ ਰਾਹੀਂ ਰਾਜਾ ਸਾਂਸੀ ਹਵਾਈ ਅੱਡੇ ਤੇ ਪਹੁੰਚੇ। ਹਵਾਈ ਜਹਾਜ਼ ਦੇ ਮੁਲਾਜ਼ਮਾਂ ਨੇ ਸੰਤਾਂ ਨੂੰ ਛੋਟੀ ਕਿਰਪਾਨ ਨਾ ਪਹਿਨਣ ਲਈ ਕਿਹਾ। ਸੰਤਾਂ ਨੇ ਜਵਾਬ ਦਿੱਤਾ, ਸਿਰ ਲੈ ਸਕਦਾ ਹੈ ਪਰ ਕਿਰਪਾਨ ਨਹੀਂ। ਅੰਤ ਮੁਲਾਜ਼ਮ ਝੁਕ ਗਏ ਅਤੇ ਸੰਤ ਜੀ ਵੱਡੀ ਕਿਰਪਾਨ ਸਮੇਤ ਸਵਾਰ ਹੋਏ। 20 ਮਾਰਚ ਨੂੰ ਸੰਤ ਬਾਬਾ ਸੋਹਣ ਸਿੰਘ ਜੀ ਕੋਲ ਸੁਰ ਸਿੰਘ ਪਹੁੰਚੇ। ਸੰਤਾਂ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਾਇਆ। 21 ਮਾਰਚ ਨੂੰ ਬਾਬਾ ਸੋਹਣ ਸਿੰਘ ਸੁਰ ਸਿੰਘ ਵਾਲੇ 3:45 ਵਜੇ ਚੜ੍ਹਾਈ ਕਰ ਗਏ। ਸੰਤ ਕਰਤਾਰ ਸਿੰਘ ਜੀ ਉਹਨਾਂ ਦੇ ਕੋਲ ਹੀ ਸਨ। 22 ਮਾਰਚ ਨੂੰ ਬਾਬਾ ਸੋਹਣ ਸਿੰਘ ਜੀ ਦਾ ਸੰਸਕਾਰ ਕਰ ਦਿੱਤਾ। ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ। ਸੰਗਤਾਂ ਦਾ ਭਾਰੀ ਇਕੱਠ ਸੀ। ਸੰਤਾਂ ਨੇ ਬਾਬਾ ਸੋਹਣ ਸਿੰਘ ਜੀ ਨਿਮਿਤ ਇਕੋਤਰੀ ਕਰਵਾਈ। 25 ਮਾਰਚ ਨੂੰ ਨਵਾਂ ਪਿੰਡ ਵਿਖੇ
65 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। 27 ਮਾਰਚ ਨੂੰ ਤਰਸਿੱਕੇ ਵਿਖੇ 39 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। 29 ਮਾਰਚ ਨੂੰ ਸੁਰ ਸਿੰਘ ਅੰਮ੍ਰਿਤ ਸੰਚਾਰ ਕੀਤਾ, 70 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। 30 ਮਾਰਚ ਨੂੰ ਸੰਤਾਂ ਨੇ ਸੁਰ ਸਿੰਘ ਇਕੋਤਰੀ ਦਾ ਭੋਗ ਪਾਇਆ। ਸ਼ਾਮ ਨੂੰ ਜਥਾ ਸਰਹਾਲੀ ਪਹੁੰਚਿਆ। ਇਹ ਨਗਰ ਬਾਬਾ ਬਿਧੀ ਚੰਦ ਜੀ ਦਾ ਨਾਨਕਾ ਪਿੰਡ ਹੈ। ਇਹਨਾਂ 16 ਦਿਨਾਂ ਵਿੱਚ ਸੰਤਾਂ ਨੇ ਦਿਨ ਵਿੱਚ 7-7 ਵਾਰ ਕਥਾ ਕੀਤੀ। 3 ਅਪ੍ਰੈਲ ਨੂੰ ਜਥਾ ਨੌਸ਼ਹਿਰਾ ਪੰਨੂਆ ਗਿਆ। ਬਾਬਾ ਧੰਨਾ ਸਿੰਘ ਜੀ ਕਲਗੀਧਰ ਪਾਤਸ਼ਾਹ ਜੀ ਦੇ ਕਾਹੀ ਅਤੇ ਰਾਜ ਕਵੀ ਸੀ। ਉਹਨਾਂ ਦੇ ਨਗਰ ਸਰਹਾਲੀ ਪਹੁੰਚੇ। 15 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। 19 ਅਪ੍ਰੈਲ ਪਿੰਡ ਘੁਮਾਣ ਨੇੜੇ ਸ੍ਰੀ ਹਰਗੋਬਿੰਦਪੁਰ ਇਲਾਕੇ ਵਿੱਚ ਨਰਕਧਾਰੀਆਂ ਦਾ ਆਗੂ ਗੁਰਬਚਨ ਨਰਕਧਾਰੀ ਆ ਰਿਹਾ ਸੀ। ਇਸ ਲਈ ਉਹਦੀ ਸੋਧ ਸੁਧਾਈ ਲਈ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲਿਆਂ ਦੀ ਕਮਾਨ ਹੇਠ ਤਕਰੀਬਨ 2000 ਦੇ ਕਰੀਬ ਸਿੰਘ ਉੱਥੇ ਪੁੱਜੇ ਹੋਏ ਸਨ, ਜਿਨ੍ਹਾਂ ਨੇ ਗੁਰੂ ਚਰਨਾਂ ਤੋਂ ਆਪਾ ਕੁਰਬਾਨ ਕਰਨ ਦੀ ਠਾਣੀ ਹੋਈ ਸੀ। ਇਹਨਾਂ ਨਰਕਧਾਰੀਆਂ ਨੇ ਆਪਣੀ ਹੀ ਨਕਲੀ ਪੁਲਿਸ ਬਣਾ ਕੇ ਸੁਰੱਖਿਆ ਦਸਤੇ ਬਣਾਏ ਹੋਏ ਹਨ। ਸੋ ਇੱਕ DSP ਬਣਿਆ ਹੋਇਆ ਸੀ। ਉਹ ਸਿੰਘਾਂ ਦੇ ਹੱਥ ਚੜ ਗਿਆ। ਸਿੰਘਾਂ ਨੇ ਉਹਦੀ ਚੰਗੀ ਸੁਧਾਈ ਕੀਤੀ। ਕਈ ਭੱਜੇ ਜਾਂਦੇ ਬੰਦਿਆਂ ਦੀਆਂ ਸਿੰਘਾਂ ਨੇ ਪੱਗਾਂ ਲਾਹ ਲਈਆਂ। ਨਕਲੀ ਗੁਰੂ ਵੀ ਨਕਲੀ ਪੁਲਿਸ ਸਮੇਤ ਪੂਛਾਂ ਦਬਾ ਕੇ ਭੱਜ ਗਿਆ। ਪੰਡਾਲ ਵਿੱਚ ਬੜੀ ਮਾਯੂਸੀ ਛਾ ਗਈ ਤੇ ਹਰੇਕ ਨਰਕਧਾਰੀ ਘਬਰਾ ਗਿਆ। ਪੁਲਿਸ ਵੀ ਕਾਫੀ ਸੀ, ਪਰ ਉਸ ਨੇ ਵੀ ਸਿੰਘਾਂ ਨੂੰ ਸਹੀ ਦੱਸਿਆ ਅਤੇ ਨਰਕਧਾਰੀਆਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬਾਂ ਦੀ ਨਿੰਦਿਆ ਕਰਦੇ ਹੋ। ਉਹ ਸਿੰਘ ਕਿਵੇਂ ਬਰਦਾਸ਼ਤ ਕਰਨ। ਯੂਪੀ ਸ਼ਾਹਜਹਾਨਪੁਰ ਜ਼ਿਲ੍ਹਾ ਲਖਮੀਰ ਦੇ ਲਾਗੇ ਪਿੰਡਾਂ ਵਿੱਚ ਕਥਾ ਪ੍ਰਚਾਰ ਕੀਤਾ, ਇਸ਼ਨਾਨ ਕੀਤਾ ਤੇ ਜਲ ਪਾਣੀ ਛਕਿਆ। ਕੁਝ ਸਿੰਘਾਂ ਨੇ ਬੇਨਤੀ ਕੀਤੀ ਕਿ ਮਲਕਗੰਜ ਦੇ ਥਾਣੇਦਾਰ ਨੇ 2 ਸਿੱਖਾਂ ਦੀਆਂ ਮੁੱਛਾਂ ਕੱਟੀਆਂ ਹਨ। ਤਾਂ ਸੰਤਾਂ ਨੇ ਉਹਨਾਂ ਵੱਲ ਵੇਖ ਕੇ ਮਦਦ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਅੱਜ ਅੰਮ੍ਰਿਤ ਛਕ ਕੇ ਪ੍ਰਣ ਕਰਨ ਕਿ ਅਸੀਂ ਸ਼ਰਾਬ ਨਹੀਂ ਪੀਵਾਂਗੇ। ਸਾਰੇ ਰੈਜੂਲੇਸ਼ਨ ਪਾਸ ਕਰੋ। ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਦੀਵਾਨ ਵਿੱਚ ਸਾਰੀ ਸੰਗਤ ਨੇ ਰੈਜੂਲੇਸ਼ਨ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ। ਮੁਖਵਾਕ ਲੈਣ ਉਪਰੰਤ ਸੰਤਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਆ ਕੇ ਵੀ ਸਾਨੂੰ ਤਿਆਰ ਪਰ ਤਿਆਰ ਰਹਿਣ ਦੀ ਲੋੜ ਹੈ। ਸੰਤਾਂ ਨੇ ਕੇਸ ਤੇ ਦਾਹੜੇ ਕਤਰੇ ਵੇਖ ਕੇ ਕਿਹਾ ਕਿ ਅੱਜ ਦਾ ਮਨੁੱਖ ਅੱਕ ਪੱਥਰ ਰੀਠੇ ਤੇ ਪ੍ਰੇਤ ਨਾਲੋਂ ਵੀ ਮਾੜਾ ਹੋ ਗਿਆ ਹੈ, ਕਿਉਂਕਿ ਇਹਨਾਂ ਨੇ ਇੱਕ ਵਾਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਤੋਂ ਬਾਅਦ ਆਪਣਾ ਸੁਭਾਅ ਤਿਆਗ ਦਿੱਤਾ ਸੀ। ਤੁਸੀਂ ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਦੇ ਹੋ ਪਰ ਆਪਣਾ ਸੁਭਾਅ ਨਹੀਂ ਛੱਡਦੇ। ਸੰਤਾਂ ਨੇ ਕਿਹਾ ਕਿ ਅਨੇਕਾਂ ਔਰੰਗਜ਼ੇਬ ਯਕਰੀਏ ਆਦਿ ਆਪਣੇ ਭੇਸ ਵਟਾ ਕੇ ਦੇਹਧਾਰੀਆਂ ਦੇ ਰੂਪ ਵਿੱਚ ਸਿੱਖੀ ਨੂੰ ਢਾਹ ਲਾ ਰਹੇ ਹਨ, ਉਹਨਾਂ ਤੋਂ ਬਚੋ। ਕਥਾ ਸੁਣ ਕੇ 100 ਪ੍ਰਾਣੀਆਂ ਨੇ ਕੇਸ ਤੇ ਦਾਹੜਾ ਨਾ ਕੱਟਣ ਦਾ ਪ੍ਰਣ ਲਿਆ ਅਤੇ 50 ਪ੍ਰਾਣੀਆਂ ਨੇ ਸ਼ਰਾਬ ਨਾ ਪੀਣ ਦਾ ਪ੍ਰਣ ਲਿਆ। ਇੱਕ ਮਤਾ ਪਾਸ ਕੀਤਾ ਕਿ ਸਾਰੇ ਸਿੰਘ ਦਾੜੀ ਕਤਰਨ ਵਾਲੇ ਨੂੰ ਸਮਾਜ ਵਿੱਚੋਂ ਛੇਕ ਦਿਓ। ਇਹ ਮਤਾ ਹੱਥ ਖੜੇ ਕਰਕੇ ਪਾਸ ਕੀਤਾ। 11 ਨਵੰਬਰ ਨੂੰ ਸੰਤ ਜੀ ਜਥੇ ਸਮੇਤ ਲਖੀਮਪੁਰ ਖੀਰੀ ਗੁਰਦੁਆਰਾ ਸਿੰਘ ਸਭਾ ਪੁੱਜੇ। ਕਥਾ ਕੀਰਤਨ ਦਾ ਪ੍ਰਵਾਹ ਚੱਲਿਆ। ਅੰਮ੍ਰਿਤ ਸੰਚਾਰ ਹੋਇਆ। ਅੱਗੇ ਜਥਾ ਕਲਕੱਤੇ ਪੁੱਜਾ। ਗੁਰਦੁਆਰਾ ਜਗਤ ਸੁਧਾਰ ਕਥਾ ਕੀਰਤਨ ਕੀਤਾ। ਕੁਝ ਸਮਾਂ ਕਥਾ ਕੀਰਤਨ ਦਾ ਪ੍ਰਵਾਹ ਚਲਾ ਕੇ ਜਥਾ ਅੱਗੇ ਮੁਜ਼ੱਫਰਪੁਰ ਲਈ ਰਵਾਨਾ ਹੋਇਆ। 20 ਨਵੰਬਰ ਨੂੰ ਗੁਰ ਸ਼ਬਦ ਦੀ ਕਥਾ ਭਾਈ ਪਾਰਸ ਜੀ ਤੇ ਮਸਕੀਨ ਜੀ ਨੇ ਕੀਤੀ। ਸੰਤ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਚੌਰ ਦੀ ਸੇਵਾ ਕਰਦੇ ਰਹੇ। ਸੰਤਾਂ ਨੇ ਸਿੰਘਾਂ ਨੂੰ ਦੱਸਿਆ ਕਿ ਜਦੋਂ ਕਦੇ ਸਟੇਜ ਦਾ ਸਮਾਂ ਘੱਟ ਹੋਵੇ ਤਾਂ ਕਦੇ ਵੀ ਕਿਸੇ ਵਿਦਵਾਨ ਨੂੰ ਪ੍ਰਬੰਧਕਾਂ ਨੂੰ ਨਾਰਾਜ਼ ਹੋ ਕੇ ਜਾਂ ਤਲਖੀ ਵਿੱਚ ਨਹੀਂ ਜਾਣਾ ਚਾਹੀਦਾ। 3 ਨਵੰਬਰ ਨੂੰ ਸੰਤ ਜੀ ਨੇ ਕਥਾ ਕੀਤੀ ਤੇ ਬਚਨ ਕੀਤਾ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਲੀਡਰਾਂ ਦੀ ਖੁਸ਼ਾਮਦ ਵਿੱਚ ਨਹੀਂ ਪੈਣਾ ਚਾਹੀਦਾ। ਐਸਾ ਨਹੀਂ ਕਿ ਅਸੀਂ ਗੁਰਮਤ ਅੱਖੋਂ ਓਹਲੇ ਕਰ ਦਈਏ। ਦੱਸਿਆ ਕਿ ਸਿਰੋਂ ਪਾਉ ਹਮੇਸ਼ਾ ਗੁਰੂ ਸਾਹਿਬ ਜੀ ਦੇ ਸਨਮੁਖ ਖੜੋ ਕੇ ਲੈਣਾ ਚਾਹੀਦਾ ਹੈ। ਬਾਅਦ ਵਿੱਚ ਸਰਦਾਰ ਸੁਰਜੀਤ ਸਿੰਘ ਮਜੀਠੀਆ
ਪ੍ਰਧਾਨ ਚੀਫ ਖਾਲਸਾ ਦੀਵਾਨ ਸੰਤ ਜੀ ਕੋਲ ਆਏ ਤੇ ਕਾਫੀ ਗੁਰਮਤਿ ਵਿਚਾਰਾਂ ਕੀਤੀਆਂ। ਉਸ ਨੇ ਪੁੱਛਿਆ ਕਿ ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋ ਸਕਦੀ ਹੈ। ਨਾਮ ਸਿਮਰਨ ਦੀ ਜੁਗਤੀ ਅਤੇ ਹੋਰ ਕਈ ਗੁਰਮਤਿ ਵਿਚਾਰਾਂ ਪੁੱਛੀਆਂ। ਯੋਗ ਅਭਿਆਸ ਤੇ ਯੋਗ ਆਸਣਾ ਬਾਰੇ ਵੀ ਪੁੱਛਿਆ। ਸੰਤਾਂ ਨੇ ਸਾਰੀਆਂ ਵਿਧੀਆਂ ਦੱਸੀਆਂ। ਬਾਅਦ ਵਿੱਚ ਗੁਰਮਤਿ ਰਾਏ ਦਿੱਤੀ ਕਿ ਇਹ ਵਿਧੀਆਂ ਗੁਰਮਤਿ ਅਨੁਸਾਰ ਠੀਕ ਨਹੀਂ ਹਨ। ਇਹ ਸਭ ਰਿੱਧੀਆਂ ਸਿੱਧੀਆਂ ਤੱਕ ਹੀ ਸੀਮਤ ਹਨ। ਇਹ ਠੀਕ ਤਦ ਹੋ ਸਕਦੀਆਂ ਹਨ ਜੇ ਸੁਨ ਸਮਾਧੀ ਤੱਕ ਸ਼ਬਦ ਦਾ ਚਾਨਣ ਨਾਲ ਜਾਵੇ। ਫਿਰ ਮਾਲਾ ਫੇਰਨ ਬਾਰੇ ਪੁੱਛਿਆ ਤਾਂ ਸੰਤਾਂ ਕਿਹਾ ਕਿ ਇਹ ਤਾਂ ਤੁਹਾਡੀ ਮਰਜ਼ੀ ਹੈ। ਯਾਦ ਰੱਖਣ ਲਈ ਕਿ ਅਸੀਂ ਇੰਨੀਆਂ ਮਾਲਾ ਫੇਰ ਲਈਆਂ ਹਨ। ਨਾਮ ਤਾਂ ਸਿੱਖ ਨੇ ਸਵਾਸ ਸਵਾਸ ਜਪਣਾ ਹੈ। ਸਵੇਰੇ ਸਰਦਾਰ ਇੰਦਰਜੀਤ ਸਿੰਘ ਜੀ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ ਨੂੰ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਆਸਾ ਦੀ ਵਾਰ ਤੋਂ ਬਾਅਦ ਸਰੋਪਾ ਦੇਣ ਲੱਗੇ ਤਾਂ ਸੰਤ ਜੀ ਨੇ ਕਿਹਾ ਕਿ ਕਥਾ ਕੀਰਤਨ ਦਾ ਮੇਲ ਹੈ, ਹੁਣ ਕਥਾ ਤੋਂ ਬਾਅਦ ਸਰੋਪਾ ਦੇਵਾਂਗੇ। ਸੋ ਪ੍ਰਬੰਧਕਾਂ ਨੇ ਸੁਝਾਅ ਪ੍ਰਵਾਨ ਕਰ ਲਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਹੀਦੀ ਨਗਰ ਕੀਰਤਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਸਰੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦਿਆਂ ਗੁਰਮਤਿ ਪ੍ਰਚਾਰ ਹਿੱਤ ਸ਼ਹੀਦੀ ਮਾਰਗ ਆਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਦੇ ਜਲੂਸ ਵਿੱਚ ਸੰਤ ਜੀ ਜਥੇ ਸਮੇਤ ਸ਼ਾਮਲ ਹੋਏ। ਵਿਸ਼ੇਸ਼ ਵਰਣਨਯੋਗ ਗੱਲ ਇਹ ਹੈ ਕਿ ਇਸ ਸ਼ਹੀਦੀ ਮਾਰਗ ਦੇ ਜਲੂਸ ਤੋਂ ਪਹਿਲਾਂ ਖਾਲਸਾ ਜੀ ਨੇ 5 ਜਲੂਸ ਬਾਬਾ ਬਕਾਲਾ, ਮੁਕਤਸਰ ਤੇ ਭੂਰੇ ਪੁਰਾਣੇ ਆਦਿਕ ਤੋਂ ਕੱਢੇ। ਸੀਸ ਮਾਰਗ ਜਲੂਸ ਤੋਂ ਮਗਰੋਂ ਜੋਧਪੁਰ ਰੋਡੇ, ਜਲਾਲਾਬਾਦ, ਕਾਦੀਆਂ, ਸਲਾਲਾ, ਨਾਰੰਗਵਾਲ, ਫਿਰੋਜ਼ਪੁਰ, ਧਰਮਕੋਟ, ਅਖਾੜਾ, ਸੁਲਤਾਨਪੁਰ, ਖਡੂਰ ਸਾਹਿਬ, ਕਾਲੇ ਕੇ, ਪਾਨਾਗੜ੍ਹ, ਹੁਸ਼ਿਆਰਪੁਰ, ਬਲਾਚੌਰ, ਰਾਮਪੁਰ ਖੇੜਾ, ਗੁਰਦਾਸਪੁਰ, ਫਰੀਦਕੋਟ ਤੋਂ ਭਾਰੀ ਜਲੂਸ ਕੱਢੇ। 300 ਸਾਲਾ ਸ਼ਹੀਦੀ ਗੁਰਪੁਰਬ ਦੀ ਸਮਾਪਤੀ ਤੇ ਖਾਲਸਾ ਜੀ, ਸੰਤ ਸੇਵਾ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਬਾਬਾ ਬਕਾਲਾ ਆਦਿ ਨੇ ਮਿਲ ਕੇ ਗੁਰਦੁਆਰਾ ਬਾਬਾ ਬਕਾਲਾ ਤੋਂ ਸ੍ਰੀ ਅੰਮ੍ਰਿਤ ਸਾਹਿਬ ਤੱਕ ਨਨਕਾਣਾ ਸਾਹਿਬ ਵਾਲੀ ਮਹਾਨ ਪਵਿੱਤਰ ਸ਼ਹੀਦੀ ਪੀੜ ਦੀ ਛਤਰ ਛਾਇਆ ਹੇਠ ਭਾਰੀ ਧੰਨਵਾਦੀ ਜਲੂਸ ਕੱਢਿਆ। ਇਸ ਜਲੂਸ ਤੋਂ ਪਿੱਛੋਂ ਖਾਲਸਾ ਜੀ ਨੇ 301 ਸਾਲਾ ਸ਼ਹੀਦੀ ਗੁਰਪੁਰਬ ਮਨਾਉਣ ਲਈ ਜਲੂਸਾਂ ਦੀ ਲੜੀ ਆਰੰਭ ਕਰਦੇ ਹੋਇਆਂ ਉਪਰੋਕਤ ਜਲੂਸ ਕੱਢੇ ਸੀ। ਇਹਨਾਂ ਜਲੂਸਾਂ ਕਰਕੇ ਜੋ ਸਫਲਤਾ ਪ੍ਰਾਪਤ ਹੋਈ ਉਹ ਲਿਖਣ ਤੋਂ ਪਰੇ ਸੀ। ਇੱਕ ਇੱਕ ਜਲੂਸ ਵਿੱਚ ਘੱਟ ਤੋਂ ਘੱਟ 300 ਤੇ ਕਈਆਂ ਵਿੱਚ 400 ਤੋਂ ਵੀ ਵੱਧ ਟਰੱਕ, ਬੱਸਾਂ, ਕਾਰਾਂ, ਜੀਪਾਂ, ਟਰੈਕਟਰ, ਟਰਾਲੀਆਂ ਤੇ ਮੋਟਰਸਾਈਕਲ ਸ਼ਾਮਿਲ ਹੁੰਦੇ ਸਨ। ਸਾਰੇ ਜਲੂਸਾਂ ਵਿੱਚ ਹਵਾਈ ਜਹਾਜ਼ ਫੁੱਲਾਂ ਦੀ ਵਰਖਾ ਕਰਦਾ ਸੀ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੁੰਦੀਆਂ ਸਨ। ਹਰ ਜਲੂਸ ਤਕਰੀਬਨ 100 ਕਿਲੋਮੀਟਰ ਤੱਕ ਲੰਬਾ ਹੁੰਦਾ। ਇਲਾਕੇ ਦੇ 30 ਤੋਂ 70 ਪਿੰਡਾਂ ਵਿੱਚੋਂ ਦੀ ਜਲੂਸ ਲੰਘਦਾ ਸੀ। ਹਰੇਕ ਪਿੰਡ ਦੀਆਂ ਟਰੈਕਟਰ, ਟਰਾਲੀਆਂ ਸੰਗਤ ਸਮੇਤ ਸ਼ਾਮਿਲ ਹੁੰਦੀਆਂ ਸਨ। ਹਰ ਪਿੰਡ ਵੱਲੋਂ ਸਵਾਗਤੀ ਗੇਟ ਬਣਾ ਕੇ ਸੰਗਤ ਇਕੱਠੀ ਹੁੰਦੀ ਸੀ ਅਤੇ ਖਾਲਸਾ ਜੀ ਹਰ ਪਿੰਡ ਵਿੱਚ 15-20 ਮਿੰਟ ਪ੍ਰਚਾਰ ਕਰਕੇ ਫਿਰ ਅੱਗੇ ਚੱਲਦੇ ਸਨ। ਸੰਗਤ ਪਾਸੋਂ ਬਾਹਾਂ ਖੜੀਆਂ ਕਰਾ ਕੇ ਇਹ ਪ੍ਰਣ ਕਰਵਾਇਆ ਜਾਂਦਾ ਸੀ ਕਿ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਵੀ ਗੁਰੂ ਨਹੀਂ ਮੰਨਣਾ। ਦਾੜੀ ਕੇਸ ਨਹੀਂ ਮੁੰਨਣੇ। ਸ਼ਰਾਬ ਛੱਡਣ ਦੇ ਵੀ ਹਜ਼ਾਰਾਂ ਪ੍ਰਾਣੀਆਂ ਤੋਂ ਪ੍ਰਣ ਕਰਵਾਏ ਜਾਂਦੇ ਤੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਸਨ। ਇਸ ਤਰ੍ਹਾਂ ਇੱਕ ਇੱਕ ਦਿਨ ਵਿੱਚ ਬਹੁਤ ਪਿੰਡਾਂ ਦੀਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਅਤੇ ਗੁਰਮਤਿ ਦਾ ਪ੍ਰਚਾਰ ਸੁਣਦੀਆਂ ਸਨ। ਖਾਲਸਾ ਜੀ 15-15 ਘੰਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜੇ ਹੋ ਕੇ 30 ਤੋਂ 70 ਥਾਵਾਂ ਤੇ ਜਲੂਸ ਵਾਲੇ ਇਲਾਕੇ ਵਿੱਚ ਪ੍ਰਚਾਰ ਕਰਦੇ ਸਨ ਤੇ ਹਰ ਪਿੰਡ ਦੀ ਸੰਗਤ ਪਾਸੋਂ ਇਹ ਨਾਹਰਾ ਲਵਾਇਆ ਜਾਂਦਾ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਜੋ ਕਿ
ਸੰਗਤਾਂ ਗੱਜ ਵੱਜ ਕੇ ਬੜੀ ਚੜ੍ਹਦੀ ਕਲਾ ਵਿੱਚ ਪੜ੍ਹਦੀਆਂ ਸਨ। ਇਸ ਤਰ੍ਹਾਂ ਇਹਨਾਂ ਜਲੂਸਾਂ ਨਾਲ ਗੁਰਮਤਿ ਪ੍ਰਚਾਰ ਵਿੱਚ ਬਹੁਤ ਭਾਰੀ ਕਾਮਯਾਬੀ ਪ੍ਰਾਪਤ ਹੋਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਕੱਢੇ ਜਾ ਰਹੇ ਇਹਨਾਂ ਜਲੂਸਾਂ ਨੇ ਸਿੱਖ ਜਗਤ ਨੂੰ ਹਲੂਣ ਕੇ ਰੱਖ ਦਿੱਤਾ ਸੀ। ਜੋ ਸਿੱਖ ਕੌਮ ਦੀ ਸੇਵਾ ਦਾ ਖਾਲਸਾ ਜੀ ਨੇ ਬੀੜਾ ਚੁੱਕਿਆ ਹੋਇਆ ਸੀ, ਉਹ ਅਤਿਅੰਤ ਸ਼ਲਾਘਾਯੋਗ ਸੀ। ਸਿੱਖੀ ਪ੍ਰਚਾਰਕਾਂ ਦਾ ਸੁਧਾਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 3ਜੀ ਸ਼ਤਾਬਦੀ ਦੀ ਯਾਦ ਵਿੱਚ ਸ਼੍ਰੋਮਣੀ ਕਮੇਟੀ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਨੇ ਥਾਈਂ ਥਾਈਂ ਗੁਰੂ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਗੁਰਦੁਆਰੇ, ਸਕੂਲ, ਕਾਲਜ, ਹਸਪਤਾਲ ਤੇ ਵੱਡੇ ਵੱਡੇ ਹਾਲ ਬਣਾਏ। ਪਰੰਤੂ ਇਸ ਟਕਸਾਲ ਨੇ ਪ੍ਰਚਾਰਕਾਂ ਦਾ ਆਪਣਾ ਢਿੱਲਾ ਜੀਵਨ, ਸ਼ਰਾਬਾਂ ਪੀਣੀਆਂ, ਮਾਸ ਖਾਣਾ, ਬਾਣੀ ਨਾ ਪੜ੍ਹਨੀ, ਰਹਿਤ ਨਾ ਰੱਖਣੀ, ਗੁਰਸਿੱਖੀ ਨੂੰ ਢਾਹ ਦਾ ਅਸਲੀ ਕਾਰਨ ਸਮਝਿਆ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੁਰੂ ਕੀ ਸਟੇਜ ਤੇ ਬੋਲਣ ਵਾਲੇ ਹਰ ਸਿੰਘ ਨਾਮ ਵਾਲੇ ਲਈ ਅੰਮ੍ਰਿਤ ਧਾਰੀ ਹੋਣਾ ਅਤਿਅੰਤ ਜ਼ਰੂਰੀ ਹੈ। ਇਹਨਾਂ ਵਿਚਾਰਾਂ ਦੀ ਹਦਾਇਤ ਕਰਦੇ ਹੋਇਆਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਵੀ ਇਸ ਦੇ ਹੱਕ ਵਿੱਚ ਹੁਕਮਨਾਮਾ ਜਾਰੀ ਕੀਤਾ ਗਿਆ। ਗੁਰੂ ਕੀ ਕਿਰਪਾ ਦੁਆਰਾ ਇਸ ਉਦਮ ਨਾਲ 36 ਢਾਡੀ ਜਥਿਆਂ ਨੇ ਅੰਮ੍ਰਿਤਪਾਨ ਕੀਤਾ, ਜੋ ਕਿ ਚੜ੍ਹਦੀ ਕਲਾ ਵਿੱਚ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ। ਇਸੇ ਤਰ੍ਹਾਂ ਹੋਰ ਬੇਅੰਤ ਪ੍ਰਚਾਰਕਾਂ, ਕਵੀਆਂ, ਰਾਗੀਆਂ ਅਤੇ ਗ੍ਰੰਥੀਆਂ ਨੇ ਅੰਮ੍ਰਿਤਪਾਨ ਕੀਤਾ। ਖਾਲਸਾ ਜੀ ਪ੍ਰਸੰਨ ਹੋ ਕੇ ਉਪਰੋਕਤ ਗੁਰਮੁਖਾਂ ਨੂੰ ਜਥੇ ਵੱਲੋਂ ਸਿਰੋਂ ਪਾਵ ਬਖਸ਼ਿਸ਼ ਕੀਤੇ। ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਮਾਤਾ ਗੰਗਾ ਜੀ ਦੇ ਵਰ ਮੰਗਣ ਵਾਲੇ ਦਿਨ ਹਰ ਸਾਲ ਬਹੁਤ ਭਾਰੀ ਸਾਲਾਨਾ ਜੋੜ ਮੇਲਾ ਲੱਗਦਾ ਹੈ। 7 ਅਕਤੂਬਰ 1976 ਈਸਵੀ ਨੂੰ ਇਸ ਜੋੜ ਮੇਲੇ ਤੇ 2.5 ਲੱਖ ਸੰਗਤ ਦੇ ਇਕੱਠ ਵਿੱਚ ਖਾਲਸਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸਿੱਖਾਂ ਦੀ ਸ਼ਹੀਦੀ ਦਾ ਇਤਿਹਾਸ ਸੁਣਾਇਆ। ਬਾਬਾ ਖੜਕ ਸਿੰਘ ਜੀ ਨੇ ਵੀ ਸੰਗਤ ਨੂੰ ਪ੍ਰੇਰਿਆ। ਇਹ ਪ੍ਰਚਾਰ ਸੁਣ ਕੇ ਸੰਗਤਾਂ ਵਿੱਚੋਂ 5000 ਪ੍ਰਾਣੀਆਂ ਨੇ ਖੜੇ ਹੋ ਕੇ ਪ੍ਰਣ ਕੀਤੇ ਕਿ ਅਸੀਂ ਅੱਜ ਤੋਂ ਸ਼ਰਾਬ ਨਹੀਂ ਪੀਵਾਂਗੇ, ਕੇਸ ਦਾੜੀ ਨਹੀਂ ਮੁੰਨਾਂਗੇ। ਇਸ ਸਾਰੇ ਨਜ਼ਾਰੇ ਦੀ ਫਿਲਮ ਵੀ ਤਿਆਰ ਹੋ ਚੁੱਕੀ ਸੀ, ਜੋ ਕਿ ਸੰਗਤਾਂ ਨੂੰ ਵਿਖਾਈ ਜਾ ਰਹੀ ਸੀ। ਖਾਲਸਾ ਜੀ ਸਿੱਖੀ ਬਾਰੇ ਸ਼ਰਧਾ ਰੱਖਣ ਵਾਲਿਆਂ ਲਈ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਆਪਣੀ ਜਾਨ ਵਾਰਨ ਤੱਕ ਜਾਂਦੇ ਸਨ। ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਗਿਆਨੀ ਤਨਜੀਤ ਸਿੰਘ ਜੀ ਅਤੇ ਪ੍ਰਿੰਸੀਪਲ ਕਰਤਾਰ ਸਿੰਘ ਜੀ ਸ਼ੇਰਗਿੱਲ ਨਾਲ ਕਈ ਵਾਰ ਵਿਚਾਰਾਂ ਹੋਈਆਂ ਕਿ ਕਿਵੇਂ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਗੁਰਮਤਿ ਕਾਲਜ ਵਿੱਚੋਂ ਪੜ੍ਹ ਕੇ ਸਿੱਖੀ ਦਾ ਪ੍ਰਚਾਰ ਕਰਨ। 29 ਜੂਨ 1977 ਈਸਵੀ ਨੂੰ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ 8ਵੀਂ ਸਾਲਾਨਾ ਬਰਸੀ ਤੇ ਚੰਗੇ ਜੀਵਨ ਵਾਲੇ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਮਾਈਕੀ ਸਹਾਇਤਾ ਦੇ ਕੇ ਉੱਚਿਆਂ ਚੁੱਕਣ ਦਾ ਉਚੇਚਾ ਪ੍ਰੋਗਰਾਮ ਬਣਾਇਆ ਗਿਆ ਸੀ। ਗੁਰਬਾਣੀ ਦਾ ਅਦਬ। ਜਥੇ ਵਿੱਚ ਗੁਰਬਾਣੀ ਦਾ ਬਹੁਤ ਅਦਬ ਕੀਤਾ ਜਾਂਦਾ ਹੈ। ਜੋ ਸਿੰਘ ਸੰਥਿਆ ਕਰਦੇ ਸਨ ਉਹ ਪੋਥੀ ਲੈ ਕੇ ਨੀਵੇਂ ਮੰਜੇ ਤੇ ਜਾਂ ਪੈਂਦ ਵੱਲ ਨਹੀਂ ਸਨ ਬੈਠ ਸਕਦੇ। ਪੋਥੀਆਂ ਨੂੰ ਸੋਹਣੇ ਸਾਫ਼ ਸੁਥਰੇ ਰੁਮਾਲਿਆਂ ਵਿੱਚ ਸੰਤੋਖਿਆ ਜਾਂਦਾ ਸੀ। ਪੋਥੀਆਂ ਲੱਕੜ ਦੀਆਂ ਰੀਲਾਂ ਤੇ ਪ੍ਰਕਾਸ਼ ਕੀਤੀਆਂ ਜਾਂਦੀਆਂ। ਕਿਸੇ ਸਿੰਘ ਨੂੰ ਗੁਰਬਾਣੀ ਬਾਰੇ ਕੁਝ ਵੀ ਲਿਖਣ ਸਮੇਂ ਸੰਤ ਜੀ ਨੀਵੇਂ ਮੰਜੇ ਤੇ ਨਹੀਂ ਬੈਠਣ ਦਿੰਦੇ ਸਨ, ਬਲਕਿ ਉੱਚੇ ਮੰਜੇ ਜਾਂ ਆਪਣੇ ਸਿਰਹਾਣੇ ਵਾਲੇ ਪਾਸੇ ਬਿਠਾ ਲੈਂਦੇ ਸਨ ਅਤੇ ਕਹਿੰਦੇ ਸਨ ਕਿ ਗੁਰਬਾਣੀ ਦੀ ਇੱਕ ਇੱਕ ਪੰਕਤੀ ਗੁਰੂ ਰੂਪ ਹੈ। ਇੱਕ ਦਿਨ ਜਥੇ ਦੇ ਇੱਕ ਸਿੰਘ ਭਾਈ ਦਲਬੀਰ ਸਿੰਘ ਜੀ ਨੇ ਆ ਕੇ ਆਖਿਆ, ਮੈਂ ਗ੍ਰੰਥ ਸਾਹਿਬ ਦਾ ਸੁਖਾਸਨ ਕਰ ਆਇਆ ਹਾਂ। ਸੰਤਾਂ ਉਸ ਨੂੰ ਬਹੁਤ ਝਿੜਕਿਆ ਤੇ ਕਿਹਾ, ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਨਹੀਂ ਆਖਿਆ ਅਤੇ 101 ਜਪਜੀ ਸਾਹਿਬ ਦੇ ਪਾਠ ਉਸ ਨੂੰ ਤਨਖਾਹ ਵਜੋਂ ਲਾਏ ਤੇ ਅੱਗੇ ਵਾਸਤੇ ਪੂਰੇ ਸਤਿਕਾਰ ਵਾਲੇ ਸ਼ਬਦ ਵਰਤਣ ਲਈ ਆਖਿਆ। ਮੁਕਤਸਰ ਸਾਹਿਬ ਪ੍ਰੋਗਰਾਮ ਸਮੇਂ ਜਦੋਂ ਜਥੇ ਸਮੇਤ ਸੰਤਾਂ ਨੇ ਉੱਥੇ ਪੁੱਜਣਾ ਹੁੰਦਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਹਿਰ ਤੋਂ ਬਾਹਰ ਸਵਾਗਤ ਵਾਸਤੇ ਪੁੱਜਦੇ ਤੇ ਸਵਾਗਤੀ ਗੇਟ ਬਣਾਉਂਦੇ ਸਨ।
ਨਵੰਬਰ 1976 ਈਸਵੀ ਵਿੱਚ ਜਦ ਜਥਾ ਮੁਕਤਸਰ ਸਾਹਿਬ ਪੁੱਜਾ ਤਾਂ 5-6 ਹਜ਼ਾਰ ਦੀ ਗਿਣਤੀ ਵਿੱਚ ਸੰਗਤ ਅੱਗੋਂ ਸਵਾਗਤ ਕਰਨ ਲਈ ਆਈ ਅਤੇ ਆਪ ਜੀ ਨੂੰ ਜਲੂਸ ਦੀ ਸ਼ਕਲ ਵਿੱਚ ਦਰਬਾਰ ਸਾਹਿਬ ਲੈ ਜਾਇਆ ਗਿਆ। ਰਸਤੇ ਵਿੱਚ ਸੰਤਾਂ ਨੇ ਆਪਣੇ ਗਲ ਵਿੱਚ ਫੁੱਲਾਂ ਦੇ ਹਾਰ ਲਾਹ ਕੇ ਕਈਆਂ ਸਿੰਘਾਂ ਦੇ ਗਲ ਵਿੱਚ ਪਾ ਦਿੱਤੇ ਕਿ ਕੋਈ ਮੈਨੂੰ ਸਿੰਘਾਂ ਨਾਲੋਂ ਵੱਡਾ ਨਾ ਸਮਝੇ। ਦਰਬਾਰ ਸਾਹਿਬ ਜਾ ਕੇ ਸੰਗਤ ਵਿੱਚ ਇਹ ਬਚਨ ਕਹੇ, ਖਾਲਸਾ ਜੀ, ਇਹ ਸਤਿਕਾਰ ਇੱਕ ਵਿਅਕਤੀ ਦਾ ਨਹੀਂ ਬਲਕਿ ਗੁਰੂ ਕੇ ਖਾਲਸੇ ਅਤੇ ਪੰਜਾਂ ਕਕਾਰਾਂ ਦੀ ਰਹਿਤ ਦਾ ਹੈ। ਇੱਕ ਸਮੇਂ ਲੁਧਿਆਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਚੈਰੀਟੇਬਲ ਹਸਪੀਟਲ ਦੀ ਨੀਂਹ ਰੱਖਣ ਵਾਸਤੇ ਸੰਤਾਂ ਨੂੰ ਬੁਲਾਇਆ ਗਿਆ। ਜਦ ਉੱਥੇ ਬੱਸ ਰਾਹੀਂ ਪੁੱਜੇ ਤਾਂ 15-20 ਪ੍ਰਬੰਧਕ ਸੱਜਣ ਦੀਵਾਨ ਵਿੱਚੋਂ ਉੱਠ ਕੇ ਸਿਹਰੇ ਲੈ ਕੇ ਸਵਾਗਤ ਕਰਨ ਆਏ ਤਾਂ ਸੰਤ ਜੀ ਵਾਪਸ ਮੁੜ ਪਏ। ਜਦ ਮਗਰ ਜਾ ਕੇ ਪ੍ਰਬੰਧਕ ਸੱਜਣਾ ਨੇ ਕਾਰਨ ਪੁੱਛਿਆ ਤਾਂ ਸੰਤਾਂ ਨੇ ਉੱਤਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚੋਂ ਉੱਠ ਕੇ ਕਿਸੇ ਇੱਕ ਵਿਅਕਤੀ ਦਾ ਸਤਿਕਾਰ ਕਰਨਾ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਵਿੱਚ ਬਹੁਤ ਵੱਡਾ ਫਰਕ ਪਾਉਣ ਵਾਲੀ ਗੱਲ ਹੈ। ਤਾਂ ਸਾਰੇ ਸੱਜਣਾ ਨੂੰ ਦੀਵਾਨ ਵਿੱਚ ਭੇਜਿਆ ਤੇ ਆਪ ਇਕੱਲੇ ਹੀ ਬਾਅਦ ਵਿੱਚ ਮੱਥਾ ਟੇਕਣ ਗਏ। ਦੀਵਾਨ ਵਿੱਚ ਵੀ ਸਾਰੀ ਸੰਗਤ ਨੂੰ ਦੱਸਿਆ ਕਿ ਅੱਗੇ ਵਾਸਤੇ ਭਾਵੇਂ ਕਿੱਡਾ ਵੀ ਵੱਡਾ ਕੋਈ ਮਹਾਤਮਾ ਜਾਂ ਲੀਡਰ ਕਿਉਂ ਨਾ ਆਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਉੱਠ ਕੇ ਉਸ ਦਾ ਸਤਿਕਾਰ ਨਹੀਂ ਕਰਨਾ, ਕਿਉਂਕਿ ਇਹ ਗੱਲ ਗੁਰਮਤਿ ਦੇ ਉਲਟ ਹੈ। ਝਗੜਿਆਂ ਦੇ ਫੈਸਲੇ ਕਈ ਥਾਵਾਂ ਤੇ ਬਹੁਤ ਉਲਝੇ ਹੋਏ ਮਸਲੇ ਹੁੰਦੇ ਸਨ ਜੋ ਕਿ ਸੰਤਾਂ ਨੂੰ ਜਾ ਕੇ ਨਿਪਟਾਉਣੇ ਪੈਂਦੇ ਸਨ। ਕਈ ਹੋਰਨਾਂ ਤੋਂ ਇਲਾਵਾ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਗੁਰਦੁਆਰੇ ਦਾ ਮਸਲਾ ਬਹੁਤ ਉਲਝ ਗਿਆ। ਪੁਰਾਣੀ ਕਮੇਟੀ ਤੇ ਵਰਤਮਾਨ ਕਮੇਟੀ ਵਿੱਚ ਝਗੜਾ ਹੋ ਗਿਆ। ਦੋਹਾਂ ਕਮੇਟੀਆਂ ਵੱਲੋਂ ਹਾਈ ਕੋਰਟ ਵਿੱਚ ਕਈ ਕੇਸ ਚੱਲ ਰਹੇ ਸਨ। 60,000 ਰੁਪਇਆ ਇੱਕ ਪਾਰਟੀ ਦਾ ਅਤੇ ਤਕਰੀਬਨ 80,000 ਰੁਪਇਆ ਤਖਤ ਸਾਹਿਬ ਦਾ ਖਰਚ ਹੋਇਆ। ਇੱਕ ਮੈਂਬਰ ਨੇ ਲਿਖ ਕੇ ਦਿੱਤਾ ਕਿ ਸਰਕਾਰ ਤਖਤ ਸਾਹਿਬ ਆਪਣੇ ਕਬਜ਼ੇ ਵਿੱਚ ਲੈ ਲਵੇ। ਸਰਕਾਰ ਦੀ ਕਾਰਵਾਈ ਤੋਂ ਕੁਝ ਹੀ ਸਮਾਂ ਪਹਿਲਾਂ ਕੁਝ ਦੂਜੇ ਮੈਂਬਰਾਂ ਨੂੰ ਪਤਾ ਲੱਗ ਗਿਆ, ਜਿਸ ਤੇ ਸਾਰੀ ਸੰਗਤ ਅਤੇ ਮੈਂਬਰ ਸੰਤਾਂ ਪਾਸ ਆਏ। ਪਹਿਲਾਂ ਵੀ ਇਹ ਫੈਸਲਾ ਕਈ ਹੋਰਨਾਂ ਵਿਅਕਤੀਆਂ ਵੱਲੋਂ ਕਰਵਾਇਆ ਗਿਆ ਸੀ, ਪਰ ਕੋਈ ਕਾਮਯਾਬੀ ਨਾ ਹੋਈ। ਸੰਤਾਂ ਨੇ ਸੰਗਤਾਂ ਦਾ ਹੁਕਮ ਮੰਨ ਕੇ ਸੰਤ ਨਿਸ਼ਚਲ ਸਿੰਘ ਜੀ ਯਮੁਨਾ ਨਗਰ ਵਾਲੇ ਅਤੇ ਸੰਤ ਕਰਤਾਰ ਸਿੰਘ ਜੀ ਸੁਲਤਾਨਪੁਰ ਸਾਹਿਬ ਵਾਲਿਆਂ ਨੂੰ ਨਾਲ ਲੈ ਕੇ ਸਾਰੇ ਮੈਂਬਰਾਂ ਨੂੰ ਸੱਦ ਕੇ 2 ਦਿਨ ਸਾਰੀ ਰਾਤ 16-16 ਘੰਟੇ ਦੀਆਂ ਮੀਟਿੰਗਾਂ ਕਰਕੇ ਫੈਸਲਾ ਕਰਵਾਇਆ, ਜਿਸ ਨੂੰ ਸਾਰੀ ਸੰਗਤ ਅਤੇ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਅਤੇ ਕੁਝ ਨਵੇਂ ਨਿਯਮ ਬਣਾਏ। ਸਾਰੇ ਮੁਕੱਦਮੇ ਹਾਈ ਕੋਰਟ ਵਿੱਚੋਂ ਵਾਪਸ ਕਰਵਾਏ। ਉਹ ਫੈਸਲਾ ਇੱਕ ਗੁਰਮਤੇ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਨੂੰ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਵੀ ਆਖ ਸਕਦੇ ਹਾਂ। ਇਸ ਗੁਰਮਤੇ ਦੀਆਂ ਕਾਪੀਆਂ ਵੱਖ-ਵੱਖ ਗੁਰਦੁਆਰਿਆਂ ਵਿੱਚ ਪਹੁੰਚਾਈਆਂ ਗਈਆਂ ਸਨ। ਉਸ ਕਮੇਟੀ ਦੇ ਮੈਂਬਰ ਬਦਲਣ ਤੋਂ ਇਲਾਵਾ ਕੁਝ ਨਵੇਂ ਨਿਯਮ, ਜਿਵੇਂ ਕਿ ਕਮੇਟੀ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਹੋਣ, 5 ਪਿਆਰੇ ਤਖਤ ਸਾਹਿਬ ਹਰ ਸਮੇਂ ਹਾਜ਼ਰ ਰਹਿਣ, ਇੱਕ ਗ੍ਰੰਥੀ ਸਿੰਘ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ, ਤਖਤ ਨਾਲ ਸੰਬੰਧਿਤ ਗੁਰੂ ਗੋਬਿੰਦ ਸਿੰਘ ਕਾਲਜ, ਅਕੈਡਮੀ ਅਤੇ ਸਕੂਲ ਦੇ ਸੇਵਾਦਾਰਾਂ ਤੋਂ ਲੈ ਕੇ ਪ੍ਰਿੰਸੀਪਲ ਤੱਕ ਸਭ ਅੰਮ੍ਰਿਤਧਾਰੀ ਹੋਣ, ਨਹੀਂ ਤਾਂ ਸਰਵਿਸ ਛੱਡਣ ਆਦਿ। ਇਸ ਤਰ੍ਹਾਂ ਸਾਰੇ ਸਟਾਫ ਨੇ ਅੰਮ੍ਰਿਤਪਾਨ ਕੀਤਾ। ਹੋਰ ਵੀ ਕਈ ਨਿਯਮ ਬਣਾਏ ਜੋ ਗੁਰਮਤੇ ਵਿੱਚ ਦਰਜ ਹਨ ਅਤੇ ਜਿਨ੍ਹਾਂ ਤੇ ਹੁਣ ਪੂਰਾ ਅਮਲ ਹੋ ਰਿਹਾ ਹੈ। ਇਹ ਨਾ ਕਰਾਉਂਦੇ ਤਾਂ ਕੁਝ ਹੀ ਦਿਨਾਂ ਵਿੱਚ ਤਖਤ ਸਾਹਿਬ ਸਰਕਾਰ ਦੇ ਕਬਜ਼ੇ ਵਿੱਚ ਹੋ ਜਾਣਾ ਸੀ। ਇਹ ਫੈਸਲਾ 29 ਦਸੰਬਰ 1976 ਈਸਵੀ ਨੂੰ ਕਰਵਾਇਆ ਗਿਆ, ਜਿਸ ਤੇ ਪਟਨਾ ਸਾਹਿਬ ਦੀਆਂ ਸੰਗਤਾਂ ਬਹੁਤ ਪ੍ਰਸੰਨ ਹੋਈਆਂ। ਉਥੋਂ ਦੀ ਸੰਗਤ ਦਾ ਜਥੇ ਨਾਲ ਬਹੁਤ ਪਿਆਰ ਹੈ। ਕਈ ਦਿਨ ਉਹ ਜਥੇ ਨੂੰ ਵਾਪਸ ਨਹੀਂ ਆਉਣ ਦਿੰਦੇ। ਪ੍ਰਸ਼ਨ ਉੱਤਰ। ਪ੍ਰਸ਼ਨ ਹੈ, ਕਲਕੱਤੇ ਵਿਖੇ ਇੱਕ ਸਿੰਘ ਨੇ ਪ੍ਰਸ਼ਨ ਕੀਤਾ, ਗੁਰੂ ਮਹਾਰਾਜ ਜੀ, ਮੈਂ ਪਾਠ ਪੂਠ ਬਹੁਤ ਕਰਦਾ ਹਾਂ ਪਰ ਸੁਰਤ ਨਹੀਂ ਲੱਗਦੀ। ਉੱਤਰ। ਸੰਤਾਂ ਕਿਹਾ, ਭਾਈ ਸਿੰਘਾ,
ਅੱਗੇ ਤੋਂ ਸਾਨੂੰ ਜਾਂ ਹੋਰ ਕਿਸੇ ਨੂੰ ਗੁਰੂ ਮਹਾਰਾਜ ਨਹੀਂ ਕਹਿਣਾ। ਗੁਰੂ ਮਹਾਰਾਜ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ। ਹੋਰ ਕੋਈ ਦੇਹਧਾਰੀ ਜਾਂ ਅਸੀਂ ਗੁਰੂ ਮਹਾਰਾਜ ਨਹੀਂ ਹਾਂ। ਨਾਲੇ ਬੜੀ ਤਾੜਨਾ ਕੀਤੀ। ਦੂਜਾ, ਪਾਠ ਸ਼ਬਦ ਦੇ ਨਾਲ ਪੂਠ ਭਾਵ ਪਾਠ ਪੂਠ ਨਹੀਂ ਬੋਲੀਦਾ। ਇਹ ਸਤਿਗੁਰੂ ਸਰੂਪ ਗੁਰਬਾਣੀ ਦਾ ਘੋਰ ਨਿਰਾਦਰ ਹੈ। ਜੇਕਰ ਤੂੰ ਸਤਿਕਾਰ ਸਹਿਤ ਇੱਕ ਮਨ ਹੋ ਕੇ ਪਾਠ ਕਰੇਗਾ ਤਾਂ ਸੁਰਤ ਜ਼ਰੂਰ ਲੱਗੇਗੀ। ਕਈ ਕਥਾ ਕਰਦੇ ਹੇ ਨਾਨਕ ਸ਼ਬਦ ਬਹੁਤ ਵਰਤਦੇ ਹਨ, ਪਰ ਇਹ ਗੁਰਬਾਣੀ ਤੇ ਗੁਰੂ ਦੇ ਨਾਮ ਦੀ ਨਿਰਾਦਰੀ ਹੈ। ਪ੍ਰਸ਼ਨ, ਇੱਕ ਹੋਰ ਸਿੰਘ ਦਾ ਪ੍ਰਸ਼ਨ ਸੀ ਕਿ ਸੰਤ ਜੀ, ਸਤਿਗੁਰਾਂ ਦੀ ਫੋਟੋ ਦਾ ਧਿਆਨ ਧਰ ਕੇ ਸਿਮਰਨ ਕਰਨਾ ਚਾਹੀਦਾ ਹੈ ਜਾਂ ਨਹੀਂ? ਇਸ ਬਾਰੇ ਪੰਥ ਵਿੱਚ ਕਾਫੀ ਵਾਦ ਵਿਵਾਦ ਹੈ। ਕੋਈ ਜ਼ੋਰ ਦੇ ਕੇ ਇਸ ਦਾ ਖੰਡਨ ਕਰਦਾ ਹੈ, ਕੋਈ ਪ੍ਰਮਾਣ ਦੇ ਕੇ ਇਸ ਦਾ ਮੰਡਨ ਕਰਦਾ ਹੈ। ਉੱਤਰ, ਪਰ ਸੰਤਾਂ ਨੇ ਇੱਕ ਅਤੀ ਸੁੰਦਰ ਉੱਤਰ ਦਿੱਤਾ ਕਿ ਖਾਲਸਾ ਨਿਰਾਕਾਰ ਦਾ ਪੁਜਾਰੀ ਹੈ। ਪਰ ਜਿਵੇਂ ਕਿਸੇ ਕਮਜ਼ੋਰ ਬੱਚੇ ਨੂੰ ਜਿਹੜਾ ਆਪਣੇ ਆਪ ਤੁਰਨ ਦੀ ਜਾਚ ਨਾ ਸਿੱਖ ਸਕਦਾ ਹੋਵੇ, ਉਸ ਦੇ ਹੱਥ ਇੱਕ ਲੱਕੜ ਦਾ ਗਡੀਰਾ ਫੜਾ ਦੇਈਦਾ ਹੈ ਤਾਂ ਉਸ ਨਾਲ ਉਹ ਛੇਤੀ ਤੁਰਨ ਲੱਗ ਪੈਂਦਾ ਹੈ। ਪਰ ਜਦੋਂ ਸਿੱਖ ਜਾਂਦਾ ਹੈ ਤਾਂ ਆਪਣੇ ਆਪ ਉਹ ਗਡੀਰਾ ਛੱਡ ਦਿੰਦਾ ਹੈ। ਸੋ ਤਸਵੀਰ ਦਾ ਧਿਆਨ ਗਡੀਰੇ ਵਾਂਗ ਹੀ ਹੈ, ਇਸ ਤੋਂ ਜ਼ਿਆਦਾ ਨਹੀਂ। ਪ੍ਰਸ਼ਨ, ਦੀਵਾਨ ਵਿੱਚ ਕਥਾ ਕਰਦਿਆਂ ਕਈ ਵਾਰ ਸੰਗਤਾਂ ਵਿੱਚੋਂ ਲਿਖਤੀ ਜਾਂ ਜ਼ੁਬਾਨੀ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਸਨ ਅਤੇ ਉਹਨਾਂ ਦਾ ਪੂਰੇ ਵਿਸਥਾਰ ਸਹਿਤ ਦੀਵਾਨ ਵਿੱਚ ਹੀ ਉੱਤਰ ਦਿੱਤਾ ਜਾਂਦਾ ਸੀ। ਜਿਵੇਂ ਗੜ੍ਹਦੀਵਾਲ ਹੁਸ਼ਿਆਰਪੁਰ ਦੇ ਇੱਕ ਪ੍ਰੋਫੈਸਰ ਵੱਲੋਂ ਪੁੱਛਿਆ ਗਿਆ ਕਿ 5 ਕਕਾਰ ਰੱਖਣ ਦਾ ਕੀ ਫਾਇਦਾ? ਉੱਤਰ, ਗੁਰਮਤਿ ਰਹਿਤ ਮਰਜ਼ਾਦਾ ਵਿੱਚ ਅੰਮ੍ਰਿਤ ਸੰਸਕਾਰ ਦੇ ਸਿਰਲੇਖ ਹੇਠ ਪੂਰੇ ਵਿਸਥਾਰ ਉੱਤਰ ਦਿੱਤਾ ਹੋਇਆ ਹੈ। ਪ੍ਰਸ਼ਨ, ਇੱਕ ਵਕੀਲ ਨੇ ਸਵਾਲ ਕੀਤਾ, ਤੁਸੀਂ ਬੱਸਾਂ ਕਿਉਂ ਰੱਖੀਆਂ ਹਨ? ਐਨੇ ਸਿੰਘ ਨਾਲ ਕਿਉਂ ਰੱਖਦੇ ਹੋ? ਕੀ ਤੁਸੀਂ 5-6 ਸਿੰਘ ਨਾਲ ਰੱਖ ਕੇ ਪ੍ਰਚਾਰ ਨਹੀਂ ਕਰ ਸਕਦੇ? ਨਾਲੇ ਇੱਕ ਗਰੀਬ ਆਦਮੀ ਵਾਸਤੇ ਸਾਰੇ ਜਥੇ ਨੂੰ ਲੰਗਰ ਛਕਾਉਣਾ ਬਹੁਤ ਮੁਸ਼ਕਿਲ ਹੈ ਅਤੇ ਇਹ ਗੈਸਟ ਰੂਲ ਦੇ ਵੀ ਉਲਟ ਹੈ। ਉੱਤਰ, ਸੰਤਾਂ ਨੇ ਬੱਸਾਂ ਬਾਰੇ ਉੱਤਰ ਦਿੱਤਾ, ਅਸੀਂ ਪਹਿਲਾਂ ਪੈਦਲ ਚੱਲ ਕੇ ਗੱਡਿਆਂ, ਟਰੈਕਟਰਾਂ, ਟਰਾਲੀਆਂ ਤੇ ਜਾ ਕੇ ਪ੍ਰਚਾਰ ਕਰਦੇ ਸੀ, ਪਰੰਤੂ ਬੱਸਾਂ ਸੰਗਤਾਂ ਨੇ ਮਜਬੂਰ ਕਰਕੇ ਦਿੱਤੀਆਂ ਹਨ ਅਤੇ ਬੱਸਾਂ ਤੇ ਜੀਪਾਂ ਦੇ ਆਉਣ ਨਾਲ ਪ੍ਰਚਾਰ ਵੀ 10 ਗੁਣਾ ਵੱਧ ਗਿਆ ਹੈ। ਕਿੱਥੇ ਪੈਦਲ ਚੱਲ ਕੇ ਇੱਕ ਦਿਨ ਵਿੱਚ ਇੱਕ ਕਥਾ ਕਰਨੀ ਅਤੇ ਕਿੱਥੇ ਦਿਨ ਵਿੱਚ 10 ਥਾਵਾਂ ਤੇ ਪ੍ਰਚਾਰ ਕਰਨਾ। ਗੱਡੀਆਂ ਨੇ ਪ੍ਰਚਾਰ ਦੇ ਵਾਧੇ ਵਿੱਚ ਬਹੁਤ ਹਿੱਸਾ ਪਾਇਆ ਹੈ। ਜ਼ਿਆਦਾ ਪ੍ਰੋਗਰਾਮ ਹੋਣ ਕਾਰਨ ਕਈ ਵਾਰ ਸਿੰਘ ਇਹ ਵੀ ਸਲਾਹ ਦਿੰਦੇ ਹਨ ਕਿ ਆਪਾਂ ਇੱਕ ਹੈਲੀਕਾਪਟਰ ਲੈ ਲਈਏ ਤਾਂ ਕਿ ਸਾਰੇ ਪ੍ਰੋਗਰਾਮਾਂ ਤੇ ਪੁੱਜ ਸਕੀਏ। ਜ਼ਿਆਦਾ ਸਿੰਘ ਰੱਖਣ ਬਾਰੇ ਦੱਸਿਆ, ਠੀਕ ਹੈ ਕਿ 5-7 ਸਿੰਘ ਰੱਖ ਕੇ ਵੀ ਪ੍ਰਚਾਰ ਕਰ ਸਕਦਾ ਹਾਂ, ਪਰ ਇਹ ਦਮਦਮੀ ਟਕਸਾਲ 10ਵੇਂ ਪਾਤਸ਼ਾਹ ਜੀ ਨੇ ਆਪ ਚਲਾਈ ਸੀ, ਕਿਉਂਕਿ ਆਉਣ ਵਾਲੇ ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਜਾਣ। ਸਾਰੇ ਸਿੰਘ ਪੋਥੀਆਂ ਪ੍ਰਕਾਸ਼ ਕਰਦੇ ਹਨ ਤੇ ਅਰਥ ਸਿੱਖਦੇ ਹਨ, ਵਿਹਲੇ ਨਹੀਂ ਰਹਿੰਦੇ, ਸਵੇਰ ਤੋਂ ਲੈ ਕੇ ਰਾਤ ਤੱਕ ਗੁਰਬਾਣੀ ਪੜ੍ਹਦੇ ਹਨ। ਜ਼ਿਆਦਾ ਸਿੰਘ ਹੋਣ ਕਾਰਨ ਇੱਕ ਦਿਨ ਵਿੱਚ ਇੱਕ ਪੜਾਅ ਤੋਂ ਕਈ ਥਾਵਾਂ ਤੇ ਕਥਾ ਕਰਨ ਵਾਸਤੇ ਗਿਆਨੀ, ਰਾਗੀ ਅਤੇ 5 ਪਿਆਰੇ ਭੇਜੇ ਜਾਂਦੇ ਹਨ। ਟਕਸਾਲ ਦਾ ਮੁੱਖ ਕੰਮ ਗਿਆਨੀ ਕਥਾਵਾਚਕ ਬਣਾ ਕੇ ਗੁਰਬਾਣੀ ਦਾ ਪ੍ਰਚਾਰ ਹੈ। ਬਾਕੀ ਰਹੀ ਪ੍ਰਸ਼ਾਦੇ ਦੀ ਗੱਲ, ਮੰਗਿਆ ਕਦੀ ਕਿਸੇ ਪਾਸੋਂ ਕੁਝ ਨਹੀਂ, ਨਾ ਕਦੇ ਕਿਸੇ ਨੂੰ ਲੰਗਰ ਕਰਨ ਵਾਸਤੇ ਮਜਬੂਰ ਕੀਤਾ ਹੈ। ਸੰਗਤਾਂ ਖੁਸ਼ੀ ਨਾਲ ਲੰਗਰ ਕਰਦੀਆਂ ਹਨ। ਜੇ ਕੋਈ ਸਾਰੇ ਜਥੇ ਨੂੰ ਲੰਗਰ ਨਹੀਂ ਛਕਾ ਸਕਦਾ, ਉਸ ਦੇ ਘਰ 5 ਜਾਂ ਘੱਟ ਸਿੰਘ ਲੰਗਰ ਛਕਣ ਵਾਸਤੇ ਚਲੇ ਜਾਂਦੇ ਹਨ। ਲੰਗਰ ਹਰ ਥਾਂ ਸਾਦਾ ਛਕ ਕੇ ਖੁਸ਼ ਰਹਿੰਦੇ ਹਾਂ। ਬਾਕੀ ਗੁਰੂ ਕੇ ਲੰਗਰ ਵਿੱਚ ਗੈਸਟ ਰੂਲ ਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ, ਕਿਉਂਕਿ ਹਜ਼ਾਰਾਂ ਸੰਗਤਾਂ ਨੇ ਇੱਕ ਥਾਂ ਤੇ ਪ੍ਰਸ਼ਾਦਾ ਛਕਣਾ ਹੁੰਦਾ ਹੈ। ਪ੍ਰਸ਼ਨ, ਮਹਾਂਪੁਰਖੋ, ਸ੍ਰੀ ਅਖੰਡ ਪਾਠ ਦੇ ਆਰੰਭ ਵਿੱਚ ਕਈ ਥਾਵਾਂ ਤੇ ਵੇਖਿਆ ਗਿਆ ਹੈ ਕਿ ਪਾਠੀ ਪੁੱਛਦਾ ਹੈ, ਸਾਧ ਸੰਗਤ ਜੀ, ਆਗਿਆ ਹੈ ਕਿ ਇਹ ਗਲਤ ਹੈ ਜਾਂ ਠੀਕ? ਉੱਤਰ, ਪ੍ਰੇਮੀਆਂ, ਜੋ ਪਾਠੀ ਐਸਾ ਕਰਦਾ ਹੈ ਗਲਤ ਹੈ। ਅਰਦਾਸ ਸਮੇਂ ਸੰਗਤ ਹਾਜ਼ਰ ਹੁੰਦੀ ਹੈ। ਜਦੋਂ ਅਰਦਾਸੀਆ ਸਤਿਗੁਰਾਂ ਪਾਸੋਂ ਅਖੰਡ ਪਾਠ ਆਰੰਭ ਕਰਨ ਦੀ ਯਾਚਨਾ ਕਰਦਾ ਹੈ ਤਾਂ ਅਰਦਾਸ ਤੋਂ ਬਾਅਦ ਸੰਗਤ ਪਾਸੋਂ ਅਲਹਿਦਾ ਪ੍ਰਵਾਨਗੀ ਲੈਣੀ ਤੇ ਸੰਗਤ ਨੇ ਪ੍ਰਵਾਨਗੀ ਦੇਣੀ ਅਰਦਾਸ ਦੀ ਉਲੰਘਣਾ ਹੈ।
ਸੋ ਐਸਾ ਨਹੀਂ ਕਰਨਾ ਚਾਹੀਦਾ। ਪ੍ਰਸ਼ਨ, ਕਈਆਂ ਥਾਵਾਂ ਤੇ ਦੇਖਣ ਵਿੱਚ ਆਇਆ ਹੈ ਕਿ ਇੱਕੋ ਬੀੜ ਦੀ ਤਾਬਿਆ 2 ਪਾਠੀ ਬੈਠ ਕੇ 2 ਸਹਿਜ ਪਾਠਾਂ ਦਾ ਭੋਗ ਅਤੇ 3 ਪਾਠੀ ਬੈਠ ਕੇ 3 ਪਾਠਾਂ ਦਾ ਭੋਗ ਇਕੱਠਾ ਹੀ ਪਾ ਲੈਂਦੇ ਹਨ। ਕੀ ਇਹ ਜਾਇਜ਼ ਹੈ ਜਾਂ ਗਲਤ? ਉੱਤਰ, ਜੋ ਐਸਾ ਕਰਦੇ ਹਨ ਬਹੁਤ ਗਲਤੀ ਕਰਦੇ ਹਨ। ਇੱਕ ਸਮੇਂ ਇੱਕ ਬੀੜ ਦੀ ਤਾਬਿਆ 2 ਪਾਠੀ ਬੈਠੇ ਹੋਣ ਜਾਂ 3, ਪਰ ਭੋਗ ਇੱਕ ਹੀ ਪਾਠ ਦਾ ਪਵੇਗਾ। ਜਿਨੇ ਸਹਿਜ ਪਾਠਾਂ ਦਾ ਭੋਗ ਪਾਉਣਾ ਹੋਵੇ ਉਤਨੀ ਵਾਰ ਸ਼ਲੋਕਾਂ ਦਾ ਪਾਠ ਕਰਨਾ ਚਾਹੀਦਾ ਹੈ, ਭਾਵੇਂ ਇੱਕ ਬੀੜ ਹੋਵੇ ਜਾਂ ਜਿੰਨੇ ਪਾਠਾਂ ਦਾ ਵਾਰੋ ਵਾਰੀ ਭੋਗ ਪਾਉਣਾ ਹੋਵੇ ਓਨੀਆਂ ਬੀੜਾਂ ਪ੍ਰਕਾਸ਼ ਹੋਣ। ਪ੍ਰਸ਼ਨ, ਸੰਤ ਜੀ ਕਈ ਥਾਵਾਂ ਤੇ ਪ੍ਰੇਮੀ ਝਗੜਾ ਕਰਨ ਲੱਗ ਪੈਂਦੇ ਹਨ ਕਿ ਨਿਸ਼ਾਨ ਸਾਹਿਬ ਦਾ ਚੋਲਾ ਸਿਰਫ ਵਿਸਾਖੀ ਦੇ ਪੁਰਬ ਤੇ ਹੀ ਬਦਲਿਆ ਜਾ ਸਕਦਾ ਹੈ, ਅੱਗੋਂ ਪਿੱਛੋਂ ਨਹੀਂ। ਕੀ ਇਹ ਠੀਕ ਹੈ? ਉੱਤਰ, ਇਹ ਕਿਤੇ ਨਹੀਂ ਲਿਖਿਆ ਕਿ ਵਿਸਾਖੀ ਦੇ ਅੱਗੇ ਪਿੱਛੋਂ ਚੋਲਾ ਨਹੀਂ ਬਦਲਣਾ। ਇਤਿਹਾਸਕ ਅਸਥਾਨਾਂ ਤੇ ਜਦੋਂ ਸਾਲਾਨਾ ਜੋੜ ਮੇਲੇ ਹੁੰਦੇ ਹਨ ਉਦੋਂ ਹੀ ਨਿਸ਼ਾਨ ਸਾਹਿਬਾਂ ਤੇ ਨਵਾਂ ਚੋਲਾ ਪਾਇਆ ਜਾਂਦਾ ਹੈ। ਸ੍ਰੀ ਹਰਿਮੰਦਰ ਸਾਹਿਬ ਜੀ 2 ਵੱਡੇ ਨਿਸ਼ਾਨ ਸਾਹਿਬਾਂ ਦੇ ਚੋਲੇ ਗੁਰਪੁਰਬਾਂ ਤੇ ਸ਼ਰਧਾਲੂ ਕਈ ਲੈ ਕੇ ਆਉਂਦੇ ਹਨ। ਸ਼ਰਧਾ ਮੁਤਾਬਿਕ ਚੋਲਾ ਚੜਾ ਕੇ ਥੋੜੇ ਚਿਰ ਬਾਅਦ ਦੂਜਾ ਚੜਾ ਦਿੱਤਾ ਜਾਂਦਾ ਹੈ। ਪ੍ਰਸ਼ਨ, ਵਿਦਿਆਰਥੀਆਂ ਨੇ ਸੰਤਾਂ ਪਾਸੋਂ ਪੁੱਛਿਆ ਕਿ ਜੋ ਮਹਾਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਦੇ ਲਿਖੇ ਜੀਵਨ ਵਿੱਚ ਲਿਖਿਆ ਹੈ ਕਿ ਭਿੰਡਰੀ ਵੱਡੇ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਸੱਦੇ ਤੇ ਅਖੰਡ ਪਾਠਾਂ ਤੇ ਗਏ, ਉਥੇ ਕੁਝ ਕਾਰਨਾਂ ਕਰਕੇ ਬੇਰਸੀ ਨਾਲ ਵਾਪਸ ਆ ਗਏ ਅਤੇ ਮਹਾਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਵਿੱਚ ਲਿਖਿਆ ਹੈ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨਾਲ ਹਜੂਰ ਸਾਹਿਬ ਚਰਚਾ ਹੋਈ, ਸੰਤ ਬਾਬਾ ਈਸ਼ਰ ਸਿੰਘ ਜੀ ਜਿੱਤ ਗਏ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਹਾਰ ਗਏ। ਕੀ ਇਹ ਸੱਚ ਹੈ ਜਾਂ ਝੂਠ? ਉੱਤਰ, ਭਿੰਡਰੀ 127 ਸ੍ਰੀ ਅਖੰਡ ਪਾਠਾਂ ਦੇ ਸਮਾਪਤੀ ਸਮਾਗਮ ਵਿੱਚ ਜਿੱਥੇ ਸਾਰੀਆਂ ਸੰਪਰਦਾਵਾਂ ਅਤੇ ਡੇਰਿਆਂ ਦੇ ਸਾਧੂ ਪੁੱਜ ਰਹੇ ਸਨ, ਉਥੇ ਸੰਤ ਗਿਆਨੀ ਸੁੰਦਰ ਸਿੰਘ ਜੀ ਹੋਰਾਂ ਜਥੇਦਾਰ ਗੁਰਦਿਆਲ ਸਿੰਘ ਜੀ ਹੋਰਾਂ ਨੂੰ ਨਿਮਰਤਾ ਨਾਲ ਬੇਨਤੀ ਰੂਪ ਚਿੱਠੀ ਦੇ ਕੇ ਸੰਤ ਬਾਬਾ ਆਨੰਦ ਸਿੰਘ ਕਲੇਰਾਂ ਵਾਲਿਆਂ ਨੂੰ ਦਰਸ਼ਨ ਦੇਣ ਵਾਸਤੇ ਬੇਨਤੀ ਕੀਤੀ। ਬਾਬਾ ਆਨੰਦ ਸਿੰਘ ਜੀ ਵੀ ਬਹੁਤ ਖੁਸ਼ ਹੋ ਕੇ ਸਮਾਗਮ ਤੇ ਪੁੱਜੇ। ਦੋਹਾਂ ਮਹਾਪੁਰਖਾਂ ਦਾ ਪਰਸਪਰ ਪਿਆਰ ਵੇਖਣ ਵਾਲਾ ਸੀ। ਖੁਸ਼ੀ ਸਮਾਗਮ ਸਮਾਪਤ ਹੋਇਆ। ਸੰਤ ਸੁੰਦਰ ਸਿੰਘ ਜੀ ਹੋਰਾਂ ਨੇ ਸੰਤ ਬਾਬਾ ਆਨੰਦ ਸਿੰਘ ਜੀ ਹੋਰਾਂ ਨੂੰ ਸਿਰੋਂ ਪਾਉ ਦੇ ਕੇ ਵਿਦਾਇਗੀ ਦਿੱਤੀ। ਅੱਖੀਂ ਡਿੱਠਾ ਹਾਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਜੋ ਸੰਤ ਸੁੰਦਰ ਸਿੰਘ ਜੀ ਦਾ ਜੀਵਨ ਸ੍ਰੀ ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ, ਉਸ ਵਿੱਚ ਇਸ ਸਮਾਗਮ ਬਾਰੇ ਅਧਿਆਇ ਨੰਬਰ 30 ਅੰਗ 280 ਤੇ ਵਿਸਥਾਰ ਪੂਰਵਕ ਲਿਖਿਆ ਹੈ। ਦੂਜਾ ਸਤਿਕਾਰਯੋਗ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਥੇ ਸਮੇਤ ਤਖਤ ਸ੍ਰੀ ਸੱਚਖੰਡ ਹਜੂਰ ਸਾਹਿਬ ਜੀ ਦੀ ਯਾਤਰਾ ਤੇ ਗਏ ਹੋਏ ਸਨ। ਸੰਤ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਮੁਖਵਾਕ ਜੀ ਦੀ ਕਥਾ ਕਰਕੇ ਕੁਝ ਸਿੰਘਾਂ ਨਾਲ ਗੁਰਦੁਆਰਾ ਬੰਦਾ ਘਾਟ ਦਰਸ਼ਨ ਕਰਨ ਗਏ। ਅੱਗੇ ਨਾਨਕਸਰ ਕਲੇਰਾਂ ਦੀ ਸੰਪਰਦਾਇ ਦੇ ਮਹਾਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਦਾ ਉਤਾਰਾ ਸੀ। ਦੂਰੋਂ ਸੰਤਾਂ ਦੇ ਦਰਸ਼ਨ ਕਰਕੇ ਆਪਣੇ ਸੇਵਾਦਾਰ ਭੇਜ ਕੇ ਮਹਾਪੁਰਖਾਂ ਨੂੰ ਬੁਲਾਇਆ। ਦੋਨੋਂ ਮਹਾਪੁਰਖ ਆਪਸ ਵਿੱਚ ਬੜੇ ਪਿਆਰ ਨਾਲ ਮਿਲੇ। ਗੁਰਫਤਿਹ ਸਾਂਝੀ ਕਰਕੇ ਬਾਬਾ ਜੀ ਨੇ ਬਹੁਤ ਪ੍ਰੇਮ ਸਹਿਤ ਸੰਤਾਂ ਨੂੰ ਬੈਠਾਇਆ। ਸੁਖ ਆਨੰਦ ਆਪਸ ਵਿੱਚ ਪੁੱਛੀ ਦੱਸੀ। ਗੁਰਮਤਿ ਦੁਆਰਾ ਬਚਨ ਵਿਲਾਸ ਹੋਏ। ਸੰਤ ਬਾਬਾ ਈਸ਼ਰ ਸਿੰਘ ਜੀ ਬੜੇ ਪਿਆਰ ਨਾਲ ਕਹਿਣ ਲੱਗੇ, ਮਹਾਪੁਰਖੋ ਫੋੜਵਾਂ ਬਾਰੇ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ? ਸੰਤਾਂ ਨੇ ਗੁਰਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦੀ ਤੁਕ ਪੜ੍ਹੀ, ਅੱਲਹ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹ ਮਹਿ ਤਤ ਨ ਹੇਰਾ। ਇਹ ਗੁਰਬਾਣੀ ਦੀ ਤੁਕ ਸੁਣ ਕੇ ਬਾਬਾ ਈਸ਼ਰ ਸਿੰਘ ਜੀ ਚੁੱਪ ਕਰ ਗਏ, ਅੱਗੋਂ ਕੁਝ ਨਾ ਕਿਹਾ। ਸੰਤ ਮਹਾਰਾਜ ਜੀ ਵੀ ਚੁੱਪ ਕਰ ਗਏ। ਦੋਨੋਂ ਹੀ ਮਹਾਪੁਰਖ ਆਪਸ ਵਿੱਚ ਹੋਰ ਵੀ ਗੁਰਮਤਿ ਵਿਚਾਰਾਂ ਆਪਸ ਵਿੱਚ ਗੁਰ ਫਤਿਹ ਬੁਲਾ ਕੇ ਵਿਦਾ ਹੋਏ।
ਫੇਰ ਵੀ ਗੁਰਬਾਣੀ ਦੇ ਮੰਗਲਾਂ ਦੀਆਂ ਮੀਟਿੰਗਾਂ ਵਿੱਚ ਬੜੇ ਪਿਆਰ ਨਾਲ ਮਿਲਦੇ ਰਹੇ ਹਨ। ਜੋ ਆਨੰਦ ਚਮਤਕਾਰ ਅਤੇ ਈਸ਼ਰ ਚਮਤਕਾਰ ਵਿੱਚ ਈਰਖਾ ਦੀਆਂ ਵਿਚਾਰਾਂ ਲਿਖੀਆਂ ਹਨ, ਉਹ ਲੇਖਕ ਗੁਰਮੁਖ ਸਿੰਘ ਜੀ ਦੀਆਂ ਹੋਣ ਤਾਂ ਹੋ ਸਕਦੀਆਂ ਹਨ, ਪਰ ਦੋਨਾਂ ਹੀ ਮਹਾਂਪੁਰਖਾਂ ਦੀਆਂ ਨਹੀਂ ਹੋ ਸਕਦੀਆਂ। ਟਕਸਾਲ ਦੇ ਅਨੇਕਾਂ ਵਿਦਵਾਨ ਵਿਦਿਆਰਥੀ ਲਿਖਾਰੀ ਹਨ, ਜਿਨ੍ਹਾਂ ਨੇ ਪੁਸਤਕਾਂ ਲਿਖੀਆਂ, ਪਰ ਐਸੀਆਂ ਈਰਖਾ ਵਾਲੀਆਂ ਕੋਈ ਘਟਨਾਵਾਂ ਨਹੀਂ ਲਿਖੀਆਂ ਜਿਨ੍ਹਾਂ ਕਰਕੇ ਈਰਖਾ ਵਧੇ। ਜੋ ਲਿਖਿਆ ਹੈ ਲਿਖਾਰੀ ਦੀ ਗਲਤੀ ਹੈ। ਮਹਾਰਾਜ ਜੀ ਸਿੱਖਿਆਦਾਇਕ ਲਿਖਦੇ ਹਨ, ਕਹੋ ਕਬੀਰ ਛੂਛਾ ਘਟ ਬੋਲੇ, ਭਰਿਆ ਹੋਏ ਸੋ ਕਬਹੁ ਨਾ ਡੋਲੇ। ਪ੍ਰਸ਼ਨ। ਇੱਕ ਦਿਨ ਸੰਤਾਂ ਦੇ ਕੰਨ ਸੁੱਜੇ ਵੇਖ ਕੇ ਬੋਪਾ ਰਾਏ ਵਾਲੀ ਮਾਤਾ ਦਲੀਪ ਕੌਰ ਨੇ ਪੁੱਛਿਆ, ਕੀ ਕਾਰਨ ਹੈ? ਉੱਤਰ ਤਾਂ ਸੰਤਾਂ ਨੇ ਉੱਤਰ ਦਿੱਤਾ, ਮੈਂ ਆਪਣੇ ਕੰਨ ਆਪ ਪੁੱਟੇ ਸਨ ਕਿ ਮਤਾ ਸੁੱਤੇ ਪਿਆ, ਅਚੇਤ ਮਨ ਰਾਹੀਂ ਕੋਈ ਗਲਤੀ ਹੋ ਗਈ ਹੋਵੇ। ਕਿੰਨੀ ਡੂੰਘੀ ਸੋਚਣੀ ਹੈ। ਆਪ ਘਰ ਵਾਲਿਆਂ ਨਾਲ ਕਦੇ ਕੋਈ ਉਚੇਚੀ ਸਲਾਹ ਜਾਂ ਮਸ਼ਵਰਾ ਨਹੀਂ ਕਰਦੇ ਸਨ। ਜਥੇ ਵਿੱਚ ਸੰਤਾਂ ਦੇ ਭਤੀਜੇ ਰਹਿੰਦੇ ਸਨ, ਜਿਨ੍ਹਾਂ ਨੂੰ ਸੰਤ ਆਮ ਸਿੰਘਾਂ ਵਾਂਗ ਹੀ ਸਮਝਦੇ ਸਨ। ਸੰਤਾਂ ਦੇ ਸਪੁੱਤਰ ਭਾਈ ਹਰਭਜਨ ਸਿੰਘ ਅਮਰੀਕ ਸਿੰਘ ਦਾ ਵਿਆਹ ਹੋਇਆ। ਇਹਨਾਂ ਦੀ ਮੰਗਣੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਾਈ ਗੁਰਦੇਵ ਸਿੰਘ ਜੀ ਦੀ ਸਪੁੱਤਰੀ ਨਾਲ ਧੀਰੇ ਪੱਤਰੇ ਨਗਰ ਵਿਖੇ ਆਪ ਹੀ ਕਰ ਗਏ ਸਨ। ਵਿਆਹ ਵਿੱਚ ਸਾਰੇ ਅੰਮ੍ਰਿਤਧਾਰੀ ਸਿੰਘ ਹੀ ਬਰਾਤ ਨਾਲ ਗਏ ਸੀ। ਬਹੁਤ ਸਧਾਰਨ ਅਤੇ ਪੂਰਨ ਗੁਰਮਰਜ਼ਾਦਾ ਅਨੁਸਾਰ ਸ਼ਾਦੀ ਹੋਈ ਸੀ। ਅਜੀਬ ਗੱਲ ਇਹ ਸੀ ਕਿ ਆਨੰਦ ਕਾਰਜ ਤੋਂ ਪਹਿਲਾਂ ਵਿਆਹ ਵਾਲੀ ਬੀਬੀ ਨੇ ਸ਼ਬਦ ਪੜ੍ਹਿਆ, ਹਮ ਘਰ ਸਾਜਨ ਆਏ, ਸਾਚਾ ਮੇਲ ਮਿਲਾਏ, ਅਤੇ ਭਾਈ ਹਰਭਜਨ ਸਿੰਘ ਭਾਵ ਭਾਈ ਅਮਰੀਕ ਸਿੰਘ ਜੀ ਨੇ ਆਪ ਉੱਠ ਕੇ ਆਈ ਸੰਗਤ ਦਾ ਥੋੜੇ ਸ਼ਬਦਾਂ 'ਚ ਧੰਨਵਾਦ ਕੀਤਾ ਤੇ ਸੰਗਤ ਪਾਸੋਂ ਅਸੀਸ ਮੰਗੀ। ਸੰਤਾਂ ਨੇ ਆਪ ਲਾਵਾਂ ਪੜ੍ਹੀਆਂ। ਆਉਣ ਵਾਲੇ ਬਾਹਰਲੇ ਸਿੰਘਾਂ ਨੂੰ 1 ਰੁਪਈਆ ਵੀ ਸ਼ਗਨ ਵਜੋਂ ਨਹੀਂ ਦੇਣ ਦਿੱਤਾ ਗਿਆ। ਦਾਜ ਨਾ ਦੇਣ ਵਾਸਤੇ ਸੰਤਾਂ ਨੇ ਭਾਈ ਗੁਰਦੀਪ ਸਿੰਘ ਨੂੰ ਜ਼ੋਰ ਨਾਲ ਪਹਿਲਾਂ ਹੀ ਰੋਕ ਦਿੱਤਾ ਸੀ। ਦੇਸ਼ ਵਿੱਚ ਐਮਰਜੈਂਸੀ ਦੌਰਾਨ ਜਦ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਤਾਂ ਸੰਤਾਂ ਨੇ ਜਥੇ ਦੇ ਸਿੰਘਾਂ ਪਾਸੋਂ 40 ਦਿਨ ਵਾਸਤੇ ਰੋਜ਼ਾਨਾ 1000 ਚੌਪਈ ਸਾਹਿਬ ਦੇ ਪਾਠ ਕਰਵਾਏ ਅਤੇ ਇੱਕ ਸ੍ਰੀ ਅਖੰਡ ਪਾਠ ਕਰਵਾਇਆ ਤਾਂ ਕਿ ਪੰਥ ਦੀ ਚੜ੍ਹਦੀ ਕਲਾ ਹੋਵੇ। ਇਸੇ ਤਰ੍ਹਾਂ ਜਦ ਵਿਧਾਨ ਸਭਾ ਦੀਆਂ ਚੋਣਾਂ ਆਈਆਂ ਤਦ ਵੀ ਬੇਅੰਤ ਪਾਠ ਕੀਤੇ ਗਏ। ਮਹੱਲਾ ਸ਼ਬਦ ਦੇ ਉਚਾਰਨ ਬਾਰੇ ਟਕਸਾਲ ਦੀ ਖੋਜ ਭਰੀ ਵਿਚਾਰ। ਬ੍ਰਹਮ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੀ ਸਾਲਾਨਾ ਬਰਸੀ ਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤੇ ਵਿਖੇ ਬਾਹਰੋਂ ਆਏ ਹੋਏ ਸਕੂਲਾਂ ਕਾਲਜਾਂ ਤੇ ਧਾਰਮਿਕ ਖੋਜੀ ਅਤੇ ਜਥੇ ਵਿੱਚ ਅਰਥ ਪੜ੍ਹ ਰਹੇ ਮੁਖੀ ਸਿਆਣੇ ਵਿਦਿਆਰਥੀਆਂ ਵੱਲੋਂ ਸੰਤਾਂ ਕੋਲ ਪ੍ਰਸ਼ਨ ਉਠਾਇਆ ਕਿ ਸੰਤ ਜੀ ਗੁਰਬਾਣੀ ਅੰਦਰ ਆਏ ਮਹੱਲਾ ਪਦ ਦਾ ਉਚਾਰਨ ਮਹੱਲਾ ਹੈ ਜਾਂ ਮਹਿਲਾ। ਪੰਡਤ ਤਾਰਾ ਸਿੰਘ ਜੀ ਨਰੋਤਮ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਮਹਿਲਾ ਉਚਾਰਨ ਤੇ ਜ਼ੋਰ ਦਿੰਦੇ ਹਨ। ਆਪ ਜੀ ਫਰਮਾਉਂਦੇ ਹੋ ਕਿ ਉਚਾਰਨ ਮਹੱਲਾ ਕਰਨਾ ਹੈ। ਇਸ ਉਚਾਰਨ ਨੂੰ ਦਲੀਲਾਂ ਤੇ ਪ੍ਰਮਾਣਾਂ ਨਾਲ ਸਿੱਧ ਕਰੋ। ਤਾਂ ਸੰਤ ਜੀ ਨੇ ਜੋ ਵਿਚਾਰ ਦਿੱਤੇ ਉਹਨਾਂ ਨੂੰ ਲੇਖਕ ਨੇ ਇਸ ਤਰ੍ਹਾਂ ਕਲਮਬੰਦ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਮਹੱਲਾ ਸ਼ਬਦ ਦਾ ਸੁੱਧ ਉਚਾਰਨ ਮਹੱਲਾ ਹੈ, ਮਹਿਲਾ ਨਹੀਂ। ਸਬੂਤ ਵਜੋਂ ਅਸੀਂ ਹੇਠਾਂ ਸਿਲਸਿਲੇਵਾਰ ਵਿਚਾਰ ਪੇਸ਼ ਕਰਦੇ ਹਾਂ। ਨੰਬਰ 1, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਹੁਣ ਤੱਕ ਸਾਰੀਆਂ ਸਿੱਖ ਸੰਪਰਦਾਵਾਂ ਜਿਵੇਂ ਕਿ ਉਦਾਸੀ, ਨਿਰਮਲੇ, ਨਿਹੰਗ ਸਿੰਘ, ਸੇਵਾ ਪੰਥੀ ਤੇ ਨਾਮਧਾਰੀ ਆਦਿ ਸਾਰੇ ਵਿਦਵਾਨ ਮਹੱਲਾ ਉਚਾਰਨ ਦੇ ਹੱਕ ਵਿੱਚ ਹਨ ਤੇ ਐਸਾ ਉਚਾਰਨ ਪਰੰਪਰਾ ਤੋਂ ਹੀ ਚੱਲਿਆ ਆ ਰਿਹਾ ਹੈ। ਦੂਜਾ ਨੰਬਰ, ਗੁਰਬਾਣੀ ਦੇ ਅਰਥਾਂ ਦੀਆਂ ਗੁਰਮਤਿ ਵਿਦਿਆ ਸੰਪਰਦਾਇ ਟਕਸਾਲਾਂ ਜਿਵੇਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਲੀ ਸੱਤੋ ਵਾਲੀ ਟਕਸਾਲ, ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਗਿਆਨੀਆਂ ਦੀ ਟਕਸਾਲ, ਭਿੰਡਰਾਂ ਵਾਲੇ ਗਿਆਨੀਆਂ ਦੀ ਪ੍ਰਸਿੱਧ ਟਕਸਾਲ, ਸੇਖਵਾਂ ਤੇ ਮਾਣੂਕੇ ਦੀਆਂ ਪੁਰਾਤਨ ਗਿਆਨੀਆਂ ਦੀਆਂ ਟਕਸਾਲਾਂ ਦੇ ਵਿਦਵਾਨ ਵੀ ਮਹੱਲਾ ਹੀ ਉਚਾਰਨ ਕਰਦੇ ਤੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਰਹੇ ਹਨ
ਅਤੇ ਵਰਤਮਾਨ ਵਿੱਚ ਵੀ ਮਹੱਲਾ ਉਚਾਰਨ ਹੀ ਸਿਖਾਲ ਰਹੇ ਹਨ। ਨੰਬਰ ਤੀਜੇ ਤੇ ਆਰੰਭ ਕਾਲ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਸਾਰੇ ਤਖਤ ਸਾਹਿਬਾਨ, ਇਤਿਹਾਸਕ ਗੁਰਦੁਆਰੇ ਤੇ ਸਿੱਖ ਸੰਤਾਂ ਦੇ ਡੇਰੇ ਆਦਿ ਸਭ ਜਗ੍ਹਾ ਮਹੱਲਾ ਸ਼ਬਦ ਦਾ ਉਚਾਰਨ ਮਹੱਲਾ ਹੀ ਹੁੰਦਾ ਰਿਹਾ ਹੈ ਤੇ ਹੋ ਰਿਹਾ ਹੈ। ਮਹੱਲਾ ਸ਼ਬਦ ਦਾ ਅਰਥ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਹਲੂਲ, ਉਤਰਨ ਦੀ ਥਾਂ। ਦੇਖੋ ਮਹਾਨ ਕੋਸ਼ ਪੰਨਾ 2795। ਇਸ ਦੀ ਧਾਤੂ ਹੱਲ ਹੈ, ਜਿਸ ਤੋਂ ਅਰਬੀ ਦੇ ਸ਼ਬਦ ਮਹੱਲ, ਮਹੱਲਾ ਤੇ ਮਹੱਲੇ ਆਦਿ ਬਣੇ ਹਨ। ਗੁਰਬਾਣੀ ਵਿੱਚ ਆਏ ਇਸ ਮਹੱਲਾ ਸ਼ਬਦ ਦਾ ਉਚਾਰਨ ਹਾਹੇ ਉੱਪਰ ਅਧਿਕ ਸਹਿਤ ਹੈ। ਅਰਬੀ ਦੇ ਵਿਦਵਾਨਾਂ ਦੀ ਸੋਚੀ ਸਮਝੀ ਤੇ ਸਰਬਸੰਮਤੀ ਦੀ ਰਾਏ ਇਹ ਹੈ ਕਿ ਅਰਬੀ ਭਾਸ਼ਾ ਦੇ ਹਰੇਕ ਪਦ 'ਚ ਉਸ ਧਾਤੂ ਦਾ ਉਚਾਰਨ ਤੇ ਅਰਥ ਨਹੀਂ ਬਦਲਦੇ। ਇਸ ਸਿਧਾਂਤ ਅਨੁਸਾਰ ਮਹੱਲਾ ਸ਼ਬਦ ਦਾ ਸ਼ੁੱਧ ਉਚਾਰਨ ਹਾਹੇ ਉੱਪਰ ਅਧਿਕ ਸਹਿਤ ਮਹੱਲਾ ਹੀ ਸਹੀ ਸਮਝਿਆ ਜਾਂਦਾ ਹੈ ਤੇ ਹੁਣ ਵੀ ਇਹੋ ਉਚਾਰਨ ਹੀ ਪ੍ਰਚਲਿਤ ਹੈ ਤੇ ਅੱਗੇ ਵੀ ਇਹੋ ਉਚਾਰਨ ਸ਼ੁੱਧ ਸਮਝ ਕੇ ਪ੍ਰਚਾਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਆਏ ਮਹੱਲਾ ਸ਼ਬਦ ਦਾ ਅਰਥ ਹੈ ਗੁਰਬਾਣੀ ਦੇ ਉਤਰਨ ਦੀ ਥਾਂ ਗੁਰੂ ਦਾ ਸਰੀਰ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਗੁਰੂ ਸਾਹਿਬਾਨ ਲਈ ਵਰਤਿਆ ਇਹ ਸੰਕੇਤਕ ਸ਼ਬਦ ਮਹੱਲਾ, ਜੋ ਗੁਰਬਾਣੀ ਦੇ ਹਰ ਸ਼ਬਦ ਦੇ ਮੁੱਢ ਵਿੱਚ ਸਿਰਲੇਖ ਵਜੋਂ ਆਇਆ ਹੈ, ਇਹ ਬਚਨ ਪੁਲਿੰਗ ਹੈ। ਇਸ ਦੀ ਪੁਸ਼ਟੀ ਗੁਰਬਾਣੀ ਵਿੱਚ ਕਈ ਜਗ੍ਹਾ ਕੀਤੀ ਗਈ ਹੈ, ਜਿਵੇਂ ਕਿ ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ, ਵੱਡ ਹੰਸ ਮਹੱਲਾ ਤੀਜਾ ਆਦਿ ਅੱਖਰਾਂ ਵਿੱਚ ਲਿਖ ਕੇ ਕੀਤੀ ਮਿਲਦੀ ਹੈ। ਇਹ ਮਹੱਲਾ ਸ਼ਬਦ ਨਾ ਇਸਤਰੀ ਲਿੰਗ ਹੈ ਤੇ ਨਾ ਹੀ ਬਹੁਵਚਨ ਹੈ। ਨੰਬਰ 1, ਪੰਡਿਤ ਤਾਰਾ ਸਿੰਘ ਜੀ ਨਰੋਤਮ ਨੇ ਪਹਿਲੀ ਵਾਰ ਆਪਣੀ ਰਚਿਤ ਪੁਸਤਕ ਗੁਰਮਤ ਨਿਰਣੈ ਸਾਗਰ ਦੇ ਪੰਨਾ 358 ਉਰਮੀ 22 ਅਤੇ ਗੁਰ ਗਿਰਾਰਥ ਕੋਸ਼ ਭਾਗ ਦੂਜਾ ਪੰਨਾ 513 ਤੋਂ 514 ਉੱਪਰ ਗੁਰਬਾਣੀ ਵਿੱਚ ਆਏ ਮਹੱਲਾ ਪੁਲਿੰਗ ਅਰਬੀ ਸ਼ਬਦ ਦਾ, ਮਹਿਲਾ ਇਸਤਰੀ ਲਿੰਗ ਸੰਸਕ੍ਰਿਤ ਕਲਪਤ ਉਚਾਰਨ ਤੇ ਅਰਥ ਇਸਤਰੀ ਕੀਤੇ ਹਨ ਤੇ ਦਲੀਲ ਇਹ ਦਿੱਤੀ ਹੈ ਕਿ ਸਿੱਖੀ ਭਾਵ की भावना से ही बानी रचना करते समय गुरु ने अपने को महला लिखा है। ਉਹਨਾਂ ਦੀ ਇਹ ਦਲੀਲ ਉਸ ਵਕਤ ਆਪੇ ਹੀ ਖੰਡਨ ਹੋ ਜਾਂਦੀ ਹੈ ਜਦ ਗੁਰਬਾਣੀ ਵਿੱਚ ਮਹੱਲਾ ਸ਼ਬਦ ਦੇ ਨਾਲ ਲਿਖੇ 1 2 3 4 ਤੇ 5 ਅੰਕਾਂ ਦੇ ਨਾਲ ਪਹਿਲਾ, ਦੂਜਾ, ਤੀਜਾ, ਚੌਥਾ ਤੇ ਪੰਜਵਾਂ ਅੱਖਰਾਂ ਵਿੱਚ ਲਿਖਿਆ ਮਿਲਦਾ ਹੈ। ਜਿਵੇਂ ਸ੍ਰੀ ਰਾਗ ਮਹੱਲਾ ਪਹਿਲਾ, ਪਹਿਲਾ ਘਰ ਪਹਿਲਾ। ਜੇ ਮਹੱਲਾ ਦਾ ਅਰਥ ਇਸਤਰੀ ਅਤੇ ਉਚਾਰਨ ਮਹਿਲਾ ਹੁੰਦਾ ਤਾਂ ਮਹਿਲਾ ਪਹਿਲਾ ਦੀ ਥਾਂ ਤੇ ਮਹਿਲਾ ਪਹਿਲੀ ਲਿਖਿਆ ਹੁੰਦਾ ਅਤੇ ਹਰ ਪਾਠਕ ਮਹਿਲਾ ਪਦ ਦੇ ਬਾਅਦ ਲਿਖੇ ਅੰਕਾਂ 1 2 3 4 5 ਅਤੇ 9 ਨੂੰ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ ਤੇ 9ਵੀਂ ਉਚਾਰਨ ਕਰਦਾ। ਪਰ ਅੱਜ ਤੱਕ ਅਜਿਹਾ ਉਚਾਰਨ ਇੱਕ ਵਚਨ ਹੈ। ਇਉਂ ਪੰਡਤ ਜੀ ਦਾ ਉਚਾਰਨ ਮਹਿਲਾ ਤੇ ਅਰਥ ਇਸਤਰੀ ਆਪਣੇ ਆਪ ਹੀ ਖੰਡਨ ਹੋ ਗਿਆ। ਪੰਡਤ ਜੀ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਭਾਈ ਵੀਰ ਸਿੰਘ ਜੀ ਦੇ ਪਿਤਾ ਡਾਕਟਰ ਚਰਨ ਸਿੰਘ ਜੀ ਨੇ ਆਪਣੀ ਪੁਸਤਕ ਬਾਣੀ ਬਿਓਰਾ ਵਿੱਚ ਵੀ ਉਸ ਉਕਤ ਉਚਾਰਨ ਤੇ ਅਰਥ ਕੀਤੇ ਹਨ ਜੋ ਮੰਨਣਯੋਗ ਨਹੀਂ। ਇਹੋ ਕਾਰਨ ਹੈ ਕਿ ਪੰਡਤ ਜੀ ਅਤੇ ਡਾਕਟਰ ਸਾਹਿਬ ਦੇ ਲਿਖਣ ਦੇ ਬਾਵਜੂਦ ਮਹੱਲਾ ਸ਼ਬਦ ਦਾ ਉਚਾਰਨ ਮਹਿਲਾ ਅਤੇ ਅਰਥ ਇਸਤਰੀ ਪ੍ਰਚਲਿਤ ਨਾ ਹੋ ਸਕੇ ਤੇ ਉਚਾਰਨ ਮਹੱਲਾ ਅਤੇ ਅਰਥ ਗੁਰਬਾਣੀ ਦੇ ਉਤਰਨ ਦੀ ਥਾਂ ਗੁਰੂ ਦਾ ਸਰੀਰ ਹੀ ਚੱਲਦਾ ਰਿਹਾ ਹੈ। ਨੰਬਰ 3, ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਆਪਣੇ ਵੱਲੋਂ ਲਿਖੇ ਗੁਰਬਾਣੀ ਵਿਆਕਰਣ ਦੇ ਪੰਨਾ 22 ਤੋਂ 26 ਤੱਕ ਲਫ਼ਜ਼ ਮਹੱਲਾ ਦਾ ਉਚਾਰਨ ਸਿਰਲੇਖ ਹੇਠ ਇੱਕ ਲੇਖ ਲਿਖਿਆ ਹੈ, ਜਿਸ ਵਿੱਚ ਮਹਿਲ ਤਿੰਨੇ ਅੱਖਰ ਮੁਕਤੇ, ਮਹਿਲ ਹਾਹੀ ਨੂੰ ਸਿਹਾਰੀ, ਮਹਲ ਲੱਲੇ ਨੂੰ ਔਂਕੜ
ਆਦਿ ਵਾਲੀਆਂ ਤੁਕਾਂ ਦੇ ਕੇ ਉਹਨਾਂ ਦੇ ਅਰਥ ਲਿਖ ਕੇ ਅਸਲ ਵਿਸ਼ੇ ਤੋਂ ਬਹੁਤ ਲਾਂਭੇ ਚਲੇ ਗਏ ਹਨ। ਅਸਲ ਮਸਲਾ ਮਹੱਲਾ ਪਦ ਦੇ ਉਚਾਰਨ ਤੇ ਅਰਥ ਦਾ ਹੈ, ਨਾ ਕਿ ਮਹਿਲ ਮਹਿਲ ਹਾਹੀ ਨੂੰ ਸਿਹਾਰੀ ਜਾਂ ਮਹਿਲ ਲੱਲੇ ਨੂੰ ਔਂਕੜ ਪਦ ਦਾ। ਗੁਰਬਾਣੀ ਅੰਦਰ ਆਏ ਮਹੱਲਾ ਪਦ ਦਾ ਉਚਾਰਨ ਮਹਿਲਾ ਕਰਨ ਤੇ ਬਹੁਤ ਜ਼ੋਰ ਦਿੱਤਾ ਹੈ ਤੇ ਇਸ ਦਾ ਸਿੱਖ ਸਕੂਲਾਂ ਕਾਲਜਾਂ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਵੀ ਕੀਤਾ ਹੈ। ਪਰ ਪੰਡਤ ਤਾਰਾ ਸਿੰਘ ਜੀ ਵਾਂਗ ਅਰਥ ਇਸਤਰੀ ਕਰਨ ਤੋਂ ਸੰਕੋਚ ਕਰਕੇ ਅਰਥ ਕਾਇਆ ਦੇਹ ਕੀਤਾ ਹੈ ਅਤੇ ਆਪਣੇ ਉਚਾਰਨ ਦੇ ਅਰਥਾਂ ਦੀ ਪੁਸ਼ਟੀ ਵਿੱਚ ਦੋ ਤੁਕਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਜ ਕੀਤੀਆਂ ਹਨ। ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ 10 ਤੁਕਾਂ ਤੇ ਉਹਨਾਂ ਦੇ ਅਰਥ ਦੇ ਰਹੇ ਹਾਂ, ਜਿਨ੍ਹਾਂ ਵਿੱਚ ਮਹਿਲਾ ਸ਼ਬਦ 10 ਵਾਰ ਆਇਆ ਹੈ। 1 ਦਰ ਘਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ। ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹੱਲ ਹਜ਼ਾਰਾਂ ਪੱਕੇ ਕਿਲੇ। ਨੰਬਰ 2 ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ। ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਸੁਧਰੀਆਂ ਹੋਈਆਂ ਉਹ ਮਾਨੋ ਮਹਿਲਾ ਵਿੱਚ ਵਸਦੀਆਂ ਹਨ। ਨੰਬਰ 3 ਦਰ ਘਰ ਮਹਿਲਾ ਸੇਜ ਸੁਖਾਲੀ। ਜੇ ਮੇਰੇ ਪਾਸ ਵਸਣ ਲਈ ਮਹਿਲ ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਗ ਹੋਵੇ। ਨੰਬਰ 4 ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਗਏ। ਤੇਰੇ ਦਰਸ਼ਨ ਕਰਨ ਵਾਸਤੇ ਹੀ ਰਾਜ ਮਿਲਖ ਦੇ ਮਾਲਕ ਆਪਣੇ ਮਹਿਲ ਮਾੜੀਆਂ, ਆਪਣੇ ਘਰ ਬੂਹੇ, ਹਾਥੀ ਘੋੜੇ ਆਪਣੇ ਦੇਸ਼ ਵਤਨ ਛੱਡ ਕੇ ਜੰਗਲੀ ਚਲੇ ਗਏ। ਨੰਬਰ 5 ਗ੍ਰਹਿ ਮੰਦਰ ਮਹਿਲਾ ਜੋ ਦੀ ਸਹੇ ਨਾ ਕੋਈ ਸੰਗਾਰ। ਹੈ ਦਾਸ ਨਾਨਕ ਆਖ ਹੈ ਭਾਈ, ਘਰ ਮੰਦਰ ਮਹਿਲ ਮਾੜੀਆਂ ਜਿਹੜੇ ਵੀ ਤੈਨੂੰ ਦਿਸ ਰਹੇ ਹਨ, ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਅੰਤ ਵੇਲੇ ਨਹੀਂ ਜਾਏਗਾ। ਨੰਬਰ 6 ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਜਿਹੜੀਆਂ ਪਹਿਲਾਂ ਆਪਣੇ ਮਹਿਲਾਂ ਵਿੱਚ ਵਸਦੀਆਂ ਸਨ, ਹੁਣ ਉਹਨਾਂ ਨੂੰ ਮਹਿਲਾਂ ਦੇ ਕਿਤੇ ਨੇੜੇ ਵੀ ਢੁਕਣ ਨਹੀਂ ਦਿੱਤਾ ਜਾਂਦਾ। ਨੰਬਰ 7 ਕਹਾ ਸੋ ਘਰ ਦਰ ਮੰਡਪ ਮਹਿਲਾ ਕਹਾ ਸੋ ਬੰਕ ਸਰਾਈ। ਕਿੱਥੇ ਹਨ ਉਹ ਸੋਹਣੇ ਘਰ ਮਹਿਲ ਮਾੜੀਆਂ ਤੇ ਸੋਹਣੀਆਂ ਸਰਾਵਾਂ। ਨੰਬਰ 8 ਸਬਦੇ ਭਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ। ਉਹ ਮਨੁੱਖ ਸਤਿਗੁਰ ਦੇ ਸ਼ਬਦ ਵਿੱਚ ਗਿੱਝ ਜਾਂਦਾ ਹੈ, ਉਸ ਦਾ ਹਿਰਦਾ ਨਾਮ ਰਸ ਨਾਲ ਭਿੱਜਿਆ ਰਹਿੰਦਾ ਹੈ। ਉਸ ਨੂੰ ਹਰੇਕ ਸਰੀਰ ਭਾਵ ਸਭ ਸਰੀਰਾਂ ਦੇ ਅੰਦਰ ਪ੍ਰਭੂ ਦਾ ਨਿਵਾਸ ਦਿਸਦਾ ਹੈ। ਨੰਬਰ 9 ਗੜ ਮੰਦਰ ਮਹਿਲਾ ਕਹਾ ਜਿਉ ਬਾਜੀ ਦੀਵਾਨ। ਕਿਲੇ ਪੱਕੇ ਘਰ ਮਹਿਲ ਮਾੜੀਆਂ ਤੇ ਹਕੂਮਤ ਸਭ ਸਾਥ ਛੱਡ ਗਏ, ਇਹ ਤਾਂ ਮਦਾਰੀ ਦੀ ਖੇਡ ਹੀ ਸਨ। ਨੰਬਰ 10 ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁੱਝ ਸਮਾਹਾ ਹੈ। ਉਹ ਮਨੁੱਖ ਉਸ ਲਾਮਕਾਨ ਪਰਮਾਤਮਾ ਨੂੰ ਸਭ ਸਰੀਰਾਂ ਵਿੱਚ ਵਸਦਾ ਵੇਖ ਲੈਂਦਾ ਹੈ, ਉਸ ਦੀ ਰਜਾ ਨੂੰ ਮਿੱਠਾ ਮੰਨ ਕੇ ਉਸ ਵਿੱਚ ਲੀਨ ਰਹਿੰਦਾ ਹੈ। ਉਪਰੋਕਤ 10 ਤੁਕਾਂ ਵਿੱਚ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੀਆਂ ਉਹ 2 ਤੁਕਾਂ ਵੀ ਨੰਬਰ 8 ਤੇ 10 ਵਿੱਚ ਆ ਗਈਆਂ ਹਨ, ਜਿਨ੍ਹਾਂ ਦਾ ਹਵਾਲਾ ਉਹਨਾਂ ਨੇ ਗੁਰਬਾਣੀ ਵਿਆਕਰਣ ਦੇ ਪੰਨਾ 24 ਤੇ ਮਹੱਲਾ ਪਦ ਦਾ ਅਰਥ ਕਾਇਆ ਦੇਹ ਕਰਕੇ ਉਸ ਦੀ ਪੁਸ਼ਟੀ ਵਿੱਚ ਦਿੱਤਾ ਹੈ। ਪਾਠਕ ਪਿੱਛੇ ਪੜ੍ਹ ਆਏ ਹਨ ਕਿ ਗੁਰਬਾਣੀ ਦੇ ਸ਼ਬਦਾਂ ਦੇ ਮੁੱਢ ਵਿੱਚ ਸਿਰਲੇਖ ਵਜੋਂ ਗੁਰੂ ਸਾਹਿਬਾਨ ਲਈ ਵਰਤਿਆ ਸੰਕੇਤਕ ਪਦ ਮਹੱਲਾ ਇੱਕ ਵਚਨ ਪੁਲਿੰਗ ਹੈ, ਪਰ ਉਪਰੋਕਤ 10 ਤੁਕਾਂ ਵਿੱਚ 10 ਵਾਰ ਆਇਆ ਮਹਿਲਾ ਪਦ ਬਹੁਵਚਨ ਪੁਲਿੰਗ ਹੈ ਤੇ ਅਰਥ ਮਹਿਲ ਮਾੜੀਆਂ ਕੀਤੇ ਗਏ ਹਨ। ਉਚਾਰਨ ਬਾਰੇ ਵਿਚਾਰ ਇਹ ਹੈ ਕਿ ਤੁਕ ਨੰਬਰ 1 2 3 4 5 7 ਤੇ 9 ਵਿੱਚ ਮਹਿਲਾ ਪਦ ਦਾ ਉਚਾਰਨ ਬਿੰਦੇ ਰਹਿਤ ਮਹੱਲਾ ਹੈ, ਪਰ ਅਰਥ ਬਹੁਵਚਨ ਬਹੁਤੇ ਮਹੱਲਾ ਦਾ ਹੈ ਅਤੇ ਤੁਕ ਨੰਬਰ 2 6 8 ਤੇ 10 ਵਿੱਚ ਮਹੱਲਾ ਪਦ ਦਾ ਉਚਾਰਨ ਮਹਿਲਾ ਬਿੰਦੇ ਸਹਿਤ ਹੈ ਤੇ ਅਰਥ ਉਹ ਹੀ ਬਹੁਵਚਨ ਮਹੱਲਾ
ਜਾਂ ਮਹਿਲ ਮਾੜੀਆਂ ਦਾ ਹੈ। ਉਪਰੋਕਤ ਤੁਕਾਂ ਦੇ ਅਰਥ ਅਸਾਂ ਪ੍ਰਿੰਸੀਪਲ ਸਾਹਿਬ ਸਿੰਘ ਜੀ ਵੱਲੋਂ ਕੀਤੇ ਸਟੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚੋਂ ਹੀ ਦਿੱਤੇ ਹਨ। ਹੇਠ ਪੋਥੀ ਦਾ ਨੰਬਰ ਤੇ ਪੰਨੇ ਵੀ ਦਿੱਤੇ ਹਨ ਤਾਂ ਕਿ ਪਾਠਕ ਵੇਖ ਲੈਣ ਕਿ ਪ੍ਰਿੰਸੀਪਲ ਸਾਹਿਬ ਸਿੰਘ ਨੇ ਗੁਰਬਾਣੀ ਵਿਆਕਰਣ ਵਿੱਚ ਮਹੱਲਾ ਦਾ ਉਚਾਰਨ ਮਹਿਲਾ ਅਤੇ ਅਰਥ ਕਾਇਆ ਦੇਹ ਤੇ ਵਿਅਕਤੀ ਕੀਤਾ ਹੈ। ਜੋ ਇਸਤਰੀ ਲਿੰਗ ਇੱਕ ਵਚਨ ਬਣਦਾ ਹੈ ਤੇ ਉਪਰੋਕਤ ਉਚਾਰਨ ਤੇ ਅਰਥ ਦੀ ਪੁਸ਼ਟੀ ਵਿੱਚ ਤੁਕ ਨੰਬਰ 8 ਤੇ 10 ਉਦਾਹਰਣ ਵਜੋਂ ਪੇਸ਼ ਕਰਦੇ ਹਨ, ਪਰ ਉਹਨਾਂ ਦੋਹਾਂ ਹੀ ਤੁਕਾਂ ਦੇ ਆਪਣੇ ਸਟੀਕ ਵਿੱਚ ਉਚਾਰਨ ਮਹਿਲਾ ਤੇ ਅਰਥ ਮਹੱਲਾ ਸਰੀਰਾ ਬਹੁਵਚਨ ਕੀਤਾ ਹੈ, ਜਿਸ ਤੋਂ ਸਪਸ਼ਟ ਹੈ ਕਿ ਗੁਰੂ ਸਾਹਿਬ ਲਈ ਵਰਤਿਆ ਪਦ ਮਹੱਲਾ ਤੇ ਉਪਰੋਕਤ ਦੋਹਾਂ ਤੁਕਾਂ ਵਿੱਚ ਆਏ। ਮਹੱਲਾ ਪਦ ਦੇ ਉਚਾਰਨ ਮਹੱਲਾ ਤੇ ਅਰਥ ਗੁਰਬਾਣੀ ਦੇ ਉਤਰਨ ਦੀ ਥਾਂ ਗੁਰੂ ਸਾਹਿਬ ਦਾ ਸਰੀਰ ਹੀ ਵਧੇਰੇ ਢੁਕਵਾਂ ਸ਼ੁੱਧ ਪਰੰਪਰਾ ਤੋਂ ਚੱਲਿਆ ਆ ਰਿਹਾ ਹੈ। ਵਿਆਕਰਣ ਅਤੇ ਭਾਸ਼ਾ ਦੇ ਪੱਖੋਂ ਵੀ ਮੰਨਣਯੋਗ ਹੈ। ਦੂਜੀ ਗੱਲ ਜੋ ਪ੍ਰਿੰਸੀਪਲ ਸਾਹਿਬ ਨੇ ਮਹੱਲਾ ਪਦ ਦੇ ਉਚਾਰਨ ਬਾਰੇ ਕਹੀ ਹੈ ਉਹ ਇਹ ਹੈ ਕਿ ਜਿਵੇਂ ਸਧਾਰਨ ਤੌਰ ਤੇ ਸ਼ਬਦ ਰਹਿਤ ਬਹਿਰੇ ਬਹਲੇ ਸਹਿਜ ਆਦਿ ਦਾ ਉਚਾਰਨ ਕਰਦੇ ਹਾਂ, ਤਿਵੇਂ ਸ਼ਬਦ ਮਹੱਲਾ ਦਾ ਵੀ ਕਰਨਾ ਚਾਹੀਦਾ ਹੈ। ਤੀਜੀ ਗੱਲ ਇਹ ਕਹੀ ਹੈ ਕਿ ਕਿਸੇ ਸ਼ਬਦ ਤੇ ਉਚੇਚ ਨਾਲ ਅਧਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਸੀਂ ਪ੍ਰਿੰਸੀਪਲ ਸਾਹਿਬ ਜੀ ਦੀ ਉਪਰੋਕਤ ਵਿਚਾਰ ਨਾਲ ਵੀ ਸਹਿਮਤ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਦੇ ਵਿਚਾਰ ਅਨੁਸਾਰ ਸਧਾਰਨ ਉਚਾਰਨ ਕਰਨਾ ਚਾਹੀਦਾ ਹੈ। ਤਾਂ ਫਿਰ ਮਾਤਾ ਧਰਤ ਮਹੱਤ ਵਿੱਚ ਮਹੱਤ ਦੀ ਥਾਂ ਉਚਾਰਨ ਮਹਿਤਾ ਕਰਨਾ ਹੋਵੇਗਾ ਤੇ ਇਵੇਂ ਹੀ 72 ਘਰ ਇੱਕ ਪੁਰਖ ਸਮਾਇਆ ਤੁਕ 'ਚ 72 ਦੀ ਥਾਂ ਕਰਨਾ ਚਾਹੀਦਾ ਹੈ। ਪਰ ਐਸਾ ਉਚਾਰਨ ਕੋਈ ਅਣਜਾਣ ਪਾਠੀ ਵੀ ਨਹੀਂ ਕਰਦਾ ਤੇ ਕਰਨ ਨਾਲ ਜਿੱਥੇ ਉਚਾਰਨ ਅਸ਼ੁੱਧ ਹੋਵੇਗਾ ਉਥੇ ਅਰਥ ਵੀ ਗਲਤ ਹੋ ਜਾਣਗੇ। ਇਸ ਲਈ ਉਚਾਰਨ ਦਾ ਸੰਬੰਧ ਅਰਥ ਨਾਲ ਹੈ, ਸਧਾਰਨ ਜਾਂ ਅਸਧਾਰਨ ਉਚਾਰਨ ਨਾਲ ਨਹੀਂ। ਉਚਾਰਨ ਉਹੀ ਸ਼ੁੱਧ ਮੰਨਿਆ ਜਾ ਸਕਦਾ ਹੈ ਜੋ ਪ੍ਰਸੰਗਕ ਅਰਥ ਅਨੁਸਾਰ ਹੋਵੇ। ਜੋ ਕਿਹਾ ਗਿਆ ਹੈ ਕਿ ਸ਼ਬਦ ਤੇ ਉਚੇਚ ਨਾਲ ਅਧਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਇਹ ਗੱਲ ਵੀ ਦੁਰਸਤ ਨਹੀਂ ਜਾਪਦੀ, ਕਿਉਂਕਿ ਗੁਰਬਾਣੀ ਵਿੱਚ ਕਈ ਪਦ ਇੱਕੋ ਜਿਹੇ ਰੂਪ ਆਉਂਦੇ ਹਨ, ਭਾਵ ਜਿਨ੍ਹਾਂ ਦਾ ਸ਼ਬਦ ਜੋੜ ਇੱਕੋ ਹੀ ਹੈ, ਪਰ ਅਰਥ ਭੇਦ ਹੋਣ ਕਰਕੇ ਉਹਨਾਂ ਦਾ ਉਚਾਰਨ ਵੱਖ-ਵੱਖ ਤਰ੍ਹਾਂ ਹੀ ਕਰੀਦਾ ਹੈ। ਭਾਵ ਇਹ ਹੈ ਕਿ ਇੱਕ ਪਦ ਤੇ ਅਧਿਕ ਦਾ ਉਚਾਰਨ ਨਹੀਂ ਕਰੀਦਾ, ਪਰ ਦੂਜੇ ਤੇ ਅਧਿਕ ਦਾ ਉਚਾਰਨ ਕਰੀਦਾ ਹੈ। ਜਿਵੇਂ ਕਿ ਊੜਾ ਇੱਕ ਆਜ ਕੈ ਵਸ ਗੁਰ ਕੀਨੋ ਕੇਹਰ ਕੂਕਰ ਤਿਨਹਿ ਲਗਾਈ ਰੇ, ਦੋ ਚੱਲਣ ਅੱਜ ਕੇ ਕੱਲ ਤੁਰਹੁ ਫਰਮਾਇਆ। ਪਹਿਲੀ ਤੁਕ ਵਿੱਚ ਆਏ ਪਦ ਅੱਜ ਦਾ ਅਧਿਕ ਤੋਂ ਬਿਨਾ ਸਧਾਰਨ ਰੂਪ ਵਿੱਚ ਉਚਾਰਨ ਕਰਨਾ ਹੈ ਤੇ ਇਸ ਦਾ ਅਰਥ ਬੱਕਰੀ ਹੈ, ਪਰ ਦੂਜੀ ਤੁਕ 'ਚ ਆਏ ਅੱਜ ਦਾ ਉਚਾਰਨ ਅਧਿਕ ਸਹਿਤ ਅੱਜ ਕਰਨਾ ਹੈ, ਜਿਸ ਦਾ ਅਰਥ ਵਰਤਮਾਨ ਦਿਨ ਹੈ। ਐੜਾ ਨੰਬਰ 1 ਅਬੇ ਤਬੇ ਕੀ ਚਾਕਰੀ ਕਿਉਂ ਦਰਗਹ ਪਾਵੈ। ਨੰਬਰ 2 ਅਮ ਅਬੇ ਥਾਵਹੁ ਮਿੱਠੜਾ। ਪਹਿਲੀ ਤੁਕ ਵਿੱਚ ਆਏ ਪਦ ਅਬੇ ਦਾ ਉਚਾਰਨ ਬਿਨਾਂ ਅਧਿਕ ਤੋਂ ਸਧਾਰਨ ਰੂਪ ਵਿੱਚ ਅਬੇ ਕਰਨਾ ਹੈ, ਜਿਸ ਦਾ ਅਰਥ ਹੈ ਜਣੇ ਖਣੇ ਦੀ, ਭਾਵ ਹਰ ਦੇਵੀ ਦੇਵਤੇ ਦੀ ਸੇਵਾ ਪੂਜਾ। ਪਰ ਦੂਜੀ ਤੁਕ ਵਿੱਚ ਆਏ ਪਦ ਅਬੇ ਦਾ ਉਚਾਰਨ ਅਬੇ ਅਧਿਕ ਸਹਿਤ ਕਰਨਾ ਹੈ, ਜਿਸ ਦਾ ਅਰਥ ਹੈ ਪਿਤਾ ਤੋਂ। ਅਰਬੀ ਵਿੱਚ ਅੱਬਾ ਪਿਤਾ ਨੂੰ ਕਿਹਾ ਜਾਂਦਾ ਹੈ। ਈੜੀ ਨੰਬਰ 1 ਖੱਲੜੀ ਖੱਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ। ਨੰਬਰ 2 ਹਉ ਬਲਿਹਾਰੀ ਤਿੰਨ ਕਉ ਜੋ ਗੁਰਮੁਖ ਸਿੱਖਾ। ਪਹਿਲੀ ਤੁਕ ਵਿੱਚ ਆਏ ਪਦ ਸਿਖਾ ਦਾ ਉਚਾਰਨ ਅਧਿਕ ਤੋਂ ਬਿਨਾਂ ਸਿਖਾ ਸਧਾਰਨ ਰੂਪ ਵਿੱਚ ਕਰਨਾ ਹੈ, ਜਿਸ ਦੇ ਅਰਥ ਹਨ ਬੋਧੀ। ਪਰ ਦੂਜੀ ਤੁਕ ਵਿੱਚ ਆਏ ਪਦ ਸਿੱਖਾ ਦਾ ਉਚਾਰਨ ਅਧਿਕ ਸਹਿਤ ਸਿੱਖਾ ਕਰਨਾ ਹੈ, ਜਿਸ ਦੇ ਅਰਥ ਹਨ ਗੁਰਾਂ ਦੇ ਅਨੁਸਾਰੀ ਸਿੱਖ। ਸੱਸਾ ਨੰਬਰ 1
ਖਟ ਸ਼ਾਸਤਰ ਸਿਮਰਿਤ ਵਖਿਆਨ। ਨੰਬਰ 2 ਲਾਭੈ ਮਾਤ ਪਿਤਾ ਸਦਾ ਗਲ ਸੇਤੀ। ਮਨ ਜਾਣੈ ਖਟ ਖਵਾਏ ਪਹਿਲੀ ਤੁਕ ਚ ਆਏ। ਖਾਟ ਪਦ ਦਾ ਉਚਾਰਨ ਅਧਿਕ ਤੋਂ ਬਿਨਾ ਸਧਾਰਨ ਰੂਪ ਵਿੱਚ ਕਰਨਾ ਹੈ, ਪਰ ਦੂਜੀ ਤੁਕ ਚ ਆਏ ਪਦ ਖਟ ਦਾ ਉਚਾਰਨ ਅਧਿਕ ਸਹਿਤ ਖਟ ਕਰਨਾ ਹੈ। ਪਹਿਲੇ ਪਦ ਖਟ ਦੇ ਅਰਥ ਹਨ 6 ਦੀ ਗਿਣਤੀ, ਪਰ ਦੂਜੇ ਪਦ ਦੇ ਅਰਥ ਹਨ ਖੱਟ ਕੇ, ਕਮਾਈ ਕਰਕੇ। ਹਾਹਾ। ਨੰਬਰ 1 ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਨੰਬਰ 2 ਦਈਏ ਵਿਗੋਏ ਫਿਰੇ ਵਿਗੁੱਤੇ ਫਿੱਟਾ ਵੱਤੈ ਗੱਲਾ। ਪਹਿਲੀ ਤੁਕ ਚ ਗਲਾ ਦਾ ਉਚਾਰਨ ਅਧਿਕ ਰਹਿਤ ਗਲਾ ਕੱਟਣਾ ਹੈ ਤੇ ਅਰਥ ਹੈ ਗਲ, ਪਰ ਦੂਜੀ ਤੁਕ ਚ ਗੱਲਾ ਦਾ ਉਚਾਰਨ ਅਧਿਕ ਸਹਿਤ ਗੱਲਾ ਕਰਨਾ ਹੈ, ਜਿਸ ਦਾ ਅਰਥ ਹੈ ਸਮੂਹ, ਸਮੁਦਾਇ, ਜਥਾ। ਕੱਕਾ। ਨੰਬਰ 1 ਮਲ ਭਰਤ ਕਰਮ ਅਹੰ ਮਮਤਾ ਮਰਨ ਚੀਤ ਨਾ ਆਵੇ। ਨੰਬਰ 2 ਖੁੰਡਾ ਅੰਦਰ ਰੱਖ ਕੈ ਦੇਨ ਸੋ ਮਲ ਸਜਾਏ। ਪਹਿਲੀ ਤੁਕ ਚ ਮਲ ਦਾ ਉਚਾਰਨ ਅਧਿਕ ਤੋਂ ਬਿਨਾ ਸਧਾਰਨ ਰੂਪ ਵਿੱਚ ਮਲ ਕਰਨਾ ਹੈ ਤੇ ਅਰਥ ਹੈ ਮੈਲ, ਪਰ ਦੂਜੀ ਤੁਕ ਚ ਮਲ ਦਾ ਉਚਾਰਨ ਅਧਿਕ ਸਹਿਤ ਮਲ ਕਰਨਾ ਹੈ, ਜਿਸ ਦਾ ਅਰਥ ਹੈ ਮਲ, ਪਹਿਲਵਾਨ। ਖੱਖਾ। ਨੰਬਰ 1 ਤਾਕੇ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਨੰਬਰ 2 ਫਰੀਦਾ ਮੈਂ ਭੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਪਹਿਲੀ ਤੁਕ ਚ ਆਏ ਪਦ ਪੱਗ ਦਾ ਉਚਾਰਨ ਸਧਾਰਨ ਰੂਪ ਵਿੱਚ ਅਧਿਕ ਰਹਿਤ ਪੱਗ ਹੈ ਤੇ ਅਰਥ ਹੈ ਚਰਨ, ਪੈਰ, ਪਰ ਦੂਜੀ ਤੁਕ ਚ ਆਏ ਪਦ ਪੱਗ ਦਾ ਉਚਾਰਨ ਅਧਿਕ ਸਹਿਤ ਪੱਗ ਕਰਨਾ ਹੈ, ਜਿਸ ਦੇ ਅਰਥ ਹਨ ਪਗੜੀ, ਦਸਤਾਰ। ਗੱਗਾ। ਨੰਬਰ 1 ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ। ਨੰਬਰ 2 ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੋ ਜਾਨ। ਪਹਿਲੀ ਤੁਕ ਚ ਆਏ ਤਤ ਪਦ ਦਾ ਉਚਾਰਨ ਸਧਾਰਨ ਰੂਪ ਵਿੱਚ ਅਧਿਕ ਰਹਿਤ ਤਤ ਕਰਨਾ ਹੈ ਤੇ ਅਰਥ ਹੈ ਤਿੱਥੇ, ਉਥੇ, ਪਰ ਦੂਜੀ ਤੁਕ ਚ ਆਏ ਪਦ ਤਤ ਦਾ ਉਚਾਰਨ ਅਧਿਕ ਸਹਿਤ ਤਤ ਹੈ ਤੇ ਅਰਥ ਹੈ ਆਕਾਸ਼, ਹਵਾ, ਅੱਗ, ਪਾਣੀ ਤੇ ਧਰਤੀ ਆਦਿ 5 ਤੱਤ। ਘੱਗਾ। ਨੰਬਰ 1 ਜਿੱਥੈ ਮਿਲਹਿ ਵਡਿਆਈਆ ਸਦ ਖੁਸ਼ੀਆ ਸਦ ਚਾਉ। ਨੰਬਰ 2 ਇੱਕ ਵਣ ਖੰਡ ਬੈਸਹਿ ਜਾਏ ਸਦ ਨਾ ਦੇਵਹੀ। ਪਹਿਲੀ ਤੁਕ ਚ ਆਏ ਪਦ ਸਦ ਦਾ ਉਚਾਰਨ ਸਧਾਰਨ ਰੂਪ ਵਿੱਚ ਅਧਿਕ ਰਹਿਤ ਸਦ ਹੈ ਤੇ ਅਰਥ ਹੈ ਸਦਾ, ਹਮੇਸ਼ਾ, ਪਰ ਦੂਜੀ ਤੁਕ ਚ ਆਏ ਪਦ ਸਦ ਦਾ ਉਚਾਰਨ ਅਧਿਕ ਸਹਿਤ ਸਦ ਹੈ ਤੇ ਅਰਥ ਹੈ ਆਵਾਜ਼। ਅਜਿਹੇ ਹੋਰ ਸੈਂਕੜੇ ਪਦ ਗੁਰਬਾਣੀ ਵਿੱਚੋਂ ਇਕੱਠੇ ਕੀਤੇ ਜਾ ਸਕਦੇ ਹਨ, ਜਿਨ੍ਹਾਂ ਦੇ ਸ਼ਬਦ ਜੋੜ ਇੱਕ ਹੋਣ ਦੇ ਬਾਵਜੂਦ ਉਚਾਰਨ ਵਿੱਚ ਫਰਕ ਹੈ। ਇੱਕ ਦਾ ਉਚਾਰਨ ਸਧਾਰਨ ਰੂਪ ਵਿੱਚ ਤੇ ਦੂਜੇ ਅਸਧਾਰਨ ਰੂਪ ਵਿੱਚ। ਤੀਜੀ ਗੱਲ ਜੋ ਪ੍ਰਿੰਸੀਪਲ ਸਾਹਿਬ ਜੀ ਨੇ ਲਿਖੀ ਹੈ ਕਿ ਕਿਸੇ ਪਦ ਦੇ ਉਚੇਚ ਨਾਲ ਅਧਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਸ ਸਬੰਧ ਵਿੱਚ ਸਾਡੀ ਵਿਚਾਰ ਇਹ ਹੈ ਕਿ ਦੀਰਘ ਮਾਤਰਾ ਦੇ ਉਚਾਰਨ ਲਈ ਉਚੇਚ ਕਰਨੀ ਹੀ ਪੈਂਦੀ ਹੈ, ਨਹੀਂ ਤਾਂ ਸਧਾਰਨ ਉਚਾਰਨ ਨਾਲ ਪਾਠ ਵੀ ਅਸ਼ੁੱਧ ਤੇ ਅਰਥ ਦਾ ਵੀ ਅਨਰਥ ਹੋ ਜਾਵੇਗਾ। ਅਧਿਕ ਚੂਕ ਦੀਰਘ ਮਾਤਰਾ ਹੈ, ਇਸ ਲਈ ਇਸ ਦੇ ਉਚਾਰਨ ਲਈ ਉਚੇਚ ਕਰਨੀ ਹੀ ਪਵੇਗੀ। ਇਹ ਗੱਲ ਤਾਂ ਠੀਕ ਹੈ ਕਿ ਗੁਰਬਾਣੀ ਵਿੱਚ ਸਤਿਗੁਰਾਂ ਨੇ ਅਧਿਕ ਦੇ ਚਿੰਨ੍ਹ ਨਹੀਂ ਲਾਏ, ਪਰ ਕੁਝ ਪਦਾਂ ਉੱਪਰ ਅਧਿਕ ਦੀ ਵਰਤੋਂ ਲਾਜ਼ਮੀ ਤੌਰ ਤੇ ਕਰਨੀ ਪੈਂਦੀ ਹੈ, ਜਿਸ ਦੇ ਸਿੱਟੇ ਵਜੋਂ ਪੁਰਾਤਨ ਹੱਥ ਲਿਖਤ ਬੀੜਾਂ ਅਤੇ ਵਰਤਮਾਨ ਬੀੜਾਂ ਵਿੱਚ ਅਧਿਕ ਦੀ ਥਾਂ ਟਿੱਪੀਆਂ ਲੱਗੀਆਂ ਮਿਲਦੀਆਂ ਹਨ, ਜਿਵੇਂ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਸ੍ਰੀ ਰਾਗ ਮਹੱਲਾ 5 ਅੰਗ 51 ਤੇ। ਇਸ ਤੁਕ ਚ ਆਏ ਮੰਦੇ ਪਦ ਦਾ ਅਰਥ ਮੱਧੇ ਪਦ ਦਾ ਅਰਥ ਮੱਧੇ ਵਿੱਚ ਹੈ। ਗੁਰਬਾਣੀ ਵਿੱਚ ਸੈਂਕੜੇ ਸ਼ਬਦ ਐਸੇ ਹਨ ਜਿਨ੍ਹਾਂ ਉੱਪਰ ਅਧਿਕ ਦੀ ਵਰਤੋਂ ਉਚੇਚੇ ਤੌਰ ਤੇ ਕੀਤੀ ਜਾਂਦੀ ਹੈ। ਅਧਿਕ ਉਚਾਰਨ ਨਾ ਕਰਨ ਦੀ ਸੂਰਤ ਵਿੱਚ ਅਰਥ ਦਾ ਅਨਰਥ ਹੋ ਜਾਂਦਾ ਹੈ। ਉਹ ਕੁਝ ਕੁ ਪਦ ਇਹ ਹਨ। ਪਦ ਸ਼ੁੱਧ ਉਚਾਰਨ ਅਕਥ
ਅਕਥ ਅਖਰ ਅੱਖਰ ਅਖੜੀਆਂ ਅਖੜੀਆਂ ਅਗਾਥ ਅਗਾਥ ਅੱਠ ਅੱਠ ਅਚਲ ਅਚਲ ਅਠਤਰੈ ਅਠਤਰੈ ਅਠੇ ਅਠੇ ਅਟੁੱਟ ਅਟੁੱਟ ਅਤੁਲ ਅਤੁਲ। ਇਸੇ ਤਰ੍ਹਾਂ ਹੀ ਪਦ ਤੇ ਸ਼ੁੱਧ ਉਚਾਰਨ ਅਥਕ ਅਥਕ ਅਧ ਅਧ ਅਨੁਰੁੱਧ ਅਨੁਰੁੱਧ ਅਪਰਸ ਅਪਰਸ ਇਖ ਇਖ ਇੱਛਾ ਇੱਛਾ ਇਠੜੇ ਇਠੜੇ ਸੱਚ ਸੱਚ ਸਮਰੱਥ ਸਮਰੱਥ ਸ਼ਬਦ ਸਵੱਧ। ਇਹ ਉਪਰੋਕਤ ਪਦ ਨਮੂਨੇ ਵਜੋਂ ਹੀ ਲਿਖੇ ਹਨ, ਨਹੀਂ ਤਾਂ ਗੁਰਬਾਣੀ ਵਿੱਚੋਂ ਅਜਿਹੇ ਸੈਂਕੜੇ ਸ਼ਬਦ ਇਕੱਠੇ ਕੀਤੇ ਜਾ ਸਕਦੇ ਹਨ। ਵਿਸਥਾਰ ਦੇ ਭੈ ਤੋਂ ਬਹੁਤੇ ਪਦ ਨਹੀਂ ਲਿਖੇ। ਮਹੱਲਾ ਪਦ ਦੇ ਉਚਾਰਨ ਸੰਬੰਧੀ ਇੱਕ ਹੋਰ ਨੁਕਤਾ ਵੀ ਧਿਆਨ ਗੋਚਰੇ ਕਰਨ ਵਾਲਾ ਹੈ। ਉਹ ਇਹ ਹੈ ਕਿ ਸ੍ਰੀ ਰਾਗ ਦੇ ਪਹਿਲੇ ਸ਼ਬਦ ਦੇ ਮੁੱਢ 'ਚ ਜੋ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਪਹਿਲਾ ਲਿਖਿਆ ਹੋਇਆ ਹੈ, ਉੱਥੇ ਪਹਿਲਾ ਪਦ ਨੂੰ ਸਿਹਾਰੀ ਲੱਗੀ ਹੋਈ ਹੈ। ਪਦ ਮਹੱਲਾ ਪਦ ਦਾ ਹਾਹਾ ਮੁਕਤਾ ਹੈ। ਜੇ ਮਹੱਲਾ ਪਦ ਦਾ ਉਚਾਰਨ ਮਹਿਲਾ ਹੁੰਦਾ ਤਾਂ ਮਹਿਲਾ ਪਦ ਦੇ ਹਾਹੇ ਨੂੰ ਵੀ ਸਿਹਾਰੀ ਲੱਗੀ ਹੋਣੀ ਸੀ। ਇਸ ਲਈ ਇਸ ਦਾ ਉਚਾਰਨ ਮਹੱਲਾ ਕਰਨਾ ਹੀ ਸਹੀ ਹੈ। ਜਿਵੇਂ ਮਹੱਤ ਤੇ 72 ਪਦਾਂ ਦੇ ਹਾਹੇ ਮੁਕਤੇ ਹਨ ਤੇ ਉਹਨਾਂ ਹਾਹਿਆਂ ਉੱਪਰ ਅਧਿਕ ਉਚਾਰਨ ਕੀਤਾ ਜਾਂਦਾ ਹੈ। ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਬਾਣੀ ਵਿੱਚ ਗੁਰੂ ਸਾਹਿਬਾਨ ਲਈ ਵਰਤਿਆ ਸੰਕੇਤਕ ਪਦ ਮਹੱਲਾ ਦਾ ਉਚਾਰਨ ਮਹੱਲਾ ਹੀ ਸ਼ੁੱਧ ਹੈ। ਉਪਰੋਕਤ ਰਾਏ ਨਾਲ ਸਹਿਮਤ ਹਨ ਦਾਬਿਸਤਾਨ ਮਜ਼ਾਹਬ ਦੇ ਲੇਖਕ ਮੁਹੱਸਨ ਫਾਨੀ, ਡਾਕਟਰ ਟਰੰਪ, ਮਿਸਟਰ ਮੈਕਾਲਫ, ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਜੀ, ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ, ਸਾਬਕਾ ਰਿਸਰਚ ਸਕਾਲਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸਰਦਾਰ ਕਪੂਰ ਸਿੰਘ ਜੀ, ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ, ਤੇ ਡਾਕਟਰ ਪਿਆਰ ਸਿੰਘ ਜੀ, ਸਾਬਕਾ ਮੁਖੀ ਪੰਜਾਬੀ ਭਾਸ਼ਾ ਵਿਭਾਗ ਤੇ ਸੱਭਿਆਚਾਰ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪ੍ਰੋਫੈਸਰ ਪ੍ਰੀਤਮ ਸਿੰਘ ਜੀ, ਮੁਖੀ ਗੁਰੂ ਨਾਨਕ ਅਧਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਗੁਰਬਾਣੀ ਦੇ ਅਰਥਾਂ ਦੀ ਟਕਸਾਲ ਸੰਪਰਦਾਇ ਪਿੰਡਰਾਂ, ਸੰਤ ਅਮੀਰ ਸਿੰਘ ਜੀ, ਗਲੀ ਸੱਤੋਵਾਲੀ ਅੰਮ੍ਰਿਤਸਰ, ਗਿਆਨੀ ਨਿਰੰਜਨ ਸਿੰਘ ਜੀ ਪਟਿਆਲਾ, ਗਿਆਨੀ ਗੁਰਦਿੱਤ ਸਿੰਘ ਜੀ, ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਸਰਦਾਰ ਪ੍ਰਕਾਸ਼ ਸਿੰਘ ਜੀ, ਪ੍ਰਿੰਸੀਪਲ ਸਿੱਖ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ, ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ। ਮਹੱਲੇ ਸੰਬੰਧੀ ਉਪਰੋਕਤ ਖੋਜ ਟਕਸਾਲ ਦੇ ਪੁਰਾਣੇ ਮੁਖੀਆਂ ਅਤੇ ਸਿਆਣੇ ਵਿਦਿਆਰਥੀਆਂ ਦੀ ਹੈ। ਰਹਿਰਾਸ ਸਾਹਿਬ ਬਾਰੇ ਵਿਚਾਰ। ਸਾਧ ਸੰਗਤ ਜੀ, ਜਿਹੜਾ ਰਹਿਰਾਸ ਦਾ ਪਾਠ ਹੈ, ਇਸ ਵਿਚਲੇ 9 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੇ ਹਨ। ਇਸ ਵਿੱਚ ਜਿਹੜਾ ਚੌਪਈ ਸਾਹਿਬ ਦਾ ਪਾਠ ਅਤੇ ਦੋਹਰੇ ਹਨ, ਇਹ 10ਵੇਂ ਪਾਤਸ਼ਾਹ ਜੀ ਨੇ ਸ੍ਰੀ ਰਹਿਰਾਸ ਜੀ ਦੇ ਨਾਲ ਪੜ੍ਹਨ ਦੀ ਆਗਿਆ ਇਸ ਲਈ ਦਿੱਤੀ ਹੈ ਕਿ ਸ਼ਾਮ ਦੇ ਵਕਤ ਸੰਗਤਾਂ ਵਿੱਚ ਜੁੜ ਕੇ ਰਹਿਰਾਸ ਵਿੱਚ 10ਮ ਗ੍ਰੰਥ ਦੀ ਬਾਣੀ ਸੁਣਨ ਦਾ ਸਮਾਂ ਮਿਲੇ। ਇਸ ਵਾਸਤੇ 5 ਗ੍ਰੰਥੀ ਵਿੱਚ ਭਾਈ ਮਨੀ ਸਿੰਘ ਜੀ ਨੇ ਚੌਪਈ ਨਾਲ ਦੋਹਰੇ ਲਿਖੇ ਹਨ। ਇਸੇ ਪ੍ਰਕਾਰ ਪਵਿੱਤਰ ਬਾਣੀ ਰਹਿਰਾਸ ਵਿੱਚ ਆਨੰਦ ਸਾਹਿਬ 5 ਪੌੜੀਆਂ, ਮੁੰਦਾਵਣੀ ਮਹੱਲਾ 5ਵਾਂ, ਅੱਗੇ ਪੌੜੀ ਅਤੇ ਅੰਤਰ ਗੁਰ ਆਰਾਧਨਾ ਰੱਖੇ ਰੱਖਣਹਾਰ ਲਿਖਿਆ ਹੈ। ਇਸ ਕਰਕੇ ਇਹ ਪਵਿੱਤਰ ਬਾਣੀ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਨੇ ਸਤਿਗੁਰੂ ਜੀ ਤੋਂ ਗੁਰਮਤਿ ਪਾ ਕੇ ਸੰਗਤਾਂ ਵਿੱਚ ਪ੍ਰਚਾਰ ਕਰਨ ਵਾਸਤੇ ਇਤਨੀ ਰਹਿਰਾਸ 5 ਗ੍ਰੰਥੀ ਵਿੱਚ ਲਿਖੀ ਹੈ, ਜੋ ਕਿ ਪੁਰਾਤਨ ਸਮੇਂ ਦੇ 5 ਗ੍ਰੰਥੀਆਂ ਵਿੱਚ ਸਹੀ ਚੱਲੀ ਆਉਂਦੀ ਹੈ। ਉਹੀ ਸਹੀ ਰਹਿਰਾਸ ਦਮਦਮੀ ਟਕਸਾਲ ਵਿੱਚ ਪੜ੍ਹੀ ਚੱਲੀ ਆ ਰਹੀ ਹੈ, ਜਿਹੜਾ ਕਿ ਰਹਿਰਾਸ ਬਾਣੀ ਪੜ੍ਹਨ ਦਾ ਗੁਰਮਤ ਦਾ ਅਸੂਲ ਸੀ। ਪਹਿਲੇ ਪੁਰਾਤਨ ਸਮੇਂ ਅਨੁਸਾਰ ਪੁਨ ਰਾਖਸ ਕਾਟਾ ਸੀਸਾ, ਜਿੱਥੋਂ ਕਿ ਪੁਰਾਤਨ 5 ਗ੍ਰੰਥੀਆਂ ਵਿੱਚ ਸ਼ੁਰੂ ਹੁੰਦੀ ਹੈ, ਪੜ੍ਹਿਆ ਕਰਦੇ ਸਨ। ਉਹਨਾਂ ਵਿੱਚ ਸਿਰਫ ਇੱਕ ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਿਕ ਬਿਸ਼ਨ ਮਹੇਸ਼
ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋੜ ਜਲੇਸ ਨਹੀਂ ਆਉਂਦਾ। ਉਸ ਦੀ ਖੋਜ ਕਰਨ ਤੋਂ ਕਿ ਇਹ ਕਿਵੇਂ ਆ ਗਿਆ, ਪਤਾ ਲੱਗਾ ਕਿ ਡਾਕਟਰ ਭਾਈ ਵੀਰ ਸਿੰਘ ਜੀ ਨੇ ਜੋ ਪੰਜ ਗ੍ਰੰਥੀ ਦਾ ਟੀਕਾ ਕੀਤਾ ਹੈ ਉਸ ਵਿੱਚ ਇਹ ਦੋਹਰਾ ਲਿਖਿਆ ਹੈ। ਇੱਕ ਹੋਰ ਛਾਪੇ ਵਾਲੀ ਪੰਜ ਗ੍ਰੰਥੀ ਰੋਪੜ ਦੇ ਇਲਾਕੇ ਖਿਜਰਾਬਾਦ ਤੋਂ ਇੱਕ ਪੁਰਾਣੇ ਪੁਜਾਰੀ ਸਿੰਘ ਤੋਂ ਮਿਲੀ ਸੀ। ਇਸ ਵਿੱਚ ਵੀ ਇਹ ਦੋਹਰਾ ਲਿਖਿਆ ਹੋਇਆ ਹੈ। ਇਸ ਪੁਜਾਰੀ ਦਾ ਬਜ਼ੁਰਗ ਗੁਰਬਾਣੀ ਦੀਆਂ ਪੋਥੀਆਂ ਦਾ ਲਿਖਾਰੀ ਨਾਭੇ ਵਾਲੇ ਰਾਜੇ ਹੀਰਾ ਸਿੰਘ ਪਾਸ ਰਿਹਾ ਕਰਦਾ ਸੀ। ਇਹ ਪੰਜ ਗ੍ਰੰਥੀ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਭਿੰਡਰੀ ਪੁਸਤਕਾਲੇ ਵਿੱਚ ਮੌਜੂਦ ਹੈ। ਉਪਰੋਕਤ ਦੋਹਰੇ ਬਾਰੇ ਥੋੜੀ ਜਿਹੀ ਹੋਰ ਵਿਚਾਰ ਹੈ ਕਿ ਆਮ ਪੰਜ ਗ੍ਰੰਥੀਆਂ ਵਿੱਚ ਇਹ ਦੋਹਰਾ ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ ਇਸ ਰੂਪ ਅੰਦਰ ਹੈ। ਭਾਵ ਜੋ ਅਕਾਲ ਪਦ ਇਸ ਵਿੱਚ ਲਿਖ ਦਿੱਤਾ ਹੈ ਉਸ ਦੀ ਥਾਂ ਸ਼ੁੱਧ ਪਾਠ ਕਾਲ ਹੈ। ਇਸ ਦਾ ਸਹੀ ਹਵਾਲਾ ਪੁਰਾਤਨ ਦਸਮ ਗ੍ਰੰਥ ਸੰਪੂਰਨ ਸਰੂਪ ਅਤੇ ਪੁਰਾਤਨ ਦਸਮ ਗ੍ਰੰਥ ਦੀਆਂ ਪੋਥੀਆਂ ਵਿੱਚੋਂ ਮਿਲਦਾ ਹੈ। ਯਥਾ ਦੋਹਰਾ ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ। ਇਸ ਲਈ ਹੀ ਭਿੰਡਰਾਂ ਵਾਲੀ ਸੰਪਰਦਾਇ ਵੱਲੋਂ ਦੋਹਰਾ ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋੜ ਜਲੇਸ ਸ਼ੁੱਧ ਜਾਣ ਕੇ ਪੜ੍ਹਿਆ ਜਾਂਦਾ ਹੈ ਅਤੇ ਸੰਪਰਦਾਇ ਵੱਲੋਂ ਛਪੇ ਹੋਏ ਗੁਟਕਿਆਂ ਵਿੱਚ ਵੀ ਲਿਖ ਦਿੱਤਾ ਗਿਆ ਹੈ ਜੋ ਸ਼ੁੱਧ ਹੈ। ਜਿਵੇਂ ਕਬਿਓ ਬਾਚ ਬੇਨਤੀ ਚੌਪਈ ਅੰਦਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਾਲ ਪਦ ਦੀ ਬਹੁਤ ਵਰਤੋਂ ਕੀਤੀ ਹੈ। ਯਥਾ ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਿਸ ਦਾ ਅਰਥ ਸਭ ਜਗਤ ਦਾ ਕਰਤਾ ਹਰਤਾ ਧਰਤਾ ਅਕਾਲ ਪੁਰਖ ਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਜਿੱਥੇ 24 ਅਵਤਾਰਾਂ ਦਾ ਵਰਣਨ ਆਰੰਭ ਕੀਤਾ ਹੈ ਉੱਥੇ ਚੌਪਈ ਦੇ 9 ਨੰਬਰ ਛੰਦ ਵਿੱਚ ਇਸ ਦਾ ਲੱਛਣ ਵਰਣਨ ਕੀਤਾ ਹੈ। ਯਥਾ ਚੌਪਈ ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਤੇ ਜਗ ਡਾਲਾ, ਸਮੈ ਸੰਤ ਪਰ ਹੋਤ ਸਹਾਈ, ਤਾਤੇ ਸੰਖਿਆ ਸੰਤ ਸੁਨਾਈ। ਜਿਸ ਦਾ ਭਾਵ ਆਪ ਹੀ ਵਾਹਿਗੁਰੂ ਸਾਰੇ ਜਗਤ ਨੂੰ ਕਰਦਾ ਹੈ, ਮੱਧ ਵਿੱਚ ਸਭ ਜਗਤ ਦੀ ਪਾਲਣਾ ਕਰਦਾ ਹੈ ਤੇ ਫਿਰ ਅਖੀਰ ਤੇ ਸਭ ਸੰਸਾਰ ਨੂੰ ਕਾਲ ਲੈ ਕਰ ਦਿੰਦਾ ਹੈ। ਇਸ ਲਈ ਉਸ ਦਾ ਨਾਮ ਜਗਤ ਵਿੱਚ ਕਾਲ ਕਰਕੇ ਡਾਲਾ ਪਾ ਦਿੱਤਾ ਹੈ। ਐਸੇ ਗ੍ਰੰਥ ਕਰਤਾ ਦੇ ਸੰਕੇਤਕ ਸ਼ਬਦਾਂ ਨੂੰ ਵਿਦਵਾਨ ਪਰਿਭਾਸ਼ਿਕ ਸ਼ਬਦ ਕਿਹਾ ਕਰਦੇ ਹਨ ਜੋ ਹੋਰ ਗ੍ਰੰਥਾਂ ਵਿੱਚ ਨਹੀਂ ਮਿਲਿਆ ਕਰਦੇ, ਪਰ ਉਸ ਦੇ ਆਪਣੇ ਮੁੱਖ ਛੂਛ ਕੀਤੇ ਹੋਏ ਐਸੇ ਸ਼ਬਦ ਹੋਇਆ ਕਰਦੇ ਹਨ ਜੋ ਸਾਰਥਕ ਹੁੰਦੇ ਹਨ। ਜਿਵੇਂ ਅੱਗੇ ਇਸ 9ਵੀਂ ਚੌਪਈ ਛੰਦ ਵਿੱਚ ਪਰਮੇਸ਼ਰ ਨੂੰ ਸੰਤ ਪਦ ਦੀ ਸੰਗਿਆ ਦਿੰਦੇ ਹੋਇਆਂ ਅਰਥ ਕਰਦਿਆਂ ਫਰਮਾਇਆ ਹੈ, ਸਮੈ ਸੰਤ ਪਰ ਹੋਤ ਸਹਾਈ, ਤਾਤੇ ਸੰਖਿਆ ਸੰਤ ਸੁਨਾਈ। ਜਿਸ ਵਿੱਚ ਸੰਤ ਪਦ ਦਾ ਵਿਆਕਰਣ ਦੀ ਰੀਤੀ ਅਨੁਸਾਰ ਸੰਧੀ ਕੱਢ ਕੇ ਸ ਅੰਤ ਉਹ ਅੰਤ ਸਮੇਂ ਤੇ ਆਪਣੇ ਭਗਤਾਂ ਦਾ ਸਹਾਈ ਹੁੰਦਾ ਹੈ। ਯਥਾ ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਸੇ ਲਈ ਉਸ ਦੇ ਨਾਮ ਦੀ ਸੰਖਿਆ ਗਿਣਤੀ ਸੰਤ ਪਦ ਕਰਕੇ ਸੁਣਾ ਦਿੱਤੀ ਹੈ। ਇਸ ਲਈ ਖਿਆਲ ਕੀਤਾ ਜਾਂਦਾ ਹੈ ਕਿ ਛਾਪੇ ਵਾਲਿਆਂ ਨੇ ਜੋ ਅਕਾਲ ਪਦ ਛਾਪ ਦਿੱਤਾ ਹੈ ਉਹ ਇਹ ਸਮਝ ਕੇ ਕਿ ਕਾਲ ਪਦ ਠੀਕ ਨਹੀਂ ਹੈ, ਅਕਾਲ ਪਦ ਚਾਹੀਦਾ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਗੁਰਸਿੱਖਾਂ ਅੰਦਰ ਅਕਾਲ ਪਦ ਦੀ ਵਰਤੋਂ ਹੀ ਪ੍ਰਚਲਿਤ ਹੈ। ਪਰ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਦੀ ਰਚਨਾ ਅਨੁਸਾਰ ਅਸ਼ੁੱਧ ਹੈ। ਉਹਨਾਂ ਦਾ ਆਪਣਾ ਪਰਿਭਾਸ਼ਕ ਸ਼ਬਦ ਹੈ। ਜਿਵੇਂ ਉੱਪਰ ਦੱਸ ਹੀ ਆਏ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਣੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਸਥਾਪਿਤ ਕੀਤਾ। ਭਾਈ ਸਾਹਿਬ ਜੀ ਪੁਰਾਤਨ ਸਮੇਂ ਪੰਜ ਗ੍ਰੰਥੀ ਵਾਲੀ ਰਹਿਰਾਸ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੜ੍ਹਦੇ ਰਹੇ। ਜਦੋਂ ਸੰਮਤ 1977 ਸਨ 1920 ਈਸਵੀ ਵਿੱਚ
ਸੈਂਟਰ ਮਾਝਾ ਵਾਲਿਆਂ ਗੜਗੱਜਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਕਬਜ਼ਾ ਕੀਤਾ ਸੀ ਅਤੇ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਆ ਹੈੱਡ ਗ੍ਰੰਥੀ ਬਣਿਆ। ਉਸ ਵਕਤ ਰਹਿਰਾਸ ਬਦਲੀ ਗਈ। ਇਹਨਾਂ ਸਾਰਿਆਂ ਸਲਾਹਾਂ ਕੀਤੀਆਂ ਕਿ ਜਿਸ ਤਰ੍ਹਾਂ ਪੰਜਾਂ ਖੰਡੀਆਂ ਪਸੌੜੀਆਂ ਨੇ ਰਹਿਰਾਸ ਘਟਾਈ ਹੈ, ਸਾਨੂੰ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਤਨੀ ਹੀ ਰਹਿਰਾਸ ਪੜ੍ਹਨੀ ਚਾਹੀਦੀ ਹੈ। ਪੰਜ ਖੰਡੀਆਂ ਪਸੌੜੀਆਂ ਨੇ ਚੌਪਈ ਸਾਹਿਬ ਦੀਆਂ 25 ਪੌੜੀਆਂ, ਆਨੰਦ ਸਾਹਿਬ ਦੀਆਂ 5 ਪੌੜੀਆਂ, 6ਵੀਂ ਅਖੀਰਲੀ ਪੌੜੀ ਆਨੰਦ ਸੁਣੋ ਵੱਡ ਭਾਗੀ ਹੋ, ਮੁੰਦਾਵਣੀ ਮਹੱਲਾ ਪੰਜਵਾਂ, ਸ਼ਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਪੜ੍ਹ ਕੇ ਮਗਰਲੇ ਤਿੰਨੇ ਸ਼ਬਦ ਨੰਬਰ 1 ਤਿੱਥਿਆ ਤੂੰ ਸਮਰੱਥ, ਦੂਜਾ ਅੰਤਰ ਗੁਰ ਆਰਾਧਨਾ, ਤੀਜਾ ਰੱਖੇ ਰੱਖਣਹਾਰ ਪੜ੍ਹਨੇ ਛੱਡ ਦਿੱਤੇ। ਸਿਰਫ ਤੇਰਾ ਕੀਤਾ ਜਾਤੋ ਨਾਹੀ ਤੱਕ ਹੀ ਰਹਿਰਾਸ ਪੜ੍ਹਨ ਦਾ ਫੈਸਲਾ ਕੀਤਾ ਸੀ। ਇਸ ਲਈ ਸੈਂਟਰ ਮਾਝਾ ਵਾਲੇ ਗੜਗੱਜਾ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਇੰਨੀ ਹੀ ਰਹਿਰਾਸ ਪੜ੍ਹਨ ਦੀ ਵਿਚਾਰ ਬਣਾਈ। ਅੰਦਰ ਖਾਤੇ ਇਹ ਸਲਾਹ ਕਰਕੇ ਬਿਕਰਮੀ 1980 ਸੰਨ 1923 ਈਸਵੀ ਵਿੱਚ ਦਰਬਾਰ ਸਾਹਿਬ ਵਿਖੇ ਘੱਟ ਰਹਿਰਾਸ ਪੜ੍ਹੀ ਗਈ। ਜਦੋਂ ਅਰਦਾਸ ਕਰਨ ਲੱਗੇ ਤਾਂ ਸੰਗਤ ਉੱਠੀ ਨਹੀਂ ਅਤੇ ਬਾਕੀ ਰਹਿੰਦੀ ਰਹਿਰਾਸ ਸੰਗਤ ਨੇ ਪੜ੍ਹਨੀ ਜਾਰੀ ਰੱਖੀ। ਰੌਲਾ ਬਹੁਤ ਪੈ ਗਿਆ। ਉਸ ਸਮੇਂ ਤਾਂ ਪ੍ਰਬੰਧਕ ਚੁੱਪ ਕਰ ਗਏ। ਫਿਰ ਬਿਕਰਮੀ 1983 ਸੰਨ 1926 ਈਸਵੀ ਵਿੱਚ ਯਤਨ ਕੀਤਾ, ਸਫਲਤਾ ਨਾ ਹੋਈ। ਰੌਲਾ ਬਹੁਤ ਪੈਣਾ ਸ਼ੁਰੂ ਹੋ ਗਿਆ। ਜਦੋਂ ਕੋਈ ਗੁਰਮਤ ਦੇ ਅਸੂਲਾਂ ਤੋਂ ਥਿੜਕ ਜਾਏ ਫਿਰ ਉਹ ਆਪਣੇ ਬਣਾਏ ਅਸੂਲ ਲਾਗੂ ਕਰਨ ਵਾਸਤੇ ਹਰ ਤਰ੍ਹਾਂ ਦੇ ਯਤਨ ਕਰਦਾ ਹੈ। ਬਿਕਰਮੀ 1987 ਸੰਨ 1930 ਈਸਵੀ ਵਿੱਚ ਫਿਰ ਯਤਨ ਕੀਤਾ, ਪਰ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਅਤੇ ਪੰਥ ਵਿੱਚ ਵਾਦ ਵਿਵਾਦ ਚੱਲ ਪਿਆ। ਪੇਪਰਾਂ ਤੱਕ ਵੀ ਝਗੜਾ ਚਲਿਆ ਗਿਆ। ਕਿਸੇ ਸਿਆਸੀ ਡੂੰਘੀ ਚਾਲ ਸਦਕਾ ਗੜਗੱਜ ਖਾਲਸਾ ਵਾਲਿਆਂ ਨੇ ਪੰਜ ਖੰਡੀਆਂ ਵਾਲੇ ਖਰੜੇ ਦੀ ਰਹਿਰਾਸ ਪਾਸ ਕਰਕੇ ਬਿਕਰਮੀ 1999 ਸੰਨ 1932 ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਰਹਿਰਾਸ ਦਾ ਪਾਠ ਕਰਨ ਬਾਅਦ ਅਰਦਾਸ ਸ਼ੁਰੂ ਕੀਤੀ। ਸੰਗਤਾਂ ਨਾ ਉੱਠੀਆਂ। ਸਾਰੀ ਸੰਗਤ ਨੇ ਰਹਿਰਾਸ ਆਪ ਪੂਰੀ ਪੜ੍ਹੀ। ਅਰਦਾਸੀਆ ਇਕੱਲਾ ਖਲੋਤਾ ਰਿਹਾ। ਅਗਲੇ ਦਿਨ ਪ੍ਰਬੰਧਕਾਂ ਨੇ ਬਾਹਰੋਂ 200 ਆਦਮੀ ਲਿਆ ਕੇ ਸੰਗਤ ਵਿੱਚ ਅੱਗੇ ਬਿਠਾ ਲਏ। ਤਰੀਕੇ ਅਨੁਸਾਰ ਰਹਿਰਾਸ ਪੜ੍ਹੀ। ਅਰਦਾਸ ਕਰਨ ਲੱਗ ਗਏ ਤਾਂ 200 ਸੇਵਾਦਾਰ ਅੱਗੇ ਖਲੋ ਗਏ। ਸੰਗਤ ਪਿੱਛੇ ਬੈਠੀ ਰਹੀ। ਇਸ ਤਰ੍ਹਾਂ 1932 ਈਸਵੀ ਵਿੱਚ ਧੱਕੇ ਨਾਲ ਆਪਣੀ ਮਰਜ਼ੀ ਦੀ ਰਹਿਰਾਸ ਸ਼ੁਰੂ ਕੀਤੀ, ਜੋ ਅੱਜ ਤੱਕ ਸ਼੍ਰੋਮਣੀ ਕਮੇਟੀ ਵਿੱਚ ਪ੍ਰਚਲਿਤ ਹੈ। ਪਹਿਲਾਂ ਸਾਰੀ ਰਹਿਰਾਸ ਜਿਵੇਂ ਪੰਜ ਗ੍ਰੰਥੀਆਂ ਵਿੱਚ ਆਉਂਦੀ ਹੈ, ਸਾਰੇ ਤਖਤ ਸਾਹਿਬਾਂ ਤੇ ਸਿੱਖ ਸ਼੍ਰੇਣੀਆਂ, ਨਿਰਮਲੇ ਉਦਾਸੀਆਂ ਦੇ ਡੇਰਿਆਂ ਤੇ ਸਿੰਘ ਸਭਾਵਾਂ ਵਿੱਚ ਪੜ੍ਹੀ ਜਾਂਦੀ ਸੀ। ਇਸ ਵਕਤ ਸੈਂਟਰਲ ਮਾਝਾ ਖਾਲਸਾ ਦੀਵਾਨ ਅਤੇ ਪੰਜ ਖੰਡੀਆ ਦੀਵਾਨ ਬਣਿਆ। ਉਦੋਂ ਹੀ ਇਹਨਾਂ ਨੇ ਬਾਣੀ ਘਟਾਉਣੀ ਸ਼ੁਰੂ ਕੀਤੀ। ਉਦੋਂ ਦੀ ਅਕਾਲੀ ਲਹਿਰ ਨੇ ਉਹ ਜਿਹੇ ਗੁਟਕੇ ਛਾਪ ਦਿੱਤੇ, ਉਹ ਜਿਹਾ ਪ੍ਰਚਾਰ ਕਰ ਦਿੱਤਾ। ਇਸ ਤਰੀਕੇ ਨਾਲ ਇਹ ਰਹਿਰਾਸ ਦੀ ਪੁਰਾਣੀ ਮਰਜ਼ਾਦਾ ਬੰਦ ਹੋਈ। ਸੋ ਰਹਿਰਾਸ ਦਾ ਅਸਲੀ ਸਰੂਪ ਜਿਵੇਂ ਸਤਿਗੁਰੂ ਸਾਹਿਬ ਵੱਲੋਂ ਪ੍ਰਚਲਿਤ ਕੀਤਾ ਗਿਆ ਸੀ, ਸਮੂਹ ਸਿੱਖਾਂ ਨੂੰ ਉਸੇ ਹੀ ਮਰਜ਼ਾਦਾ ਅਨੁਸਾਰ ਉਸੇ ਯਕੀਨ ਨਾਲ ਰਹਿਰਾਸ ਪੜ੍ਹਨੀ ਚਾਹੀਦੀ ਹੈ। ਉਸੇ ਤਰ੍ਹਾਂ ਪੜ੍ਹ ਕੇ ਹੀ ਅਸੀਂ ਸਤਿਗੁਰਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਸਿੱਖ ਕਹਾ ਸਕਦੇ ਹਾਂ। ਜੇ ਆਪਣੀ ਮਰਜ਼ੀ ਕਰਾਂਗੇ ਤੇ ਪਾਰਟੀਆਂ ਵਿੱਚ ਪੈ ਕੇ ਝਗੜਿਆਂ ਵਿੱਚ ਪਏ ਰਹਾਂਗੇ ਤਾਂ ਨਿਸ਼ਚਾ ਸਾਡਾ ਖਰਾਬ ਹੋਵੇਗਾ। ਸੋ ਪੁਰਾਤਨ ਮਰਜ਼ਾਦਾ ਸ੍ਰੀ ਸਤਿਗੁਰੂ ਸਾਹਿਬ ਜੀ ਕਾਇਮ ਰੱਖੀ ਹੈ ਤਾਂ ਹੀ ਚੰਗਾ ਹੈ। ਭਾਈ ਆਦਿ ਬਾਣੀ ਪੜ੍ਹਨ ਕਰਕੇ ਇੱਕ ਤਾਂ ਫਲ ਮਹਾਤਮ ਘੱਟ ਪ੍ਰਾਪਤ ਹੁੰਦਾ ਹੈ ਅਤੇ ਪੁੰਨ ਦੀ ਬਜਾਏ ਸਿਰ ਤੇ ਪਾਪ ਚੜ੍ਹਦਾ ਹੈ। ਜਦੋਂ ਸਤਿਗੁਰਾਂ ਤੋਂ ਬੇਮੁਖ ਹੋ ਕੇ ਅੱਧੀ ਬਾਣੀ ਪੜ੍ਹਦੇ ਹਾਂ ਫਿਰ ਸੁੱਖ ਕਿੱਥੋਂ ਤੇ ਸਾਡੀਆਂ ਅਰਦਾਸਾਂ ਕਿਵੇਂ ਪੂਰੀਆਂ ਹੋਣ, ਜਦੋਂ ਅਸੀਂ ਸਤਿਗੁਰਾਂ ਦੇ ਹੁਕਮਾਂ ਤੋਂ ਤਾਂ ਉਲਟ ਜਾ ਰਹੇ ਹਾਂ। ਇੱਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਂ ਬਾਰੇ ਮੀਟਿੰਗ ਤੇ ਸ੍ਰੀ ਅੰਮ੍ਰਿਤਸਰ ਆਏ। ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਅਛਰ ਸਿੰਘ ਜੀ ਨਾਲ
ਗੁਰਬਾਣੀ ਬਾਰੇ ਪਿਆਰ ਨਾਲ ਵਿਚਾਰ ਹੋ ਰਹੀ ਸੀ ਤਾਂ ਮਹਾਂਪੁਰਖਾਂ ਭਰੇ ਹੋਏ ਹਿਰਦੇ ਤੇ ਦੁੱਖ ਨਾਲ ਕਿਹਾ, ਜਥੇਦਾਰ ਜੀ, ਜਿਉਂ-ਜਿਉਂ ਅਸੀਂ ਬਾਣੀ ਘਟਾ ਰਹੇ ਹਾਂ ਤਿਉਂ-ਤਿਉਂ ਸਾਨੂੰ ਮਾਰ ਪੈ ਰਹੀ ਹੈ। ਜਥੇਦਾਰ ਜੀ, ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸੋ, ਤੁਸੀਂ ਨਿਤਨੇਮ ਵਿੱਚ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹਦੇ ਹੋ ਕਿ ਸਾਰਾ? ਜਥੇਦਾਰ ਜੀ ਨੇ ਕਿਹਾ, ਜੀ ਸਾਰਾ ਪੜ੍ਹਦਾ ਹਾਂ। ਤਾਂ ਸੰਤਾਂ ਕਿਹਾ, ਜਥੇਦਾਰ ਜੀ, ਤੁਹਾਡੇ ਸਾਈਨ ਹੋ ਕੇ ਰਹਿਤ ਮਰਜ਼ਾਦਾ ਪ੍ਰਵਾਨ ਹੋਈ, ਉੱਥੇ 6 ਪੌੜੀਆਂ ਲਿਖੀਆਂ ਹਨ। ਤਾਂ ਉੱਤਰ ਸੀ, ਜੀ ਉਹ ਜਥੇਬੰਦੀ ਦਾ ਕੰਮ ਹੈ। ਸੰਤਾਂ ਕਿਹਾ, ਜਥੇਦਾਰ ਜੀ, ਆਪ ਤੁਸੀਂ ਗੁਰਮਤਿ ਤੇ ਚੱਲ ਰਹੇ ਹੋ ਅਤੇ ਜਥੇਬੰਦੀ ਦੇ ਨਿਯਮ ਮਨ ਮਰਜ਼ੀ ਨਾਲ ਤੁਰ ਰਹੇ ਹਨ। ਇਸੇ ਹੀ ਕਾਰਨ ਹੁਣ ਮੰਗਲ ਬਦਲੇ ਗਏ। ਜਥੇਦਾਰ ਜੀ, ਤੁਸੀਂ ਜੋ ਪੰਥ ਵਿੱਚ ਰਾਗਮਾਲਾ ਸੰਬੰਧੀ ਝਗੜਾ ਸੁਣ ਰਹੇ ਹੋ, ਇਸ ਦਾ ਹੱਲ ਹੋ ਸਕਦਾ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਪਾਸੋਂ ਕਰਤਾਰਪੁਰ ਵਾਲੀ ਬੀੜ ਲਿਖਵਾਈ ਹੈ। ਇਤਿਹਾਸ ਰਾਹੀਂ ਸਿੱਖ ਜਗਤ ਵਿੱਚ ਇਸ ਗੱਲ ਨੂੰ ਮੰਨਦਾ ਹੈ। ਅੱਜ ਦੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਕਾਗਜ਼ ਸਿਆਹੀ ਲਿਖਾਈ ਕਲਮ ਪਰਖ ਕਰਵਾਈ ਜਾਵੇ। ਜੇ ਰਾਗਮਾਲਾ ਅਤੇ ਗੁਰਬਾਣੀ ਇੱਕੋ ਕਾਗਜ਼ ਸਿਆਹੀ ਕਲਮ ਦੀ ਲਿਖਾਈ ਹੈ, ਫਿਰ ਝਗੜਾ ਕਾਹਦਾ? ਦੂਜੀ ਵਿਚਾਰ, ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਦਾ ਇਕੱਠ ਬੁਲਾਓ, ਜੋ ਪੰਥ ਫੈਸਲਾ ਕਰੇ। ਅਰਦਾਸ ਰਾਹੀਂ ਜਾਂ ਪਰਚੀਆਂ ਪਾਉਣ ਰਾਹੀਂ ਜਾਂ ਕਿਸੇ ਤਰ੍ਹਾਂ ਕੋਈ ਫੈਸਲਾ ਪੰਥਕ ਇਕੱਠ ਕਰੇ, ਉਸ ਨੂੰ ਸਾਰਾ ਪੰਥ ਮੰਨੇ। ਇੱਕ ਓੰਕਾਰ ਤੋਂ ਲੈ ਕੇ 18-10-20 ਤੱਕ ਕਿਸੇ ਸਿੱਖ ਜਾਂ ਜਥੇਬੰਦੀ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਸਤਿਗੁਰਾਂ ਦੀ ਸੰਪੂਰਨ ਪੀੜ ਤੇ ਹੱਥ ਚੁੱਕੇ ਬਾਣੀ ਕੱਢੇ ਜਾਂ ਅੱਗੇ ਪਿੱਛੇ ਕਰੇ। ਹੋਰ ਵੀ ਕਾਫੀ ਗੁਰਮਤਿ ਸੰਬੰਧੀ ਵਿਚਾਰਾਂ ਹੋਈਆਂ। ਜਥੇਦਾਰ ਜੀ ਦਾ ਮਹਾਂਪੁਰਖਾਂ ਨਾਲ ਸਿੱਖੀ ਨਾਤੇ ਦਿਲੀ ਪਿਆਰ ਸੀ। ਸੰਤਾਂ ਅਤੇ ਸਿੰਘਾਂ ਦਾ ਸਤਿਕਾਰ। ਸੰਤ ਜੀ ਦੂਜੇ ਸਿੰਘ ਸਾਹਿਬਾਨਾਂ, ਜਥੇਦਾਰਾਂ ਅਤੇ ਮਹਾਤਮਾਵਾਂ ਦਾ ਬਹੁਤ ਸਤਿਕਾਰ ਕਰਦੇ ਸਨ। ਜਦੋਂ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਜਾਂ ਕਿਸੇ ਤਖਤ ਸਾਹਿਬ ਦੇ ਜਥੇਦਾਰ ਆਉਂਦੇ ਸਨ ਤਾਂ ਸੰਤ ਜੀ ਆਪ ਪੈਂਦ ਵੱਲ ਅਤੇ ਉਹਨਾਂ ਨੂੰ ਸਿਰਹਾਣੇ ਵੱਲ ਬਿਠਾਉਂਦੇ ਸਨ। ਉਹਨਾਂ ਦੇ ਹੁੰਦਿਆਂ ਕਦੇ ਵੀ ਉੱਚੀ ਥਾਂ ਜਾਂ ਉਚੇਚੇ ਆਸਣ ਤੇ ਨਹੀਂ ਸਨ ਬੈਠਦੇ। ਜਿੰਨੀ ਸ਼ਰਧਾ ਇਹਨਾਂ ਦੇ ਮਨ ਵਿੱਚ ਸੇਵਾ ਵਾਲੇ ਮਹਾਤਮਾ ਪੁਰਖਾਂ ਬਾਰੇ ਸੀ, ਉਤਨੀ ਸ਼ਾਇਦ ਹੀ ਕਿਸੇ ਹੋਰ ਬਾਰੇ ਹੋਵੇ। ਸਭ ਤੋਂ ਵੱਧ ਤੇ ਇੱਥੋਂ ਤੱਕ ਜੇਕਰ ਸੰਤ ਡਰਦੇ ਸਨ ਤਾਂ ਪਰਮਾਤਮਾ ਤੋਂ ਅਤੇ ਦੂਜੇ ਨੰਬਰ ਤੇ ਇਹਨਾਂ ਮਹਾਤਮਾ ਪੁਰਖਾਂ ਪਾਸੋਂ। ਜੋ ਬਚਨ ਇਹ ਮਹਾਤਮਾ ਕਰਨ, ਸੰਤ ਫੌਰਨ ਹੱਥ ਜੋੜ ਕੇ ਸਤ ਬਚਨ ਕਹਿ ਕੇ ਪ੍ਰਵਾਨ ਕਰਦੇ ਸਨ। ਸੰਤਾਂ ਨੂੰ ਕਈ ਵਾਰੀ ਇਹ ਕਹਿੰਦਿਆਂ ਸੁਣਿਆ ਹੈ ਕਿ ਕਾਰ ਸੇਵਾ ਵਾਲੇ ਬਾਬਿਆਂ ਵਿੱਚ ਇੰਨੀ ਸ਼ਕਤੀ ਹੈ ਕਿ ਜੇ ਚਾਹੁਣ ਤਾਂ ਨੀਹਾਂ ਤੋਂ ਲੈ ਕੇ ਕਲਸ਼ ਤੱਕ ਗੁਰਦੁਆਰਿਆਂ ਦੀਆਂ ਇਮਾਰਤਾਂ ਸੋਨੇ ਦੀਆਂ ਬਣਵਾ ਦੇਣ। ਇਹ ਗੱਲ ਇਹਨਾਂ ਵਾਸਤੇ ਬਹੁਤ ਮਾਮੂਲੀ ਹੈ। ਇਹ ਕਾਰ ਸੇਵਾ ਵਾਲੇ ਬਾਬੇ ਧਨ ਹਨ ਕਿ ਮੁਖੋਂ ਸਤਨਾਮ ਵਾਹਿਗੁਰੂ ਦਾ ਜਾਪ ਤੇ ਸਿਰ ਤੇ ਟੋਕਰੀ ਸਿਮਰਨ ਤੇ ਸੇਵਾ ਇਕੱਠੇ ਹੀ ਕਰੀ ਜਾਂਦੇ ਹਨ। ਸੰਤ ਜੀ ਸਿੰਘਾਂ ਨੂੰ ਬਹੁਤ ਵਾਰੀ ਆਖਦੇ ਸਨ ਕਿ ਸੇਵਾ ਵਾਲੇ ਬਾਬਿਆਂ ਦਾ ਕਦੇ ਵੀ ਬਚਨ ਨਹੀਂ ਮੋੜਨਾ, ਸਾਰੇ ਕੰਮ ਛੱਡ ਕੇ ਵੀ ਉਹਨਾਂ ਪਾਸ ਪੁੱਜਣਾ ਹੈ। ਖਾਸ ਕਰਕੇ ਬਾਬਾ ਖੜਕ ਸਿੰਘ ਜੀ ਬੀੜ, ਬਾਬਾ ਬੁੱਢਾ ਸਾਹਿਬ ਵਾਲੇ, ਬਾਬਾ ਦਇਆ ਸਿੰਘ ਜੀ ਬਿਧੀ ਚੰਦੀਏ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਬਾਬਾ ਵੀਰ ਬਿਕਰਮਾਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ, ਬਾਬਾ ਸੇਵਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ, ਬਾਬਾ ਹਰੀ ਸਿੰਘ ਜੀ ਤਰਨ ਤਾਰਨ ਵਾਲੇ ਤੇ ਉਹਨਾਂ ਦੇ ਜਥੇਦਾਰ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ, ਬਾਬਾ ਉੱਤਮ ਸਿੰਘ ਜੀ ਖਡੂਰ ਸਾਹਿਬ ਵਾਲੇ, ਬਾਬਾ ਹਰਬੰਸ ਸਿੰਘ ਜੀ ਸ੍ਰੀ ਨਾਨਕ ਮੱਤੇ ਵਾਲੇ, ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਾਲੇ, ਸੰਤ ਹਰਨਾਮ ਸਿੰਘ ਜੀ ਪਾਤਸ਼ਾਹ ਜੋਗੇਵਾਲ ਵਾਲੇ, ਸੰਤ ਲਛਮਣ ਸਿੰਘ ਜੀ ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਾਲੇ ਆਦਿ ਮਹਾਂਪੁਰਖਾਂ ਨਾਲ ਬਹੁਤ ਪਿਆਰ ਕਰਦੇ ਸਨ।